Yes, please. Good morning, everyone. Good morning, sir. Good morning. Very good morning. Good morning. Good morning. Good morning. Good morning. Let us start. Today we will discuss NAPSILA examination paper number 4, registration manual. ਤੁਹਾਡੇ ਕੋਲ ਜੇ ਕਿਸੇ ਕੋਲ ਬੁੱਕਸ ਹੈਗੀਆਂ ਨੇ ਤਾਂ ਰਜਿਸਟ੍ਰੇਸ਼ਨ ਮੈਨੂਅਲ ਨਿਕਾਲ ਲਓ ਜੀ। ਰਜਿਸਟ੍ਰੇਸ਼ਨ ਮੈਨੂਅਲ ਪੇਪਰ ਨੰਬਰ 4 फ्रॉम सेक्शन 80 फ्रॉम सेक्शन 80 अपनी अपनी बुक्स निकालो प्लीज। रजिस्ट्रेशन मैनुअल बुक्स इन विच सर्टन क्लासेस ऑफ द डॉक्यूमेंट शुड बी रजिस्टर्ड। ਅਸੀਂ ਜਿਹੜੇ ਵੀ ਡਾਕੂਮੈਂਟ ਰਜਿਸਟਰ ਕਰਦੇ ਹਾਂ ਉਹਦੇ ਲਈ ਪ੍ਰਸਕ੍ਰਾਈਬਡ ਬੁੱਕਸ ਹੈਗੀ ਨੇ। ਬੁੱਕ ਨੰਬਰ 1, ਬੁੱਕ ਨੰਬਰ 2, ਬੁੱਕ ਨੰਬਰ 3, ਬੁੱਕ ਨੰਬਰ 4, ਬੁੱਕ ਨੰਬਰ 5। ਠੀਕ ਹੈ, ਇਹ ਹੈਗਾ ਸੈਕਸ਼ਨ 80 ਹੈਗਾ ਇਨਸਟਰਕਸ਼ਨਸ ਐਜ਼ ਟੂ ਬੁੱਕਸ ਇਨ ਵਿਚ ਡਾਕੂਮੈਂਟ ਸ਼ੁਡ ਬੀ ਰਜਿਸਟਰਡ। ਉਹਦੇ ਕੀ ਕੀ ਹਦਾਇਤਾਂ ਨੇ, ਕਿਸ ਤਰ੍ਹਾਂ ਜਿਹੜਾ ਡਾਕੂਮੈਂਟ ਜਿਹੜਾ ਰਜਿਸਟਰ ਕੀਤਾ ਜਾਂਦਾ ਹੈ ਉਹ ਕਿਹੜੀ ਬੁੱਕ 'ਚ ਲਗਾਇਆ ਜਾਏਗਾ। ਸੈਕਸ਼ਨ 80 ਦੇ ਵਿੱਚ ਕੀ ਹੈਗਾ, ਇਹ ਜਿਹੜਾ ਰਜਿਸਟਰਿੰਗ ਆਫਿਸਰ ਹੈਗਾ ਉਹਦੇ ਸਟਾਫ ਨੇ ਦੇਖਣਾ ਹੈਗਾ ਵੀ ਕਿਹੜਾ ਡਾਕੂਮੈਂਟ ਅਸੀਂ ਰਜਿਸਟਰ ਕਰ ਰਹੇ ਹਾਂ ਤੇ ਕਿਹੜੀ ਪ੍ਰਸਕ੍ਰਾਈਬ ਉਹਦੇ ਲਈ ਬੁੱਕ ਹੈਗੀ ਆ, ਕਿਸ ਬੁੱਕ ਦੇ ਵਿੱਚ ਲਗਾਇਆ ਜਾਏਗਾ। ਕਿਉਂਕਿ ਕੁਝ ਜਿਹੜੇ ਡਾਕੂਮੈਂਟ ਹੁੰਦੇ ਆ ਇਹ ਓਪਨ ਟੂ ਪਬਲਿਕ ਇੰਸਪੈਕਸ਼ਨ ਹੁੰਦੇ ਆ, ਕੁਝ ਡਾਕੂਮੈਂਟ ਓਪਨ ਟੂ ਪਬਲਿਕ ਇੰਸਪੈਕਸ਼ਨ ਨਹੀਂ ਹੁੰਦੇ। ਕੁਝ ਡਾਕੂਮੈਂਟ ਜਿਹੜੇ ਹੁੰਦੇ ਆ ਰਜਿਸਟਰ ਕੀਤੇ ਜਾਂਦੇ ਇਮੂਵੇਬਲ ਪ੍ਰੋਪਰਟੀ ਦੇ ਹੁੰਦੇ ਆ, ਕੁਝ ਡਾਕੂਮੈਂਟ ਮੂਵੇਬਲ ਪ੍ਰੋਪਰਟੀ ਦੇ ਹੁੰਦੇ ਆ। ਇਸ ਕਰਕੇ ਜਿਹੜਾ ਇਹ ਡਿਸਾਈਡ ਕਰਨਾ ਹੁੰਦਾ, ਡਿਟਰਮਿਨ ਕਰਨਾ ਹੁੰਦਾ ਇਹ ਸੈਕਸ਼ਨ 80 ਹੀ ਕਹਿੰਦਾ ਹੈ ਵੀ ਜਿਹੜਾ ਡਿਟਰਮਿਨ ਕਰਨਾ ਹੈ ਰੈਵਨਿਊ ਆਫਿਸਰ ਨੇ, ਸਬ ਰਜਿਸਟਰਾਰ ਨੇ ਜਾਂ ਸਬ ਰਜਿਸਟਰਾਰ ਦੇ ਸਟਾਫ ਨੇ ਡਿਟਰਮਿਨ ਕਰਨਾ ਵੀ ਕਿਹੜਾ ਡਾਕੂਮੈਂਟ ਕਿਹੜੀ ਬੁੱਕ ਦੇ ਵਿੱਚ ਲੱਗੇਗਾ। ਠੀਕ ਹੈ ਜੀ। ਨੈਕਸਟ ਸੈਕਸ਼ਨ ਹੈਗਾ 81 ਪੈਰਾ 81। ਇਹ ਦੇਖੋ ਇਹ 'ਚ ਸੈਕਸ਼ਨ ਨਹੀਂ ਹੁੰਦੇ, ਇਹ 'ਚ ਪੈਰੇ ਹੁੰਦੇ ਆ। ਜਿਹੜਾ ਸਾਡਾ ਐਕਟ ਹੁੰਦਾ, ਐਕਟ ਦੇ ਵਿੱਚ ਸੈਕਸ਼ਨਸ ਹੁੰਦੀਆਂ ਨੇ, ਇਹਦੇ ਵਿੱਚ ਜਿਹੜੇ ਸਾਡੇ ਹੈਗੇ ਨੇ ਇਹ ਪੈਰੇ ਨੇ। ਮੈਂ ਬਾਰ-ਬਾਰ ਗਲਤੀ ਨਾਲ ਕਈ ਵਾਰੀ ਸੈਕਸ਼ਨ ਬੋਲ ਦਿੰਦੇ ਆ, ਪਰ ਇਟ ਡਿਵਾਈਸ ਪੈਰਾ। ਸੈਕਸ਼ਨ ਪੈਰਾ 81 ਹੈਗਾ ਇੰਸਟਰਕਸ਼ਨਸ ਐਜ਼ ਟੂ ਦਾ ਇੰਸਟਰੂਮੈਂਟਸ ਆਫ ਅਡਾਪਸ਼ਨ। ਅਡਾਪਸ਼ਨ ਮਤਵੰਨਾਨਾਮਾ ਆਪਾਂ ਜਨਰਲੀ ਦੇਖਦੇ ਵੀ ਆਪਾਂ ਸੋਚਦੇ ਮਤਵੰਨਾਨਾਮਾ ਇੱਕ ਤਰ੍ਹਾਂ ਦਾ ਡਾਕੂਮੈਂਟ ਹੁੰਦਾ, ਪਰ ਨਹੀਂ। ਮਤਵੰਨੇਨਾਮੇ ਦੇ ਜਿਹੜੇ ਡਾਕੂਮੈਂਟ ਹੋਣੇ 3-4 ਤਰ੍ਹਾਂ ਦੇ ਹੁੰਦੇ ਆ। ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿਹੜੇ ਹੁੰਦੇ ਆ ਇਹ 3-4 ਤਰ੍ਹਾਂ ਦੇ ਡਾਕੂਮੈਂਟ ਮਤਵੰਨੇ ਦੇ, ਜਿਹਦੇ ਵਿੱਚ ਮਤਵੰਨਾ ਵੀ ਨਾਮਾ ਹੁੰਦਾ ਨਾਲ ਉਹਦੀ ਜਿਹੜੀ ਅਡਾਪਸ਼ਨ ਜਿਹੜਾ ਬੰਦਾ ਅਡਾਪਟਿਵ ਫਾਦਰ ਹੁੰਦਾ ਹੈ, ਅਡਾਪਟਡ ਸਨ ਹੋ ਗਿਆ ਜਿਹਦੇ ਹੱਕ ਦੇ ਵਿੱਚ ਜਿਹਨੂੰ ਅਡਾਪਟ ਕੀਤਾ ਜਾਂਦਾ ਹੈ, ਤੇ ਅਡਾਪਟਿਵ ਫਾਦਰ ਉਹਨੂੰ ਕਿਹਾ ਜਾਂਦਾ ਜਿਹੜਾ ਬੰਦਾ ਜਿਹੜਾ ਅਡਾਪਸ਼ਨ ਕਿਸੇ ਸਨ ਦੀ ਲੈਂਦਾ ਹੈ। ਠੀਕ ਹੈ। ਡੀਡਸ ਵਿਚ ਸਾਈਡਸ ਦਾ ਫੈਕਟ ਆਫ ਅਡਾਪਸ਼ਨ ਓਨਲੀ। ਜਿਸ ਡਾਕੂਮੈਂਟ ਦੇ ਵਿੱਚ ਸਿਰਫ ਅਡਾਪਸ਼ਨ ਦੀ ਗੱਲ ਕੀਤੀ ਗਈ ਹੈ ਵੀ ਕਿਸੇ ਬੱਚੇ ਨੂੰ ਅਡਾਪਟ ਕੀਤਾ ਗਿਆ ਹੈ, ਉਹ ਜਿਹੜਾ ਡਾਕੂਮੈਂਟ ਹੋਏਗਾ ਪਹਿਲਾਂ ਤਾਂ ਇੱਕ ਕਲਾਸ ਤਾਂ ਉਹ ਬਣ ਗਈ ਜਿੱਥੇ ਸਿਰਫ ਬੱਚੇ ਦੀ ਅਡਾਪਸ਼ਨ ਹੋ ਰਹੀ ਹੈ। ਇੱਕ ਤਰ੍ਹਾਂ ਦਾ ਡਾਕੂਮੈਂਟ ਤਾਂ ਇਹ ਹੋ ਗਿਆ ਅਡਾਪਸ਼ਨ ਦਾ। ਇਹ ਜਿਹੜਾ ਸੈਕਸ਼ਨ 81 ਹੈ ਇਹ ਅਡਾਪਸ਼ਨ ਦੇ ਨਾਲ ਸੰਬੰਧਿਤ ਹੈ। ਅਡਾਪਸ਼ਨ ਕਿਹੜੀ ਤਰ੍ਹਾਂ ਦੀ ਹੁੰਦੀ ਹੈ, ਫਿਰ ਕਿਹੜੀ ਅਡਾਪਸ਼ਨ ਦਾ ਜਿਹੜਾ ਡਾਕੂਮੈਂਟ ਹੈ ਉਹ ਕਿਹੜੀ ਬੁੱਕ 'ਚ ਜਾ ਕੇ ਲੱਗੇਗਾ। 4 ਤਰ੍ਹਾਂ ਦੀ ਅਡਾਪਸ਼ਨ ਦੱਸੀਆਂ ਗਈਆਂ ਨੇ ਇਹਦੇ ਵਿੱਚ। ਨੰਬਰ 1 ਤੇ ਅਡਾਪਸ਼ਨ ਓਨਲੀ, ਸਿਰਫ ਅਡਾਪਸ਼ਨ ਹੋਏਗੀ ਇਕੱਲੀ, ਇਹਦੇ 'ਚ ਪ੍ਰੋਪਰਟੀ ਦਾ ਕੋਈ ਸੰਬੰਧ ਨਹੀਂ ਹੋਏਗਾ। ਦੂਸਰਾ ਹੈਗਾ ਇਹਦੇ ਵਿੱਚ ਡੀਡਸ ਫੈਕਟ ਆਫ ਅਡਾਪਸ਼ਨ ਐਂਡ ਕਨਵੇ ਦਾ ਪ੍ਰੋਪਰਟੀ ਆਫ ਦਾ ਅਡਾਪਟਡ ਫਾਦਰ ਟੂ ਦਾ ਅਡਾਪਟਡ ਸਨ ਡਿਊਰਿੰਗ ਦਾ ਲਾਈਫ ਟਾਈਮ ਆਫ ਦਾ ਫਾਰਮਰ। ਦੂਜਾ ਜਿਹੜਾ ਡਾਕੂਮੈਂਟ ਹੁੰਦਾ ਉਹਦੇ 'ਚ ਅਡਾਪਸ਼ਨ ਵੀ ਹੁੰਦੀ ਹੈ ਤੇ ਨਾਲ ਜਿਹੜੀ ਹੈਗੀ ਹੈ ਉਹਦੀ ਜਿਹੜੀ ਅਡਾਪਟਡ ਫਾਦਰ ਹੁੰਦਾ ਉਹ ਉਸੇ ਡਾਕੂਮੈਂਟ ਦੇ ਵਿੱਚ ਕੁਝ ਜਿਹੜਾ ਪ੍ਰੋਪਰਟੀ ਹੈ ਉਹਦੇ ਬਾਰੇ ਵੀ ਉਸ ਨੂੰ ਬੱਚੇ ਨੂੰ ਦਿੰਦਾ ਹੈਗਾ ਵੀ ਮੇਰੀ ਲਾਈਫ ਟਾਈਮ ਦੇ ਵਿੱਚ ਜਿਹੜਾ ਇਹ ਪ੍ਰੋਪਰਟੀ ਇੰਨੀ ਪ੍ਰੋਪਰਟੀ ਮੈਂ ਨਾਲ ਦੇ ਰਿਹਾ ਤੇ ਨਾਲ ਇਸ ਨੂੰ ਮੈਂ ਅਡਾਪਟ ਵੀ ਕਰ ਰਿਹਾ। ਦੂਜਾ ਡਾਕੂਮੈਂਟ ਇਹ ਹੁੰਦਾ ਹੈਗਾ, ਪਰ ਜਨਰਲੀ ਇਸ ਮੈਂ ਨਹੀਂ ਕਦੇ ਦੇਖਿਆ ਇਦਾਂ ਦਾ। ਥਰਡ ਡਾਕੂਮੈਂਟ ਹੁੰਦਾ ਡੀਡਸ ਆਫ ਦਾ ਅਡਾਪਸ਼ਨ ਐਂਡ ਬਿਲ ਆਫ ਦਾ ਪ੍ਰੋਪਰਟੀ to the adopted son after the adopted father's death। ਅਡਾਪਸ਼ਨ ਦੀ ਡੀਡ ਹੁੰਦੀ ਹੈ ਤੇ ਨਾਲ ਉਹਦੇ ਵਿੱਚ ਕੀ ਹੁੰਦਾ ਹੈ, ਉਹਦੇ ਇਨ ਐਡੀਸ਼ਨ ਰਿਗਾਰਡਿੰਗ ਦਾ ਪ੍ਰੋਪਰਟੀ ਦੀ ਬਿਲ ਕੀਤੀ ਜਾਂਦੀ ਹੈ ਵੀ ਮਰਨ ਤੋਂ ਬਾਅਦ ਜਿਹੜਾ ਫਾਦਰ ਹੈ ਜਿਹਨੇ ਬੱਚੇ ਨੂੰ ਅਡਾਪਟ ਕੀਤਾ ਹੈਗਾ ਉਹਦੀ ਡੈਥ ਤੋਂ ਬਾਅਦ ਜਿਹੜਾ ਇਹ ਲੜਕਾ ਹੈਗਾ ਇਹ ਮੇਰੀ ਪ੍ਰੋਪਰਟੀ ਦਾ ਕਿਹੜੀ ਪ੍ਰੋਪਰਟੀ ਦਾ ਇਹ ਮਾਲਕ ਬਣੇਗਾ। ਤੀਜੀ ਤਰ੍ਹਾਂ ਦਾ ਡਾਕੂਮੈਂਟ ਇਹ ਹੁੰਦਾ ਵੀ ਮਰਨ ਤੋਂ ਬਾਅਦ ਪ੍ਰੋਪਰਟੀ ਦਾ ਮਾਲਕ ਕੌਣ ਬਣੇਗਾ, ਕਿੰਨੀ ਪ੍ਰੋਪਰਟੀ ਦਾ ਮਾਲਕ ਇਹ ਬਣੇਗਾ। ਫਸਟ ਦੇ ਵਿੱਚ ਓਨਲੀ ਅਡਾਪਸ਼ਨ ਆਫ ਦਾ ਸਨ, ਸੈਕੰਡ ਦੇ ਵਿੱਚ ਅਡਾਪਸ਼ਨ ਐਂਡ ਪ੍ਰੋਪਰਟੀ ਡਿਊਰਿੰਗ ਦਾ ਲਾਈਫ ਟਾਈਮ, ਥਰਡ ਦੇ ਵਿੱਚ ਅਡਾਪਸ਼ਨ ਐਂਡ ਪ੍ਰੋਪਰਟੀ ਆਫਟਰ ਦਾ ਡੈਥ। ਫੋਰਥ ਪਾਰਟ ਇੱਕ ਹੋਰ ਹੈਗਾ ਅਡਾਪਸ਼ਨ ਦਾ, ਅਡਾਪਸ਼ਨ ਡੀਡਸ ਐਗਜ਼ੀਕਿਊਟਡ ਬਾਈ ਦਾ ਵਿਡੋਜ਼। ਕੁਝ ਅਡਾਪਸ਼ਨ ਡੀਡਸ ਜਿਹੜੀਆਂ ਹੈਗੀਆਂ ਨੇ ਵਿਡੋ ਵੱਲੋਂ ਕੀਤੀਆਂ ਜਾਂਦੀਆਂ ਨੇ ਅਥਾਰਟੀ ਲੈ ਕੇ,
ਅਥਾਰਟੀ ਟੂ ਅਡਾਪਸ਼ਨ ਕਰਨ ਦੀ ਜਿਹੜੀ ਅਥਾਰਟੀ ਹੈ ਉਹ ਲੈਣ ਉਪਰੰਤ ਕੁਝ ਜਿਹੜੇ ਡਾਕੂਮੈਂਟ ਹੈਗੇ ਨੇ ਅਡਾਪਸ਼ਨ ਦੇ ਜਿਹੜੇ ਹੈਗੇ ਵਿਡੋ ਵੱਲੋਂ ਕੀਤੇ ਜਾਂਦੇ ਨੇ। ਹੁਣ ਇੰਸਟਰੂਮੈਂਟਸ ਫਸਟ ਕਲਾਸ ਦੀ ਗੱਲ ਕਰਦੇ ਆ। ਜਿਹੜੇ ਪਹਿਲੀ ਤਰ੍ਹਾਂ ਦੇ ਜਿਹੜੇ ਡਾਕੂਮੈਂਟ ਹੁੰਦੇ ਨੇ ਸਿਰਫ ਜਿਹੜੇ ਰਿਲੇਟਡ ਹੁੰਦੇ ਨੇ ਓਨਲੀ ਅਡਾਪਸ਼ਨ ਦੇ ਨਾਲ ਰਿਲੇਟਡ ਹੁੰਦੇ ਆ, ਫਾਲ ਅੰਡਰ ਕਲੌਜ਼ ਐਫ ਆਫ ਸੈਕਸ਼ਨ 18। ਰਜਿਸਟ੍ਰੇਸ਼ਨ ਇਜ਼ ਮੈਨੂ ਆਪਸ਼ਨਲ। ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਇਹ ਆਪਸ਼ਨਲ ਹੁੰਦੀ ਹੈ। ਜਿਹੜੀ ਪਹਿਲੀ ਤਰ੍ਹਾਂ ਦੀ ਅਡਾਪਸ਼ਨ ਹੁੰਦੀ ਹੈ ਕੋਈ ਰਜਿਸਟ੍ਰੇਸ਼ਨ ਇਹਦੀ ਕਰਵਾਵੇ ਚਾਹੇ ਨਾ ਕਰਾਵੇ। ਸੈਕਸ਼ਨ 18 ਦੇ ਵਿੱਚ ਹੈਗੀ ਹੈ ਜਿਹੜਾ ਇੰਡੀਅਨ ਰਜਿਸਟ੍ਰੇਸ਼ਨ ਐਕਟ ਅਪਰ ਸੈਕਸ਼ਨ 18 ਹੈਗਾ, ਉਹਦੇ ਵਿੱਚ ਹੈਗਾ ਕਲੌਜ਼ ਐਫ ਹੈ ਜਿਹੜੀ ਇਹਦੀ ਆਪਸ਼ਨਲ ਜਿਹੜੀ ਰਜਿਸਟ੍ਰੇਸ਼ਨ ਹੈਗੀ ਹੈ। ਪਰ ਜੇ ਕੋਈ ਰਜਿਸਟਰਡ ਕਰਵਾਉਂਦਾ ਹੈ ਤਾਂ ਇਹ ਜਿਹੜਾ ਡਾਕੂਮੈਂਟ ਹੈ ਬੁੱਕ ਨੰਬਰ 4 ਦੇ ਵਿੱਚ ਦਰਜ ਕੀਤਾ ਜਾਂਦਾ ਹੈ। ਠੀਕ ਹੈ। ਸੈਕੰਡ ਤਰ੍ਹਾਂ ਦਾ ਡਾਕੂਮੈਂਟ ਜਿਹੜਾ ਹੈਗਾ ਉਹਦੇ ਵਿੱਚ ਹੈਗਾ ਇੰਸਟਰੂਮੈਂਟ, ਯਾਨੀ ਕਿ ਨਾਲ ਨਾਲ ਗਿਫਟ ਹੋ ਗਈ, ਮਤਮੰਨਾਨਾਮਾ ਵੀ ਹੋ ਗਿਆ ਤੇ ਨਾਲ ਨਾਲ ਗਿਫਟ ਪ੍ਰੋਪਰਟੀ ਦੀ ਵੀ ਹੋ ਗਈ। ਸੈਕੰਡ ਤਰ੍ਹਾਂ ਦੇ ਵਿੱਚ ਵੀ ਆ ਡਿਊਰਿੰਗ ਦਾ ਲਾਈਫ ਟਾਈਮ ਉਹਨੂੰ ਕੋਈ ਕਿਸੇ ਪ੍ਰੋਪਰਟੀ ਦਾ ਮਾਲਕ ਵੀ ਬਣਾਤਾ ਤੇ ਨਾਲ ਅਡਾਪਸ਼ਨ ਵੀ ਹੋ ਗਈ। ਇਹ ਵੀ ਜਿਹੜਾ ਡਾਕੂਮੈਂਟ ਦੋ ਤਰ੍ਹਾਂ ਦੇ ਹੁੰਦੇ ਆ, ਆਪਸ਼ਨਲ ਵੀ ਹੁੰਦੇ ਆ, ਚਾਹੇ ਰਜਿਸਟਰ ਕਰਵਾਓ ਚਾਹੇ ਨਾ ਕਰਵਾਓ। ਜੇ ਰਜਿਸਟਰ ਕੀਤਾ ਜਾਂਦਾ ਹੈ ਤਾਂ ਬੁੱਕ ਨੰਬਰ 1 'ਚ ਲੱਗੇਗਾ, ਜੇ ਰਜਿਸਟਰ ਕੋਈ ਵਿਅਕਤੀ ਨਹੀਂ ਕਰਵਾਉਂਦਾ ਤਾਂ ਬੁੱਕ ਨੰਬਰ 4 ਦੇ ਜਾ ਕੇ ਲੱਗੇਗਾ। ਜੇ ਪ੍ਰੋਪਰਟੀ ਇਮੂਵੇਬਲ ਹੈ, ਜੇ ਹੁਣ ਇਸ ਗਿਫਟ ਦੇ ਵਿੱਚ ਇਸ ਅਡਾਪਸ਼ਨ ਡੀਡ ਦੇ ਵਿੱਚ ਜਿਹਦੇ ਵਿੱਚ ਨਾਲ ਨਾਲ ਗਿਫਟ ਵੀ ਕੀਤੀ ਜਾ ਰਹੀ ਹੈ, ਸੈਕੰਡ ਕਲਾਸ ਦੀ ਗੱਲ ਕਰਦੇ ਆ, ਅਡਾਪਸ਼ਨ ਵੀ ਹੋ ਰਹੀ ਹੈ ਨਾਲ ਨਾਲ ਪ੍ਰੋਪਰਟੀ ਗਿਫਟ ਵੀ ਹੋ ਰਹੀ ਹੈ। ਠੀਕ ਹੈ। ਜੇ ਤਾਂ ਇਮੂਵੇਬਲ ਪ੍ਰੋਪਰਟੀ ਹੈ, ਪ੍ਰੋਪਰਟੀ ਕੋਈ ਵੀ ਹੋ ਸਕਦੀ ਹੈ, ਗਹਿਣਾ ਗੱਟਾ ਵੀ ਹੋ ਸਕਦਾ ਹੈਗਾ। ਠੀਕ ਹੈ। ਤੇ ਜਾਂ ਫਿਰ ਕੋਈ ਜ਼ਮੀਨ ਜਾਇਦਾਦ ਵੀ ਹੋ ਸਕਦੀ ਹੈ। ਜੇਕਰ ਪ੍ਰੋਪਰਟੀ ਇਮੂਵੇਬਲ ਪ੍ਰੋਪਰਟੀ ਹੈ, ਯਾਨੀ ਕਿ ਅਚਲ ਜਾਇਦਾਦ ਹੈਗੀ ਹੈ, ਜ਼ਮੀਨ ਵਗੈਰਾ ਹੈਗੀ ਹੈ, ਤਾਂ ਉਹ ਸੈਕਸ਼ਨ 17(1) ਦੇ ਵਿੱਚ ਆ ਜਾਂਦੀ ਹੈ। ਫਿਰ ਉਹ ਜਿਹੜੀ ਹੈਗੀ ਹੈ ਬੁੱਕ ਨੰਬਰ 1 'ਚ ਲੱਗੇਗੀ। ਪਰ ਜੇਕਰ ਪ੍ਰੋਪਰਟੀ ਜਿਹੜੀ ਦਿੱਤੀ ਜਾ ਰਹੀ ਹੈ ਇਸ ਡੀਡ ਦੇ ਵਿੱਚ, ਅਡਾਪਸ਼ਨ ਡੀਡ ਦੇ ਵਿੱਚ ਜੇ ਕੋਈ ਪ੍ਰੋਪਰਟੀ ਇਦਾਂ ਦੀ ਦਿੱਤੀ ਜਾ ਰਹੀ ਹੈ ਜਿਹੜੀ ਮੂਵੇਬਲ ਪ੍ਰੋਪਰਟੀ ਹੋਏਗੀ ਤਾਂ ਜਿਹੜਾ ਡਾਕੂਮੈਂਟ ਹੁੰਦਾ ਉਹ ਆਪਸ਼ਨਲ ਹੁੰਦਾ, ਉਹਨੂੰ ਰਜਿਸਟਰ ਕਰਵਾਓ ਚਾਹੇ ਨਾ ਕਰਵਾਓ, ਇਹ ਮਰਜ਼ੀ ਹੈ। ਇਹ ਸੈਕਸ਼ਨ 18 ਹੈਗਾ ਆਪਣਾ ਇੰਡੀਅਨ ਰਜਿਸਟ੍ਰੇਸ਼ਨ ਐਕਟ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਅਸੀਂ ਰਜਿਸਟਰ ਕਰਵਾਉਣ ਦੇ ਲਈ ਸਾਡੇ ਆਪਸ਼ਨਲ ਹੁੰਦੀ ਹੈ। ਦੇਖੋ ਦੋ ਤਰ੍ਹਾਂ ਦੇ ਸੈਕਸ਼ਨ ਹੈ ਸਾਡੇ ਐਕਟ ਦੇ ਵਿੱਚ, ਇੱਕ ਸੈਕਸ਼ਨ 17 ਹੈਗਾ ਇੰਡੀਅਨ ਰਜਿਸਟ੍ਰੇਸ਼ਨ ਐਕਟ ਦੇ ਵਿੱਚ, ਇੱਕ ਸੈਕਸ਼ਨ 18 ਹੈਗਾ। ਸੈਕਸ਼ਨ 17 ਦੇ ਵਿੱਚ ਉਹ ਸਾਰੇ ਡਾਕੂਮੈਂਟ ਦਰਜ ਕੀਤੇ ਜਾਂਦੇ ਨੇ ਜਿਹੜੇ ਕੰਪਲਸਰੀ ਰਜਿਸਟਰੇਬਲ ਹੁੰਦੇ ਆ, ਜਿਹੜੇ ਡਾਕੂਮੈਂਟਾਂ ਨੂੰ ਰਜਿਸਟਰ ਕਰਾਉਣਾ ਜ਼ਰੂਰੀ ਹੁੰਦਾ ਹੈਗਾ, ਉਹ ਸੈਕਸ਼ਨ 17 ਹੈਗਾ। ਤੁਹਾਨੂੰ ਜੇ ਕੋਈ ਪੇਪਰ 'ਚ ਆ ਜਾਂਦਾ ਹੈ ਸੈਕਸ਼ਨ 18 'ਚ ਉਹ ਡਾਕੂਮੈਂਟ ਹੁੰਦੇ ਨੇ ਜਿਨ੍ਹਾਂ ਨੂੰ ਰਜਿਸਟਰ ਕਰਵਾਓ ਚਾਹੇ ਨਾ ਕਰਵਾਓ, ਇਹ ਡਿਪੈਂਡਸ ਔਨ ਦਾ ਵਿਲ ਆਫ ਦਾ ਪਾਰਟੀਜ਼, ਮਰਜ਼ੀ ਹੈ ਪਾਰਟੀਆਂ ਦੀ, ਕਰਾਓ ਚਾਹੇ ਨਾ ਕਰਵਾਓ। ਹੁਣ ਜਿਹੜਾ ਮੂਵੇਬਲ ਪ੍ਰੋਪਰਟੀ ਦੀ ਗੱਲ ਕਰਦੇ ਆਪਾਂ, ਅਡਾਪਸ਼ਨ ਦੇ ਵਿੱਚ ਨਾਲ ਹੀ ਉਹਨੇ ਕੋਈ ਮੂਵੇਬਲ ਪ੍ਰੋਪਰਟੀ ਦਿੱਤੀ ਹੈਗੀ ਹੈ ਆਪਣੇ ਉਸ ਨੂੰ ਜਿਹਦਾ ਅਡਾਪਟਡ ਸਨ ਹੈਗਾ। ਠੀਕ ਹੈ। ਤਾਂ ਇਹ ਆਪਸ਼ਨਲ ਆ ਜਾਂਦੀ ਹੈ, ਤਾਂ ਇਹ ਜੇ ਆਪਸ਼ਨਲ ਹੈਗੀ ਹੈ ਤਾਂ ਇਹ ਬੁੱਕ ਨੰਬਰ 4 ਦੇ ਵਿੱਚ ਦਰਜ ਕੀਤੀ ਜਾਂਦੀ ਹੈ ਇਹ ਵਾਲੀ ਡਾਕੂਮੈਂਟ। ਅੱਗੇ ਤੀਜੀ ਤਰ੍ਹਾਂ ਦਾ ਡਾਕੂਮੈਂਟ ਸੀਗਾ ਵੀ ਅਡਾਪਸ਼ਨ ਵੀ ਹੋ ਗਈ ਤੇ ਮੌਤ ਤੋਂ ਬਾਅਦ ਜਿਹੜੀ ਬਿੱਲ ਵੀ ਵਿੱਚ ਬਣ ਗਈ। ਅਡਾਪਸ਼ਨ ਵੀ ਹੋ ਗਈ, ਮੌਤ ਤੋਂ ਬਾਅਦ ਬਿੱਲ ਵੀ ਬਣ ਗਈ ਵਿੱਚ ਇਸੇ ਡਾਕੂਮੈਂਟ ਦੇ ਵਿੱਚ ਹੀ। ਤਾਂ ਇਹ ਕੀ ਹੋਏਗਾ, ਇੰਸਟਰੂਮੈਂਟ ਥਰਡ ਕਲਾਸ ਫਾਲ ਅੰਡਰ 2 ਹੈਡਸ। ਇਹਦੇ ਵੀ 2 ਹੈਡ ਹੋਣਗੇ। ਡੀਡਸ ਆਪਰੇਟ ਐਜ਼ ਬਿਲਸ, ਇਸ ਨੂੰ ਜਿਹੜੀ ਡੀਡ ਹੈਗੀ ਹੈ ਇਸ ਨੂੰ ਆਪਾਂ ਐਜ਼ ਏ ਬਿੱਲ ਵੀ ਟ੍ਰੀਟ ਕਰਾਂਗੇ ਨਾਲ ਨਾਲ, ਤਾਂ ਅਡਾਪਸ਼ਨ ਵੀ ਹੋ ਰਹੀ ਹੈ ਤੇ ਨਾਲ ਨਾਲ ਬਿੱਲ ਵੀ ਹੋ ਰਹੀ ਹੈ। ਡੀਡਸ ਇੰਟੈਂਡਡ ਟੂ ਆਪਰੇਟ ਐਜ਼ ਬਿਲਸ, ਜੇ ਡੈਥ ਹੋ ਜਾਂਦੀ ਹੈ ਤਾਂ ਉਹ ਬਿੱਲ ਵੀ ਬਣ ਜਾਂਦੀ ਹੈ। ਅਡਾਪਟਡ ਜਿਹੜਾ ਅਡਾਪਟਿਵ ਫਾਦਰ ਹੈਗਾ ਉਹਦੀ ਡੈਥ ਹੋਣ ਤੋਂ ਬਾਅਦ ਤੇ ਇਹ ਵਾਲੀ ਜਿਹੜੀ ਡਾਕੂਮੈਂਟ ਹੈਗਾ ਅਡਾਪਸ਼ਨ ਦਾ, ਇਹ ਬਿੱਲ ਦਾ ਕੰਮ ਵੀ ਕਰੇਗਾ ਨਾਲ ਨਾਲ। ਠੀਕ ਹੈ। ਅਡਾਪਸ਼ਨ ਦਾ ਕੰਮ ਵੀ ਕਰੇਗਾ ਤੇ ਬਿੱਲ ਦਾ ਕੰਮ ਵੀ ਕਰੇਗਾ। ਤਾਂ ਫਿਰ ਕੀ ਹੋਏਗਾ, ਜੇ ਬਿੱਲ ਹੈ ਤਾਂ ਬੁੱਕ ਨੰਬਰ 3 ਦੇ ਵਿੱਚ ਦਰਜ ਹੁੰਦੀ ਹੈ। Deeds operate as wills, adoption incidentally, deeds of adoption and provisions that adopted son will succeed property after the death. Part A wills, ਜੇ ਬਿੱਲ ਹੋਏਗੀ ਤਾਂ ਬੁੱਕ ਨੰਬਰ 3 ਦੇ ਵਿੱਚ ਦਰਜ ਹੋਏਗੀ। ਠੀਕ ਹੈ। ਪਾਰਟ B treated as deeds of adoption ਬੁੱਕ ਨੰਬਰ 4 ਦੇ ਵਿੱਚ ਦਰਜ ਹੋਏਗੀ। ਅੱਗੇ ਹੈਗਾ ਫੋਰਥ ਕਲਾਸ ਕਿਹੜੀ ਸੀ, ਜਿੱਥੇ ਲੇਡੀ ਹੈਗੀ ਆ ਉਹ ਅਡਾਪਸ਼ਨ ਕਰੇ, ਲੇਡੀ ਹੈ ਜਿਹੜੀ ਅਡਾਪਸ਼ਨ ਕਰੇ। ਇਹਦੇ ਵਿੱਚ ਵੀ 2 ਤਰੀਕੇ ਆ ਗਏ ਆ, ਇੱਕ ਤਾਂ ਹੈਗਾ ਲੇਡੀ ਅਡਾਪਸ਼ਨ ਕਰਦੀ ਹੈ, ਦੂਜਾ ਅਥਾਰਟੀ ਟੂ ਅਡਾਪਟ ਦਾ ਸਨ, ਉਹਦੇ ਪਾਸ ਅਥਾਰਟੀ ਹੈ ਟੂ ਅਡਾਪਟ ਦਾ ਸਨ, ਸਾਨੂੰ ਅਡਾਪਟ ਕਰਨ ਦੀ ਅਥਾਰਟੀ ਹੈ। ਜਿਹੜੀ ਸਾਨੂੰ ਅਡਾਪਟ ਕਰਨ ਦੀ ਜਿਹੜੀ ਅਥਾਰਟੀ ਹੈ ਇਹ ਕਿਸੇ ਬੁੱਕ 'ਚ ਹੋਰ ਲੱਗਦੀ ਹੈ ਤੇ ਅਡਾਪਸ਼ਨ ਜਿਹੜੀ ਹੈਗੀ ਆ ਉਹ ਕਿਸੇ ਬੁੱਕ 'ਚ ਹੋਰ ਲੱਗਦੀ ਹੈ।
Instrument 4th class must be treated adoption registered in book number 4। ਜਿੱਦਾਂ ਅਡਾਪਸ਼ਨ ਹੈ ਤਾਂ ਬੁੱਕ ਨੰਬਰ 4 ਚ ਲੱਗੇਗੀ। ਇਹ ਆਪਸ਼ਨਲ ਹੈਗੀ ਹੈ। ਜਿਹੜੀ ਅਥਾਰਟੀ ਟੂ ਅਡਾਪਟ ਹੈਗੀ ਹੈ ਇੱਕ ਵੱਖਰਾ ਡਾਕੂਮੈਂਟ ਹੁੰਦਾ, ਜਿਵੇਂ ਆਪਣੇ ਕੋਲ ਪਾਵਰ ਅਟਾਰਨੀ ਹੁੰਦੀ ਹੈ, ਠੀਕ ਹੈ। ਅਥਾਰਟੀ ਟੂ ਅਡਾਪਟ ਇਜ਼ ਟੂ ਬੀ ਰਜਿਸਟਰਡ ਇਨ ਬੁੱਕ ਨੰਬਰ 3। ਇਹ ਬੁੱਕ ਨੰਬਰ 3 ਚ ਲੱਗਦੀ ਹੈ। ਨੈਕਸਟ ਪੈਰਾ ਹੈਗਾ 82। ਇਹ ਥੋੜਾ ਨਵਾਂ ਤੁਸੀਂ ਚੈਪਟਰ ਸੈਕਸ਼ਨ ਦੇਖਿਆ, ਇਹ ਪੈਰਾ ਨਵਾਂ ਜਿਹਾ ਲੱਗਿਆ ਹੈਗਾ। ਆਮ ਤੌਰ ਤੇ ਜ਼ਿਆਦਾ ਰੂਟੀਨ ਦੇ ਵਿੱਚ ਨਹੀਂ ਹੁੰਦਾ ਹੈਗਾ। ਆਮ ਤੌਰ ਤੇ ਤਾਂ ਕੀ ਹੁੰਦਾ ਵੀ ਸਾਡੇ ਕੋਲੇ ਸਿਰਫ ਤੋਂ ਸਿਰਫ ਅਡਾਪਸ਼ਨ ਡੀਡਸ ਹੀ ਹੁੰਦੀਆਂ ਨੇ ਇਨ ਪ੍ਰੈਕਟੀਕਲ। ਮੈਂ ਤਾਂ ਆਪਣੀ ਲਾਈਫ ਟਾਈਮ 'ਚ ਕਦੇ ਦੇਖਿਆ ਨਹੀਂ, ਜੋ ਜਿੰਨਾ ਮੈਂ ਕੰਮ ਕੀਤਾ ਹੈਗਾ। ਸਿੰਪਲ ਜਿਹੜੇ ਸਾਡੇ ਕੋਲ ਡਾਕੂਮੈਂਟ ਹੁੰਦੇ ਆ ਉਹ ਅਡਾਪਸ਼ਨ ਡੀਡ ਦੇ ਹੁੰਦੇ ਆ, ਪਰ ਚਲੋ ਨੌਲੇਜ ਹੋਣੀ ਜ਼ਰੂਰੀ ਹੈਗੀ ਹੈ, ਕਈ ਵਾਰੀ ਐਗਜ਼ਾਮ 'ਚ ਆ ਜਾਂਦਾ ਹੈ। ਅੱਗੇ ਹੈਗਾ ਪੈਰਾ 82, ਡਿਸਟਿੰਕਸ਼ਨਸ ਬਿਟਵੀਨ ਦਾ ਲੀਜ਼ ਐਂਡ ਦਾ ਮੌਰਗੇਜ। ਦੇਖੋ ਅਸੀਂ ਕਹਿੰਦੇ ਹਾਂ ਵੀ ਕੋਈ ਪ੍ਰਾਪਰਟੀ ਦੇਤੀ, ਕਿਰਾਏ ਤੇ ਦੇਤੀ, ਉਹਨੂੰ ਅਸੀਂ ਲੀਜ਼ ਵੀ ਕਹਿ ਦਿੰਦੇ ਹਾਂ। ਕੁਝ ਪ੍ਰਾਪਰਟੀ ਅਸੀਂ ਪੈਸੇ ਲੈ ਕੇ ਕਿਸੇ ਨੂੰ ਦੇਤੀ, ਉਹਨੂੰ ਅਸੀਂ ਮੌਰਗੇਜ ਵੀ ਕਹਿੰਦੇ ਹਾਂ। ਦੋਹਾਂ 'ਚ ਡਿਸਟਿੰਕਸ਼ਨ ਕੀ ਹੈ, ਫਰਕ ਕੀ ਹੈ ਦੋਹਾਂ ਦੇ ਵਿੱਚ? ਦੱਸੋ ਜੀ ਕੋਈ ਕਾਨੂੰਨ ਸਾਹਿਬਾਨ, ਕੀ ਡਿਫਰੈਂਸ ਆਪਾਂ ਕਹਾਂਗੇ ਲੀਜ਼ ਦੇ ਵਿੱਚ ਤੇ ਮੌਰਗੇਜ ਦੇ ਵਿੱਚ? ਮੌਰਗੇਜ ਚ ਤਾਂ ਸਰ ਆਪਾਂ ਕਬਜ਼ਾ ਨਹੀਂ ਦੇਵਾਂਗੇ। ਮੌਰਗੇਜ ਪ੍ਰਾਪਰਟੀ ਜਿਵੇਂ ਕਿਸੇ ਬੈਂਕ ਕੋਲ ਹੋਊਗੀ ਜੀ, ਤੇ ਲੀਜ਼ ਦੇ ਵਿੱਚ ਸ਼ਾਇਦ ਕਬਜ਼ਾ ਤਬਦੀਲ ਹੁੰਦਾ ਹੈ ਜੀ। ਜੇ ਮੌਰਗੇਜ ਵਿਦ ਪੋਜੈਸ਼ਨ ਹੋਵੇ ਤਾਂ ਉਹ ਫਿਰ ਉਹ ਤਾਂ ਰਹਿਣ ਦਾ ਕਬਜ਼ਾ ਹੋਊਗੀ ਜੀ, ਉਹ ਤਾਂ ਫਿਰ ਵਿਦ ਪੋਜੈਸ਼ਨ ਹੋਊਗੀ ਜੀ। ਦੋਹਾਂ 'ਚ ਡਿਫਰੈਂਸ ਕੀ ਆ ਗਿਆ? ਲੀਜ਼ ਦੇ ਵਿੱਚ ਤੇ ਮੌਰਗੇਜ ਵਿੱਚ ਕੀ ਡਿਫਰੈਂਸ ਹੈ ਦੋਹਾਂ 'ਚ? ਦੇਖੋ ਚਲੋ ਮੈਂ ਦੱਸਦਾ। ਜਿਹੜੀ ਮੌਰਗੇਜ ਹੈਗੀ ਹੈ ਇਹ ਆਪਾਂ ਜਿਹੜੀ ਸਾਡੀ ਕੋਲ ਕੋਈ ਪੇਮੈਂਟ ਦਿੱਤੀ ਹੈ ਕਿਸੇ ਵਿਅਕਤੀ ਨੂੰ, ਪੇਮੈਂਟ ਨੂੰ ਸਿਕਿਉਰ ਕਰਨ ਦੀ ਖਾਤਰ ਅਸੀਂ ਮੌਰਗੇਜ ਕਰਦੇ ਹਾਂ। ਐਡਵਾਂਸ ਪੇਮੈਂਟ ਦੇਤੀ, ਉਹਨੂੰ ਰੀਪੇਮੈਂਟ ਸਾਡੇ ਕੋਲੇ ਵਾਪਸ ਆ ਜਾਵੇ, ਇਸ ਕਰਕੇ ਅਸੀਂ ਕਿਸੇ ਦੀ ਪ੍ਰਾਪਰਟੀ ਨੂੰ ਮੌਰਗੇਜ ਕਰ ਲੈਂਦੇ ਹਾਂ। ਬੈਂਕ ਵੀ ਇੱਦਾਂ ਹੀ ਕਰਦਾ ਹੈ ਜਾਂ ਪ੍ਰਾਈਵੇਟ ਪਰਸਨ ਵੀ ਇੱਦਾਂ ਹੀ ਕਰ ਸਕਦਾ ਹੈਗਾ, ਠੀਕ ਹੈ। ਆਪਦੀ ਪੇਮੈਂਟ ਨੂੰ ਸਿਕਿਉਰ ਕਰਨ ਦੀ ਖਾਤਰ ਵੀ ਰੀਪੇਮੈਂਟ ਹੋ ਜਾਵੇ ਤਾਂ ਅਸੀਂ ਮੌਰਗੇਜ ਕਰਦੇ ਹਾਂ। ਪਰ ਜਿਹੜੀ ਲੀਜ਼ ਹੈਗੀ ਹੈ, ਲੀਜ਼ ਇੱਕ ਡਿਫਰੈਂਟ ਚੀਜ਼ ਹੈਗਾ। ਲੀਜ਼ ਦੇ ਵਿੱਚ ਪੈਸੇ ਦਾ ਲੈਣ ਦੇਣ ਪਹਿਲੇ ਲੈਵਲ ਤੇ ਕੁਝ ਨਹੀਂ ਹੁੰਦਾ, ਕੋਈ ਸਿਕਿਉਰਿਟੀ ਨਹੀਂ ਹੁੰਦੀ। ਲੀਜ਼ ਦਿੱਤੀ ਜਾਂਦੀ ਹੈ, ਐਨੂਅਲੀ ਜਿਹੜਾ ਹੈਗਾ ਮੰਥਲੀ ਜਾਂ ਐਨੂਅਲੀ ਰੈਂਟ ਲਿਆ ਜਾਂਦਾ ਹੈ ਲੈਸੀ ਤੋਂ। ਲੈਸਰ ਲੀਜ਼ ਹੁੰਦਾ ਆਪਣੀ ਪ੍ਰਾਪਰਟੀ ਦੀ, ਜਿਹੜਾ ਲੈਸੀ ਹੁੰਦਾ ਹੈ ਲੈਸਰ ਪ੍ਰਾਪਰਟੀ ਦੇਣ ਵਾਲਾ, ਲੈਸੀ ਪ੍ਰਾਪਰਟੀ ਲੈਣ ਵਾਲਾ, ਉਹ ਕੀ ਹੈਗਾ ਇੱਕ ਐਨੂਅਲ ਰੇਟ ਆਫ ਰੈਂਟ ਜੋ ਵੀ ਪਾਰਟੀ ਤੈਅ ਹੁੰਦਾ ਹੈਗਾ, ਚਾਹੇ ਮੰਥਲੀ ਬੇਸਿਸ ਤੇ ਹੋਵੇ ਚਾਹੇ ਐਨੂਅਲ ਬੇਸਿਸ ਤੇ ਹੋਵੇ, ਉਹਦੇ ਵੱਲੋਂ ਐਡਵਾਂਸ ਪੇਮੈਂਟ ਕੋਈ ਨਹੀਂ ਦਿੱਤੀ ਜਾਂਦੀ। ਲੈਸੀ ਵੱਲੋਂ ਲੈਸਰ ਨੂੰ ਐਡਵਾਂਸ ਪੇਮੈਂਟ ਕੋਈ ਨਹੀਂ ਦਿੱਤੀ ਜਾਂਦੀ, ਉਹ ਤਾਂ ਸਿਰਫ ਜਿਹੜੀ ਹੈਗੀ ਹੈ ਕਿਰਾਏ ਤੇ ਪ੍ਰਾਪਰਟੀ ਦਿੱਤੀ ਜਾਂਦੀ ਹੈ ਆਪਦੀ ਸਾਲ ਜਾਂ ਮੰਥਲੀ ਜਿਹੜੀ ਹੈਗਾ ਰੈਂਟ ਜਾਂ ਛਮਾਹੀ ਜਿਹੜਾ ਰੈਂਟ ਹੈਗਾ ਉਹ ਕਿਰਾਇਆ ਲਿਆ ਜਾਂਦਾ ਹੈਗਾ। ਇਹਦੇ 'ਚ ਸਿਕਿਉਰਿਟੀ ਨਹੀਂ ਹੁੰਦੀ, ਯਾਨੀ ਕਿ ਆਪਦੀ ਕਿਸੇ ਅਮਾਊਂਟ ਦੀ ਸਿਕਿਉਰਿਟੀ ਨਹੀਂ ਹੁੰਦੀ ਲੀਜ਼ ਦੇ ਵਿੱਚ। ਨੈਕਸਟ ਇਹੀ ਡਿਫਰੈਂਸ ਸੀ ਦੋਹਾਂ ਦੇ ਵਿੱਚ। ਅੱਗੇ ਇੰਡੈਕਸਸ ਦੀ ਗੱਲ ਕਰਦੇ ਹਾਂ ਆਪਾਂ। ਪੈਰਾ 83 ਤੋਂ ਹੈਗਾ ਇੰਡੈਕਸਸ। ਦੇਖੋ ਅਸੀਂ ਬੁੱਕਸ ਬਣਾਉਂਦੇ ਹਾਂ, ਸਾਡੇ ਕੋਲ ਬੁੱਕ 1, ਬੁੱਕ 2, ਬੁੱਕ 3, ਬੁੱਕ 4, 5, 6 ਲੱਗਦੀਆਂ ਹੈਗੀਆਂ ਨੇ, ਠੀਕ ਹੈ। ਇਹਨਾਂ ਬੁੱਕਸ ਜਿੰਨੀਆਂ ਵੀ ਸਾਡੀਆਂ ਬੁੱਕਸ ਹੁੰਦੀਆਂ ਨੇ, ਕਿਸੇ ਵਿਅਕਤੀ ਨੇ ਕੋਈ ਡਾਕੂਮੈਂਟ ਚਾਹੀਦਾ, ਕਿਸੇ ਨੂੰ ਕੋਈ ਰਜਿਸਟਰੀ ਚਾਹੀਦੀ ਹੈ, ਅੱਜ ਕੋਈ 20 ਸਾਲ ਪੁਰਾਣੀ, 30 ਸਾਲ ਪੁਰਾਣੀ, 40 ਸਾਲ ਪੁਰਾਣੀ ਕੋਈ ਰਜਿਸਟਰੀ ਉਹਦੀ ਗੁੰਮ ਗਈ, ਉਹਨੇ ਕੋਈ ਰਜਿਸਟਰੀ ਲੈਣੀ ਹੈ ਆਪਦੀ ਆਫਿਸ ਕਾਪੀ ਦਾ ਮਤਲਬ ਕਿ ਅਟੈਸਟਡ ਕਾਪੀ ਲੈਣੀ ਹੈ। ਇਹਦੇ ਲਈ ਸਾਨੂੰ ਕੀ ਹੁੰਦਾ, ਜਿਹੜੇ ਸਾਡੇ ਇੰਡੈਕਸਸ ਨੇ, ਇੰਡੈਕਸਸ ਉਹਦੀ ਹੈਲਪ ਕਰਦੇ ਆ। ਹੁਣ ਬੁੱਕਸ ਤੋਂ ਲੈ ਕੇ ਬੁੱਕਸ ਤਾਂ ਪਤਾ ਨਹੀਂ ਬੰਡਲਸ ਕਿੰਨੇ ਬਲਕ ਕੁਆਂਟੀਟੀ ਦੇ ਵਿੱਚ ਬੰਡਲਸ ਹੁੰਦੇ ਆ, ਪਰ ਜਿਹੜੇ ਇੰਡੈਕਸ ਮੂਹਰੇ ਲੱਗਦੇ ਹੈਗੇ ਬੁੱਕਸ ਦੇ ਅੱਗੇ, ਉਹ ਇੰਡੈਕਸਸ ਦੀ ਜਿਹੜੀ ਹੈਲਪ ਹੁੰਦੀ, ਉੱਥੇ ਅਲਫਾਬੈਟਿਕਲੀ ਜਿਹੜੇ ਨਾਮ ਦਰਜ ਕੀਤੇ ਜਾਂਦੇ ਨੇ ਵਿਅਕਤੀਆਂ ਦੇ, ਐਗਜ਼ੀਕਿਊਟ ਕਰਨ ਵਾਲੇ ਦੇ ਜਾਂ ਐਗਜ਼ੀਕਿਊਟ ਜਿਹਦੇ ਹੱਕ ਦੇ ਵਿੱਚ ਕੋਈ ਡਾਕੂਮੈਂਟ ਰਜਿਸਟਰਡ ਹੁੰਦਾ ਉਹਦਾ ਨਾਮ ਵਗੈਰਾ, ਪਿੰਡ ਦਾ ਨਾਮ ਵਗੈਰਾ ਦੱਸਿਆ ਜਾਂਦਾ, ਨਾਲ ਸਾਲ ਗਏ ਹੋਇਆ ਹੁੰਦਾ ਹੈਗਾ। ਇੰਡੈਕਸਸ ਜਿਹੜੇ ਹੁੰਦੇ ਨੇ, ਇੰਡੈਕਸਾਂ ਤੋਂ ਹੀ ਕੋਈ ਵਿਅਕਤੀ ਆਪਣੇ ਕਿਸੇ ਡਾਕੂਮੈਂਟ ਦੀ ਭਾਲ ਕਰ ਸਕਦਾ ਹੈ। ਜੇ ਕਿਸੇ ਨੂੰ ਕੋਈ ਵਿਅਕਤੀ ਨੂੰ ਕਿਸੇ ਡਾਕੂਮੈਂਟ ਦੇ ਸੰਬੰਧ ਵਿੱਚ ਪਤਾ ਨਾ ਹੋਵੇ, ਕੋਈ ਡੇਟ ਨਾ ਯਾਦ ਹੋਵੇ, ਕੋਈ ਸਾਲ ਨਾ ਯਾਦ ਹੋਵੇ, ਠੀਕ ਹੈ, ਤਾਂ ਇੰਡੈਕਸਸ ਦੇ ਸੰਬੰਧ ਵਿੱਚ ਦੱਸਿਆ ਵੀ ਇੰਡੈਕਸਸ ਕੀ ਹੁੰਦੇ ਨੇ, ਕਿਵੇਂ ਲੱਗਦੇ ਨੇ, ਉਹਦੇ ਬਾਰੇ ਆਪਾਂ ਪੜਾਂਗੇ। ਪੈਰਾ 83 ਇੰਡੈਕਸਸ ਟੂ ਬੀ ਪ੍ਰੀਪੇਅਰਡ ਔਨ ਦਾ ਪ੍ਰਿੰਟਡ ਫਾਰਮਸ। ਇਹਨਾਂ ਦੇ ਇੰਡੈਕਸ ਜਿਹੜੇ ਬਣੇ ਹੁੰਦੇ ਆ ਪ੍ਰਿੰਟਡ ਫਾਰਮਾਂ 'ਚ ਲੱਗੇ ਹੋਏ ਹੁੰਦੇ ਆ, ਬਣੇ ਹੋਏ ਹੁੰਦੇ ਆ, ਸਾਨੂੰ ਸਪਲਾਈ ਹੁੰਦੇ ਆ ਰਜਿਸਟਰਾਰ ਤੋਂ, ਤੇ AGR ਤੋਂ ਇਹ ਪ੍ਰਿੰਟ ਮਤਲਬ ਕਿ ਪਰਫਾਰਮਾ ਤੈਅ ਹੁੰਦਾ ਹੈਗਾ। The current indexes required by the sections 54-55 Act to be kept in every registration office। ਹਰ ਰਜਿਸਟ੍ਰੇਸ਼ਨ ਆਫਿਸ ਦੇ ਵਿੱਚ ਜਿਹੜੇ ਇਹ ਇੰਡੈਕਸ ਲੱਗਦੇ ਨੇ, ਕਿੱਥੇ ਲੱਗਦੇ ਨੇ? Forms shall be ordinarily be in the vernacular
but in special cases English forms may be supplied. ਜਿਹੜੇ ਇਹ ਫਾਰਮ ਨੇ ਇੰਡੈਕਸਸ ਦੇ ਇਹ ਸਾਡੀ ਲੋਕਲ ਲੈਂਗੁਏਜ ਚ ਆਤੇ ਹੈ, ਠੀਕ ਹੈ, ਪਰ ਲੋਕਲ ਲੈਂਗੁਏਜ ਦੇ ਨਾਲ ਇੰਗਲਿਸ਼ ਫਾਰਮ ਵੀ ਹੁੰਦੇ ਆ। ਫॉर द पर्पस दिस पैराग्राफ द ऑफिस ऑफ सब रजिस्ट्रार जॉइंट सब रजिस्ट्रार ਦੇ ਆਫਿਸ ਦੇ ਵਿੱਚ ਵੀ ਤੇ ਜੁਆਇੰਟ ਸਬ ਰਜਿਸਟਰਾਰ ਦੇ ਆਫਿਸ ਲੋਕੇਟਡ ਇਨ ਦਾ ਸੇਮ ਬਿਲਡਿੰਗ। ਜੇ ਇੱਕੋ ਬਿਲਡਿੰਗ ਦੇ ਵਿੱਚ ਦਫ਼ਤਰ ਸਾਡਾ ਹੈਗਾ, ਜਿਵੇਂ ਜਨਰਲੀ ਸਾਡੇ ਪੰਜਾਬ ਦੇ ਵਿੱਚ ਚੱਲਦਾ ਹੈਗਾ, ਠੀਕ ਹੈ, ਇੱਕੋ ਹੀ ਇੰਡੈਕਸ ਬਣਦਾ ਇੱਕ ਬੁੱਕ ਦਾ ਤੇ ਇੱਕੋ ਹੀ ਜਿਹੜਾ ਰਜਿਸਟਰੀ ਕਲਰਕ ਹੈਗਾ ਵਿਦ ਦਾ ਸੇਮ ਰੋਲ ਸ਼ੁੱਡ ਬੀ ਡੀਮਡ ਟੂ ਬੀ ਦਾ ਵਨ ਆਫਿਸ। ਇੱਕੋ ਹੀ ਰਜਿਸਟਰੀ ਕਲਰਕ ਹੁੰਦੇ ਨੇ, ਇੱਕ ਜਾਂ ਦੋ ਇੱਕੋ ਆਫਿਸ ਦੇ ਵਿੱਚ ਸਾਰਾ ਰਿਕਾਰਡ ਨੂੰ ਮੇਨਟੇਨ ਕਰਦੇ ਨੇ, ਜਿਵੇਂ ਕਿ ਦੋ ਸੈਪਰੇਟ ਬੁੱਕਸ ਨਹੀਂ ਲੱਗਦੀਆਂ, ਇੱਕੋ ਹੀ ਬੁੱਕ ਲੱਗਦੀ ਹੈ, ਚਾਹੇ ਬੁੱਕ ਨੰਬਰ 1 ਹੋਵੇ, ਚਾਹੇ 2 ਹੋਵੇ, ਚਾਹੇ 3 ਹੋਵੇ, 4 5, ਠੀਕ ਹੈ। ਮਤਲਬ ਕਿ ਪੈਰਲਲ ਅਲੱਗ-ਅਲੱਗ ਬੁੱਕਸ ਨਹੀਂ ਚੱਲਦੀਆਂ ਵੀ ਸਬ ਰਜਿਸਟਰਾਰ ਦੇ ਲਈ ਵੱਖਰੀ ਚੱਲਦੀ ਹੋਵੇ, ਜੁਆਇੰਟ ਸਬ ਰਜਿਸਟਰਾਰ ਲਈ ਵੱਖਰੀ ਚੱਲਦੀ ਹੋਵੇ, ਨਹੀਂ, ਇੱਕੋ ਬੁੱਕ ਚੱਲਦੀ। ਜਦੋਂ ਜਿਹਦੀ ਬਾਰੀ ਹੁੰਦੀ ਹੈ ਉਹੀ ਜਿਹੜਾ ਡਾਕੂਮੈਂਟ ਰਜਿਸਟਰ ਕਰਦਾ ਹੈ ਉਹੀ ਕੰਸਰਨ ਬੁੱਕ ਦੇ ਵਿੱਚ ਦਰਜ ਕੀਤੇ ਜਾਂਦੇ ਆ। ਹੁਣ ਇੰਡੈਕਸ ਨੰਬਰ 1 ਦੀ ਗੱਲ ਕਰਦੇ ਆ। ਇੰਡੈਕਸ ਨੰਬਰ 1 ਕਾਹਦੇ ਨਾਲ ਰਿਲੇਟਡ ਹੈ? ਬੁੱਕ ਨੰਬਰ ਜਿਹੜੀ 1 ਹੁੰਦੀ ਹੈ ਜਿਹਦੇ ਵਿੱਚ ਸਾਡੇ ਜਿੰਨੀਆਂ ਅਸੀਂ ਰਜਿਸਟਰੀਆਂ ਕਰਦੇ ਹਾਂ, ਠੀਕ ਹੈ, ਜਿਹਨਾਂ ਬੁੱਕ ਨੰਬਰ 1 ਚ ਦਰਜ ਕਰਦੇ ਹਾਂ ਉਹਦਾ ਇੱਕ ਸੈਪਰੇਟ ਤੌਰ ਤੇ ਇੰਡੈਕਸ ਬਣਦਾ ਹੈ। ਬੁੱਕ ਨੰਬਰ 1 ਦੇ ਵਿੱਚ ਕਿੰਨੀਆਂ ਵੀ ਸਾਡੇ ਡਾਕੂਮੈਂਟ ਜਿਹੜੇ ਦਰਜ ਕਰਕੇ ਅਸੀਂ ਪੇਸਟ ਕਰਦੇ ਹਾਂ ਉਹਨਾਂ ਦਾ ਇੱਕ ਸੈਪਰੇਟ ਇੰਡੈਕਸ ਬਣਦਾ ਹੈ ਤਾਂ ਕਿ ਬੁੱਕ ਫੁੱਲ ਦੀ ਲੋੜ ਨਾ ਪਵੇ। ਸੈਕਸ਼ਨ 55 ਚ ਦਰਸਾਇਆ ਗਿਆ ਹੈਗਾ ਇੰਡੈਕਸ ਨੰਬਰ 1 ਬੁੱਕ ਨੰਬਰ 1 ਦੇ ਨਾਲ ਸੰਬੰਧਿਤ ਹੁੰਦਾ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਇਸ ਇੰਡੈਕਸ ਦੇ ਵਿੱਚ ਕੀ ਦਰਜ ਕੀਤਾ ਜਾਂਦਾ ਹੈ? ਨੇਮ ਆਫ ਦਾ ਪਰਸਨ, ਜਿਸ ਬੰਦੇ ਨੇ ਡਾਕੂਮੈਂਟ ਰਜਿਸਟਰ ਕਰਵਾਇਆ, ਠੀਕ ਹੈ, ਫਾਦਰ ਨੇਮ, ਉਹਦਾ ਪਤਾ, ਐਡਰੈਸ ਵਗੈਰਾ, ਪ੍ਰੋਫੈਸ਼ਨ, ਟ੍ਰੇਡ, ਕਾਸਟ ਵਗੈਰਾ ਦਰਜ ਕੀਤੀ ਜਾਂਦੀ। ਫਿਰ ਨਾਲ ਹੀ ਪਰਚੇਜ਼ਰ ਦਾ ਨਾਮ ਆ ਜਾਂਦਾ ਹੈ, ਪਰਚੇਜ਼ਰ ਹੋਵੇ ਜਾਂ ਮੌਰਗੇਜੀ ਹੋਵੇ ਜਿਹਦੇ ਹੱਕ ਵਿੱਚ ਡਾਕੂਮੈਂਟ ਰਜਿਸਟਰ ਹੋਇਆ ਹੁੰਦਾ ਹੈ, ਠੀਕ ਹੈ। ਨੰਬਰ ਆਫ ਵੋਲਿਊਮ ਇਨ ਵਿਚ ਡਾਕੂਮੈਂਟ ਇਜ਼ ਰਜਿਸਟਰਡ, ਜਿਹੜਾ ਸਾਡਾ ਵੋਲਿਊਮ ਲੱਗਿਆ ਹੋਇਆ ਹੁੰਦਾ ਹੈ, ਸਾਡੀ ਜਿਹੜੀ ਬੁੱਕ ਲੱਗੀ ਹੋਈ ਹੁੰਦੀ ਹੈ, ਉਸ ਬੁੱਕ ਦਾ ਜਿਹੜਾ ਨੰਬਰ ਹੈ ਉਹ ਇਸ ਜਿਹੜਾ ਸਾਡਾ ਇਹ ਲਗਾਵਾਂਗੇ ਅਸੀਂ ਇੰਡੈਕਸ ਦੇ ਉੱਪਰ ਲਿਖਿਆ ਜਾਏਗਾ ਵੀ ਇਹ ਵਾਲਾ ਜਿਹੜਾ ਡਾਕੂਮੈਂਟ ਹੈ ਕਿਹੜੇ ਵੋਲਿਊਮ ਦਾ ਪਾਰਟ ਹੈ। ਬੁੱਕ ਨੰਬਰ 1 ਦੇ ਵਿੱਚ ਹੈ, ਬੁੱਕ ਨੰਬਰ 1 ਤਾਂ ਹੈਗੀ ਹੈ, ਉਹਦੇ ਵੀ ਵੋਲਿਊਮ ਜ਼ਿਆਦਾ ਹੋ ਸਕਦੇ ਨੇ, A1 A2 A3 ਮਤਲਬ ਕਿ 1 ਨੰਬਰ ਬੁੱਕ ਦੇ ਵੋਲਿਊਮ ਜ਼ਿਆਦਾ ਹੋ ਸਕਦੇ ਨੇ, 4 5 6 ਬੁੱਕਸ ਵੀ ਲੱਗ ਸਕਦੀਆਂ ਨੇ ਇੱਕ ਨੰਬਰ ਨੂੰ, ਠੀਕ ਹੈ। ਕਿਹੜੇ ਵੋਲਿਊਮ ਦੇ ਵਿੱਚ ਜਿਹੜਾ ਹੈਗਾ ਇਹ ਸਾਡਾ ਡਾਕੂਮੈਂਟ ਦਰਜ ਕੀਤਾ ਗਿਆ, ਇਹ ਜਿਹੜਾ ਸਾਡਾ ਇੰਡੈਕਸ ਬਣੇਗਾ ਉੱਥੇ ਵੋਲਿਊਮ ਦਾ ਨੰਬਰ ਲਿਖਿਆ ਜਾਏਗਾ ਤੇ ਨਾਲ ਹੀ ਪੇਜ ਨੰਬਰ ਲਿਖਿਆ ਜਾਏਗਾ ਉਸ ਵੋਲਿਊਮ ਦਾ, ਕਿਹੜੇ ਪੇਜ ਦੇ ਉੱਪਰ ਜਿਹੜਾ ਹੈਗਾ ਡਾਕੂਮੈਂਟ ਪਿਆ ਹੈਗਾ, ਤਾਂ ਕਿ ਇੰਡੈਕਸ ਦੇਖ ਕੇ ਹੀ ਉਹ ਕੰਸਰਨ ਵਿਅਕਤੀ ਵੀ ਵੋਲਿਊਮ ਨੰਬਰ 3 ਦੇ ਵਿੱਚ ਹੈ 3 ਨੰਬਰ ਵੋਲਿਊਮ ਨਿਕਾਲੇਗਾ ਤੇ ਕਿਹੜੇ ਪੇਜ ਦੇ ਵਿੱਚ ਹੈ ਉਹ ਪੇਜ ਨੰਬਰ ਨਿਕਾਲੇਗਾ ਤੇ ਆਪਦੀ ਜਿਹੜਾ ਡਾਕੂਮੈਂਟ ਦੇਖਣਾ ਚਾਹੁੰਦਾ ਹੈ ਉਹ ਦੇਖ ਸਕਦਾ ਹੈ, ਉਹਦੀ ਕਾਪੀ ਵੀ ਉਹ ਲੈ ਸਕਦਾ ਹੈ। References, initial letters, other indexes, entries relating to the same transaction। ਇਸ ਡਾਕੂਮੈਂਟ ਨਾਲ ਸੰਬੰਧਿਤ ਕੋਈ ਹੋਰ ਵੀ ਐਂਟਰੀਜ਼ ਹੈਗੀ ਆ ਤਾਂ ਉਹ ਵੀ ਇੱਥੇ ਇਹਦੇ ਨਾਲ ਰੈਫਰੈਂਸ ਦਿੱਤਾ ਜਾਏਗਾ ਉਹਦਾ। ਜਿਹੜਾ ਇਹ ਇੰਡੈਕਸ ਹੋਏਗਾ this index shall contain the names and additions not only of the parties concerned in the document copied in book number 1 but also those concerned in the copies memoranda of the documents received from the other। ਇਹਦੇ ਵਿੱਚ ਕਹਿੰਦੇ ਉਹ ਵੀ ਦਰਜ ਕੀਤਾ ਜਾਂਦਾ ਜੇ ਕੋਈ ਡਾਕੂਮੈਂਟ ਕਿਤੋਂ ਹੋਰ ਰਜਿਸਟਰ ਹੋ ਕੇ ਆਇਆ ਸਾਡੇ ਕੋਲੋਂ, ਕਿਸੇ ਹੋਰ ਤਹਿਸੀਲ ਚੋਂ ਰਜਿਸਟਰ ਹੋ ਕੇ ਕੋਈ ਡਾਕੂਮੈਂਟ ਹੈ ਉਹਦੇ ਸਾਡੇ ਕੋਲ ਪਰਚਾ ਯਾਦਾਸ਼ਤ ਆ ਗਿਆ, ਠੀਕ ਹੈ, ਉਹ ਵੀ ਜਿਹੜਾ ਹੈਗਾ ਇਸ ਇੰਡੈਕਸ ਦੇ ਵਿੱਚ ਲੱਗ ਜਾਂਦਾ ਕਾਪੀ ਉਹਦੀ ਆ ਕੇ। ਰਜਿਸਟ੍ਰੇਸ਼ਨ ਆਫਿਸ, ਕਿਸੇ ਹੋਰ ਤਹਿਸੀਲ ਦੇ ਵਿੱਚੋਂ ਕੋਈ ਡਾਕੂਮੈਂਟ ਆ ਗਿਆ ਸਾਡੇ ਕੋਲੇ, ਯਾਨੀ ਕਿ ਕੰਸਰਨਡ ਵਿਦ ਬੁੱਕ ਨੰਬਰ 1 ਦੇ ਨਾਲ ਕੰਸਰਨ ਜੋ ਵੀ ਡਾਕੂਮੈਂਟ ਹੁੰਦੇ ਆ, ਠੀਕ ਹੈ, ਉਹਦਾ ਹਵਾਲਾ ਇਸ ਇੰਡੈਕਸ ਨੰਬਰ 1 ਦੇ ਵਿੱਚ ਆ ਜਾਂਦਾ ਹੈ। ਅੱਗੇ ਆ ਗਿਆ ਇੰਡੈਕਸ ਨੰਬਰ 2। ਇੰਡੈਕਸ ਨੰਬਰ 2 ਕੀ ਹੁੰਦਾ ਹੈ? ਇੰਡੈਕਸ ਨੰਬਰ 2 ਇਹ ਜਿਹੜਾ ਬੁੱਕ ਨੰਬਰ 1 ਹੁੰਦੀ ਹੈ ਇਹਦੇ ਦੋ ਪਾਰਟ ਹੁੰਦੇ ਆ। ਬੁੱਕ ਨੰਬਰ 1 ਦੇ ਵਿੱਚ ਸਾਰੇ ਜਿਹੜੇ ਮੇਨ ਤਾਂ ਰਜਿਸਟਰੀਆਂ ਦਰਜ ਕੀਤੀਆਂ ਜਾਂਦੀਆਂ ਨੇ, ਜਿਹੜਾ ਇਹਦਾ ਸੈਕੰਡ ਪਾਰਟ ਹੁੰਦਾ ਹੈ ਬੁੱਕ ਨੰਬਰ 1 ਦਾ, ਉਹਦੇ ਵਿੱਚ ਕੀ ਹੁੰਦਾ, ਜਿੰਨੇ ਵੀ ਇਹਦੇ ਉਸ ਰਜਿਸਟਰੀ ਨਾਲ ਸੰਬੰਧਿਤ ਨਕਸ਼ੇ ਵਗੈਰਾ ਹੁੰਦੇ ਨੇ ਜਾਂ ਹੋਰ ਡਾਕੂਮੈਂਟ ਕੋਈ ਹੁੰਦੇ ਨੇ, ਠੀਕ ਹੈ, ਉਹ ਉਹਦੀ ਜਿਹੜੀ ਕੰਪਲੀਮੈਂਟ ਸੈਪਰੇਟ ਬੁੱਕ ਲੱਗੀ ਹੁੰਦੀ ਹੈ ਇੱਕ, ਉਹਦੇ ਵਿੱਚ ਦਰਜ ਕੀਤੇ ਜਾਂਦੇ ਆ। ਉਹ ਜਿਹੜੀ ਸੈਪਰੇਟ ਬੁੱਕ ਲਗਾਈ ਜਾਂਦੀ ਹੈ ਨਕਸ਼ੇ ਵਗੈਰਾ ਦੇ ਲਈ, ਪ੍ਰੋਪਰਟੀ ਦੇ ਨਕਸ਼ੇ, ਪ੍ਰੋਪਰਟੀ ਆਇਡੈਂਟੀਫਿਕੇਸ਼ਨ ਸੰਬੰਧੀ ਸੈਕੰਡ ਬੁੱਕ ਹੁੰਦੀ ਹੈ। ਬੁੱਕ ਨੰਬਰ 1 ਹੀ ਕਹਾਉਂਦੀ ਹੈ ਵੈਸੇ ਉਹ, ਪਰ ਉਹਦੀ ਸਪਲੀਮੈਂਟਰੀ ਬੁੱਕ ਲਗਾਈ ਜਾਂਦੀ ਹੈ। ਉਹਦੇ ਵਿੱਚ ਜਿੰਨੇ ਵੀ ਨਕਸ਼ੇ ਵਗੈਰਾ ਹੁੰਦੇ ਆ ਉਸ ਰਜਿਸਟਰੀ ਨਾਲ ਸੰਬੰਧਿਤ ਉਹ ਬੁੱਕ ਨੰਬਰ 1 ਦਰਜ ਨਹੀਂ ਕੀਤੇ ਜਾਂਦੇ, ਠੀਕ ਹੈ। ਉਹ ਬੁੱਕ ਨੰਬਰ 1 ਦਾ ਇੱਕ ਵੱਖਰਾ ਪਾਰਟ ਹੁੰਦਾ ਉਹ ਦਰਜ ਕੀਤੇ ਜਾਂਦੇ ਆ। ਉਹਦਾ ਜਿਹੜਾ ਇੰਡੈਕਸ ਬਣਦਾ ਹੈਗਾ, ਉਸ ਬੁੱਕ ਦਾ ਜਿਹੜਾ ਇੰਡੈਕਸ ਬਣਦਾ ਉਹਨੂੰ ਅਸੀਂ ਇੰਡੈਕਸ ਨੰਬਰ 2 ਕਹਿੰਦੇ ਆ। ਉਹਦੇ ਵਿੱਚ ਕੀ ਹੁੰਦਾ, ਜਿੰਨੇ ਵੀ ਮੈਪ ਵਗੈਰਾ ਹੁੰਦੇ ਆ, ਠੀਕ ਹੈ, ਉਹ ਸਾਰੇ ਦਰਜ ਕੀਤੇ ਜਾਂਦੇ ਆ। ਜੇ ਕਿਸੇ ਵਿਅਕਤੀ ਨੇ
कोई नक्शे वगैरह की कापी देखनी है, कंसर्न रजिस्ट्री के नाल संबंधित नक्शा, किसी रजिस्ट्री नाल संबंधित नक्शा, रजिस्ट्री कित्थे दर्ज होई होएगी, रजिस्ट्री दर्ज होएगी बुक नंबर 1 ਦੇ ਵਿੱਚ, ठीक है। फिर ਜਿਹੜੀ बुक नंबर 2 हैगी है ਉਹਦੇ ਤੇ ਰੈਫਰੈਂਸ ਪਾਇਆ ਜਾਂਦਾ ਹੈ बुक नंबर 1 ਦਾ, ਵੀ ਇਹ ਜਿਹੜੇ ਡਾਕੂਮੈਂਟ ਨੇ ਇਹ बुक नंबर 1 ਦੇ ਵਿੱਚ ਕਿਹੜੇ ਵਸੀਕਾ ਦੇ ਡਾਕੂਮੈਂਟ ਹੈਗੇ ਆ, ਠੀਕ ਹੈ, ਕਿਹੜੇ ਵਸੀਕੇ ਦੇ ਡਾਕੂਮੈਂਟ ਹੈਗੇ ਆ, ਫਿਰ ਇਹਦਾ ਇੱਕ ਵੱਖਰਾ ਇੰਡੈਕਸ ਬਣ ਜਾਂਦਾ ਹੈ। ਉਹ ਜਿਹੜਾ ਇੰਡੈਕਸ ਦੇਖ ਕੇ ਅਸੀਂ ਉਸ ਕੰਸਰਨ ਰਜਿਸਟਰੀ ਦੇ ਜੇ ਕੋਈ ਅਸੀਂ ਮੈਪ ਨਕਸ਼ਾ ਵਗੈਰਾ ਦੇਖਣਾ ਚਾਹੁੰਦੇ ਹਾਂ ਤਾਂ ਬੁੱਕ ਨੰਬਰ ਦਾ ਇੰਡੈਕਸ ਨੰਬਰ 2 ਦੇ ਵਿੱਚੋਂ ਅਸੀਂ ਚੈੱਕ ਕਰ ਸਕਦੇ ਹਾਂ, ਦੇਖ ਸਕਦੇ ਹਾਂ, ਲੱਭ ਸਕਦੇ ਹਾਂ, ਮਤਲਬ ਕਹਿ ਲਈਏ। ਇੰਡੈਕਸ ਇਜ਼ ਜਨਰਲੀ ਟੂ ਫਾਈਂਡ ਆਊਟ ਦਾ ਡਾਕੂਮੈਂਟਸ, ਇੰਡੈਕਸ ਬਣਾਇਆ ਜਾਂਦਾ ਹੈ। ਕੋਈ ਵੀ ਡਾਕੂਮੈਂਟ ਨੂੰ ਅਸੀਂ ਲੱਭਣਾ ਹੋਵੇ, ਕਰਨਾ ਹੋਵੇ, ਦੇਖਣਾ ਹੋਵੇ ਤਾਂ ਇਹ ਇੰਡੈਕਸ ਦੇਖ ਕੇ ਅਸੀਂ ਉਹਦੀ ਹੈਲਪ ਦੇ ਨਾਲ ਜਿਹੜਾ ਹੈਗਾ ਡਾਕੂਮੈਂਟ ਤੱਕ ਪਹੁੰਚ ਕਰ ਸਕਦੇ ਹਾਂ। ਇਹਦੇ ਵੀ ਕੀ ਪਾਰਟ ਹੁੰਦੇ ਨੇ, ਨੇਮ ਆਫ ਦਾ ਸਿਟੀ, ਟਾਊਨ, ਵਿਲੇਜ, ਤਹਿਸੀਲ, ਨੇਮ ਆਫ ਦਾ ਪਾਰਟੀਜ਼, ਲਾਈਨੇਟਰਸ, ਕਿਹਨੇ ਦਿੱਤਾ, ਕਿਹਦੇ ਹੱਕ 'ਚ ਹੋਇਆ ਡਾਕੂਮੈਂਟ, ਖਸਰਾ ਨੰਬਰ, ਏਰੀਆ, ਲੈਂਡ ਰੈਵਨਿਊ, ਨੇਚਰ ਆਫ ਦਾ ਟ੍ਰਾਂਜੈਕਸ਼ਨਸ, ਨੰਬਰ ਆਫ ਦਾ ਵੋਲਿਊਮ ਤਾਂ ਹੱਥਾਂ ਦੇ ਪੈਂਦਾ ਹੈ, ਕਿਹੜੇ ਵੋਲਿਊਮ ਦੇ ਵਿੱਚ ਇਹ ਜਿਹੜਾ ਹੈਗਾ ਡਾਕੂਮੈਂਟ ਪਿਆ ਤੇ ਕਿਹੜੇ ਪੇਜ ਦੇ ਉੱਪਰ ਪਿਆ, ਇੰਡੈਕਸ ਦੇ ਵਿੱਚ ਲਿਖਿਆ ਜਾਏਗਾ। A sub-registrar on registering a document of the nature mentioned section 64 or 65. सिक्सटी 65 ਸੈਕਸ਼ਨ ਹੈਗੇ ਨੇ। ਜਦੋਂ ਕੋਈ ਪ੍ਰਾਪਰਟੀ ਕਈ ਤਹਿਸੀਲਾਂ 'ਚ ਪੈਂਦੀ ਹੋਵੇ ਤਾਂ ਇੱਕ ਤਹਿਸੀਲ ਦੇ ਵਿੱਚ ਵੀ ਅਸੀਂ ਜਿਹੜਾ ਡਾਕੂਮੈਂਟ ਰਜਿਸਟਰ ਕਰ ਸਕਦੇ ਹੁੰਦੇ ਹਾਂ। ਉਹਦੇ ਨਾਲ ਫਿਰ ਕੀ ਹੁੰਦਾ, ਦੂਜੀ ਤਹਿਸੀਲ ਦੇ ਵਿੱਚ ਜਿਹੜੇ ਪਰਚਾ ਯਾਦਾਸ਼ਤ ਭੇਜ ਦਿੱਤੇ ਜਾਂਦੇ ਆ, ਠੀਕ ਹੈ। ਜਿੱਥੇ ਕੋਈ ਇਦਾਂ ਦੀ ਗੱਲ ਹੋਵੇ ਵੀ ਇੱਕ ਤਹਿਸੀਲ ਦੇ ਵਿੱਚ 2-3 ਤਹਿਸੀਲਾਂ ਦਾ ਜਿਹੜਾ ਪਾਰਟ ਹੈ, ਕੋਈ ਰਜਿਸਟਰੀ ਹੈ ਉਹ ਕੀਤੀ ਗਈ ਹੋਵੇ, ਤਾਂ ਜਿਹੜੇ ਉਹਦੇ ਪਰਚਾ ਯਾਦਾਸ਼ਤ ਨੇ ਉਹ ਦੂਜੀਆਂ ਤਹਿਸੀਲਾਂ 'ਚ ਭੇਜੇ ਗਏ ਹੋਣ, ਜਿੱਥੇ ਵੀ ਉਹ ਪਰਚਾ ਯਾਦਾਸ਼ਤ ਆਉਂਦਾ ਹੈਗਾ, ਠੀਕ ਹੈ, ਉਹ ਜਿਹੜੀ ਹੈਗੀ ਹੈ ਇਸੇ ਬੁੱਕ ਦੇ ਵਿੱਚ ਦਰਜ ਕੀਤਾ ਜਾਂਦਾ ਹੈ। ਬੁੱਕ ਨੰਬਰ 1 ਦਾ ਜਿਹੜਾ ਪਾਰਟ ਹੈਗਾ ਆਪਣਾ ਇੰਡੈਕਸ ਨੰਬਰ 2 ਦੇ ਵਿੱਚ ਦਰਜ ਕੀਤਾ ਜਾਂਦਾ ਹੈ। ਨੈਕਸਟ ਆ ਗਿਆ ਇੰਡੈਕਸ ਨੰਬਰ 3। ਇੰਡੈਕਸ ਨੰਬਰ 3 ਕੀ ਹੈ, ਬੁੱਕ ਨੰਬਰ 3 ਕੀ ਹੁੰਦੀ ਹੈ? ਬੁੱਕ ਨੰਬਰ 3 ਆਪਾਂ ਪਹਿਲਾਂ ਪੜ੍ਹ ਕੇ ਗਏ ਸੀਗੇ। ਇਹਦੇ ਵਿੱਚ ਵਿਲਸ ਦਰਜ ਕੀਤੀਆਂ ਜਾਂਦੀਆਂ ਨੇ ਤੇ ਅਥਾਰਟੀ ਟੂ ਅਡਾਪਟ ਦਰਜ ਕੀਤੀਆਂ ਜਾਂਦੀਆਂ ਨੇ ਬੁੱਕ ਨੰਬਰ 3 ਦੇ ਵਿੱਚ, ਠੀਕ ਹੈ। ਜਿਹਨੇ ਵਿਲਸ ਹੁੰਦੀਆਂ ਨੇ ਜਾਂ ਅਥਾਰਟੀ ਟੂ ਅਡਾਪਟ, ਅਥਾਰਟੀ ਟੂ ਅਡਾਪਟ ਕੀ ਹੁੰਦੀ ਹੈ? ਅਡਾਪਸ਼ਨ ਲੈਣ ਦੀ ਪਾਵਰ, ਠੀਕ ਹੈ। ਇਹਦਾ ਵੀ ਇੱਕ ਵੱਖਰਾ ਇੰਡੈਕਸ ਬਣਦਾ ਹੈਗਾ, ਕਿਹੜੀ ਬਿੱਲ ਕਿਹੜੇ ਪੇਜ ਤੇ ਪਈ ਹੈ, ਕਿਹੜੇ ਵੋਲਿਊਮ 'ਚ ਪਈ ਹੈ, ਕਿੰਨੇ ਨੰਬਰ ਪੇਜ ਤੇ ਦਰਜ ਕੀਤੀ ਹੈ, ਇਹਦਾ ਵੱਖਰਾ ਇੰਡੈਕਸ ਬਣਦਾ ਤਾਂ ਕਿ ਕੋਈ ਬਿੱਲ ਦੇਖਣੀ ਕਿਸੇ ਨੇ ਹੋਵੇ ਤਾਂ ਇੰਡੈਕਸ ਨੰਬਰ 3 ਤੋਂ ਅਸੀਂ ਕੰਸਰਨ ਜਿਹੜੀ ਬੁੱਕ ਉਹ ਹੈਗੀ ਬਿੱਲ ਹੈਗੀ ਉਹ ਲੱਭ ਸਕਦੇ ਹਾਂ। ਨੈਕਸਟ ਹੈਗਾ ਇੰਡੈਕਸ ਨੰਬਰ 4। ਇੰਡੈਕਸ ਨੰਬਰ 4 ਹੈ, ਬੁੱਕ ਨੰਬਰ 4 ਨਾਲ ਸੰਬੰਧਿਤ ਹੈਗਾ। ਬੁੱਕ ਨੰਬਰ 4 ਕੀ ਹੈ? ਮਿਸਲੇਨੀਅਸ ਡਾਕੂਮੈਂਟ ਨਾਲ ਸੰਬੰਧਿਤ ਹੈ। ਜਿਹੜੇ ਮਿਸਲੇਨੀਅਸ ਡਾਕੂਮੈਂਟ ਅਸੀਂ ਕੋਈ ਰਜਿਸਟਰ ਕਰਦੇ ਹਾਂ, ਮੂਵੇਬਲ ਪ੍ਰਾਪਰਟੀਆਂ ਵਗੈਰਾ ਦੇ ਡਾਕੂਮੈਂਟ ਰਜਿਸਟਰ ਕਰਦੇ ਹਾਂ, ਜਿਹੜੇ ਬੁੱਕ ਨੰਬਰ 1 'ਚ ਅਸੀਂ ਐਂਟਰ ਨਹੀਂ ਕਰਦੇ, ਉਹ ਬੁੱਕ ਨੰਬਰ 4 'ਚ ਦਰਜ ਕੀਤੇ ਜਾਂਦੇ ਨੇ, ਠੀਕ ਹੈ। ਬੁੱਕ ਨੰਬਰ 4 ਦੇ ਵਿੱਚ ਕਿਹੜੇ ਡਾਕੂਮੈਂਟ ਲੱਗੇ ਹੋਏ ਹੈ ਉਹਦਾ ਇੱਕ ਵੱਖਰਾ ਇੰਡੈਕਸ ਬਣ ਜਾਂਦਾ ਹੈ ਸੈਕਸ਼ਨ 55 ਦੇ ਤਹਿਤ। ਉਹਦਾ ਜਿਹੜਾ ਵੱਖਰਾ ਇੰਡੈਕਸ ਬਣਦਾ ਹੈ ਉਸ ਨੂੰ ਅਸੀਂ ਇੰਡੈਕਸ ਨੰਬਰ 4 ਕਹਿੰਦੇ ਹਾਂ। ਹੈਡਿੰਗ ਸਾਰੇ ਉਹੀ ਹੁੰਦੇ ਆ ਜਿਹੜੇ ਬੁੱਕ ਨੰਬਰ 1 ਦੇ ਹੁੰਦੇ ਆ। ਨੈਕਸਟ ਆ ਗਿਆ ਪੈਰਾ 88, preparation of indexes. Indexes entry shall be made on the same day on which the document to which they relate is copied. ਇਹ ਕਹਿੰਦੇ ਵੀ ਇੰਡੈਕਸ ਕਦੋਂ ਤਿਆਰ ਹੁੰਦਾ ਹੈ, ਕਿਵੇਂ ਬਣਦਾ ਹੈ? ਜਦੋਂ ਅਸੀਂ ਦੇਖੋ ਪਹਿਲਾ ਜ਼ਮਾਨਾ ਸੀਗਾ, ਕਾਪੀ ਤਿਆਰ ਕਰਦੇ ਸੀ ਅਸੀਂ, ਡਾਕੂਮੈਂਟ ਜਿਹੜਾ ਰਜਿਸਟਰ ਕੀਤਾ ਉਹਦੀ ਕਾਪੀ ਤਿਆਰ ਕਰਕੇ ਬੁੱਕ 'ਚ ਲਗਾਉਂਦੇ ਹੁੰਦੇ ਸੀਗੇ। ਹੁਣ ਸਾਡੇ ਕੋਲ ਕਾਪੀਆਂ ਨਾਲ ਦੀ ਨਾਲ ਜਿਹੜੀਆਂ ਪੇਸ਼ ਹੁੰਦੀਆਂ, ਸਬਮਿਟ ਹੁੰਦੀਆਂ, 3 ਕਾਪੀਆਂ ਹੁੰਦੀਆਂ ਨੇ। ਇੱਕ ਆਫਿਸ ਕਾਪੀ ਬਣ ਜਾਂਦੀ ਹੈ, ਇੱਕ ਜਿਹੜੀ ਹੈਗੀ ਆ ਪਟਵਾਰੀ ਹਲਕਾ ਕੋਲ ਚਲੀ ਜਾਂਦੀ ਹੈ ਥਰੂ ਆਫਿਸ ਕਾਨੂੰਗੋ, ਇੱਕ ਕੰਸਰਨ ਪਾਰਟੀ ਕੋਲ ਰਹਿ ਜਾਂਦੀ ਹੈ। ਜਿਹੜੀ ਕਾਪੀ ਆਫਿਸ ਕਾਪੀ ਹੁੰਦੀ, ਜਦੋਂ ਅਸੀਂ ਉਸ ਨੂੰ ਪੇਸਟ ਕਰਦੇ ਹਾਂ ਬੁੱਕ ਦੇ ਵਿੱਚ ਕਿਸੇ 'ਚ, ਬੁੱਕ ਨੰਬਰ 1, 2 ਜਿਹਦੇ ਨਾਲ ਵੀ ਕੰਸਰਨ ਬੁੱਕ 'ਚ ਅਸੀਂ ਪੇਸਟ ਕਰਦੇ ਹਾਂ, ਤਾਂ ਇਹ ਕਹਿੰਦੇ ਵੀ ਇੰਡੈਕਸ ਵੀ ਨਾਲ ਦੀ ਨਾਲ ਜਿਹੜਾ ਹੈਗਾ ਉਸੇ ਵੇਲੇ ਤਿਆਰ ਹੁੰਦਾ ਰਹਿਣਾ ਚਾਹੀਦਾ ਹੈ। Then ਪੈਰਾ ਹੈਗਾ 90, ਇੰਡੈਕਸ ਸ਼ੀਟਸ ਟੂ ਬੀ ਬਾਉਂਡ ਅਪ ਐਨੂਅਲੀ। ਇਹ ਕਿਹਾ ਗਿਆ ਵੀ ਜਦੋਂ ਜਿਹੜੇ ਤੁਹਾਡੇ ਇੰਡੈਕਸ ਬਣਦੇ ਆ, ਤੁਸੀਂ ਇੰਡੈਕਸ ਬਣਾ ਲਏ, ਤੁਹਾਡਾ ਓਪਨ ਹੁੰਦਾ ਹੈ ਇੰਡੈਕਸ, ਪਰਫਾਰਮੇ ਹੁੰਦੇ ਆ ਵੱਡੇ ਵੱਡੇ, ਜੇ ਕਿਸੇ ਨੇ ਦੇਖੇ ਹੋਣ, ਕੋਈ
ਕਿਸੇ ਨੇ ਰਜਿਸਟਰਾਰ ਆਫਿਸ ਕੰਮ ਕੀਤਾ ਹੁੰਦਾ, ਸਬ ਰਜਿਸਟਰਾਰ ਆਫਿਸ ਕੰਮ ਕੀਤਾ ਹੁੰਦਾ, ਠੀਕ ਹੈ। ਵੱਡੇ ਵੱਡੇ ਪ੍ਰੋਫਾਰਮੇ ਹੁੰਦੇ ਆ, ਉਹਨੂੰ ਅਸੀਂ ਨਾਲ ਨਾਲ ਭਰਦੇ ਹਾਂ, ਪਰ ਫਿਰ ਉਸ ਨਾਲ ਭਰ ਕੇ ਉਸ ਨੂੰ ਕੀ ਕਿਹਾ ਜਾਂਦਾ, ਇਹਦੇ ਵਿੱਚ ਕਿਹਾ ਹੈਗਾ ਸ਼ੀਟਸ ਵੀ ਬਾਈਂਡ ਅਪ ਐਨੂਅਲੀ, ਜਦੋਂ 1 ਸਾਲ ਦੀਆਂ ਜਿਹੜੀਆਂ ਸ਼ੀਟਸ ਜਿੰਨੀਆਂ ਹੁੰਦੀਆਂ ਨੇ ਉਸ ਨੂੰ ਬਾਈਂਡ ਕਰਕੇ ਅਸੀਂ ਸਾਲ ਦਰ ਸਾਲ ਜਿਹੜੇ ਇਹ ਇੰਡੈਕਸਿਸ ਹੈਗੇ ਉਹਦੀ ਇੱਕ ਬੰਡਲ ਬਣਾ ਦਿੰਦੇ ਹਾਂ, ਬਾਈਂਡ ਸੈਪਰੇਟਲੀ ਫਰੋਮ ਦੋਜ਼ ਵਿਚ ਆਰ ਨਾਟ ਇੰਡੈਕਸਿਸ ਨੰਬਰ 3 and 4। ਕੁਛ ਓਪਨ ਟੂ ਪਬਲਿਕ ਹੁੰਦੇ ਆ, ਕੁਛ ਪਬਲਿਕ ਨੂੰ ਅਸੀਂ ਦਿਖਾ ਨਹੀਂ ਸਕਦੇ ਹੁੰਦੇ, ਇਸ ਕਰਕੇ ਜਿਹੜੇ ਸੈਪਰੇਟ ਬੰਡਲ ਹੈਗੇ ਆ ਕੰਸਰਨ ਬੁੱਕ ਇੰਡੈਕਸ 1 ਦੇ, ਇੰਡੈਕਸ 2 ਦੇ, ਇੰਡੈਕਸ 3 4 ਦੇ ਅਲੱਗ-ਅਲੱਗ ਬੰਡਲ ਜਿਹੜੇ ਤਿਆਰ ਕੀਤੇ ਜਾਂਦੇ ਆ, ਸਾਲ ਦਰ ਸਾਲ ਤਿਆਰ ਕਰਕੇ ਉਹਦੇ ਉੱਪਰ ਸਾਲ ਲਿਖਿਆ ਜਾਂਦਾ ਹੈਗਾ ਕਿਹੜੇ ਸਾਲ ਦਾ ਇਹ ਬੰਡਲ ਹੈ। ਨੈਕਸਟ ਹੈਗਾ ਇਨੀਸ਼ੀਅਲ ਲੈਟਰਸ। ਇਹ ਕੀ ਹੈਗਾ ਵੀ ਇਨ ਦਾ ਕੇਸ ਆਫ ਇੰਡੀਅਨਸ ਫਸਟ ਲੈਟਰ ਆਫ ਦਾ ਪਰਸਨਸ ਨੇਮ, ਜੇ ਕੋਈ ਵਿਅਕਤੀ ਹੈਗਾ ਇੰਡੀਅਨ ਹੈਗਾ ਤਾਂ ਉਹਦਾ ਜਿਹੜਾ ਪਹਿਲਾ ਨਾਮ ਹੈਗਾ, ਨਾਮ ਦਾ ਪਹਿਲਾ ਅੱਖਰ ਹੈਗਾ, ਠੀਕ ਹੈ। ਜਿਵੇਂ ਸੂਰਤ ਸਿੰਘ ਹੈ ਤਾਂ ਜਿਹੜਾ ਐਸ ਹੈਗਾ, ਐਸ ਲਿਖਿਆ ਜਾਏਗਾ, ਐਸ ਦੇ ਨਾਮ ਦੇ ਅਲਫਾਬੈਟਿਕਲੀ ਜਿਹੜੇ ਹੈਗੇ ਉਹ ਲਿਖੇ ਜਾਣਗੇ, ਵੀ ਜਿਹੜੇ ਮੂਹਰੇ ਇੰਡੈਕਸ ਬਣਦਾ ਅਲਫਾਬੈਟਿਕਲੀ ਬਣਦਾ ਹੈਗਾ। ਜੇ ਕਿਤੇ ਫੋਰਨ ਦੀ ਗੱਲ ਹੈ, ਕੋਈ ਵਿਅਕਤੀ ਕੋਈ ਫੋਰਨ ਦਾ ਹੈਗਾ, ਯੂਰਪੀਅਨ ਟਾਈਪ ਦੇ ਕੋਈ ਕੰਟਰੀ ਹੁੰਦੇ ਆ, ਉੱਥੇ ਜਿਹੜੇ ਹੈਗੇ ਨੇ ਉਹ ਪਰਸਨ ਦਾ ਜਿਹੜਾ ਪਹਿਲਾ ਨਾਮ ਹੈ ਨਹੀਂ ਗਿਣਿਆ ਜਾਂਦਾ, ਉੱਥੇ ਜਿਹੜਾ ਉਹਦਾ ਸਰਨੇਮ ਹੈਗਾ, ਸਰਨੇਮ ਦਾ ਪਹਿਲਾ ਅਕਸ਼ਰ ਹੈ ਉਹ ਮਤਲਬ ਕਿ ਯੂਟਿਲਾਈਜ਼ ਹੁੰਦਾ ਹੈਗਾ। ਇਹ ਥੋੜਾ ਵੱਖਰੇ ਦੂਜੇ ਜਿਹੜੇ ਬਾਹਰਲੇ ਕੰਟਰੀ ਨੇ ਯੂਰਪੀਅਨ ਟਾਈਪ ਦੇ, ਉੱਥੇ ਜਿਹੜਾ ਸਰਨੇਮ ਨੂੰ ਯੂਜ਼ ਕਰਦੇ ਨੇ, ਉਹਦੇ ਸਰਨੇਮ ਦਾ ਪਹਿਲਾ ਅਕਸ਼ਰ ਜਿਹੜਾ ਹੈਗਾ ਉਹਦਾ ਅਲਫਾਬੈਟਿਕਲੀ ਜਿਹੜੇ ਹੈਗੇ ਨੇ ਅਸੀਂ ਇੰਡੈਕਸ ਤਿਆਰ ਕਰਦੇ ਹਾਂ। ਇੱਦਾਂ ਕੋਈ ਕੰਪਨੀ ਹੈ, ਕੋਈ ਬੈਂਕ ਹੈ ਤਾਂ ਬੈਂਕ ਦਾ ਪਹਿਲਾ ਨਾਮ, ਕੰਪਨੀ ਹੈ ਕੰਪਨੀ ਦਾ ਪਹਿਲਾ ਨਾਮ, ਠੀਕ ਹੈ, ਉਹਦੇ ਤੌਰ ਤੇ ਇਹ ਜਿਹੜਾ ਇੰਡੈਕਸ ਹੈ ਬਣ ਜਾਂਦਾ ਹੈਗਾ। ਨੈਕਸਟ ਹੈਗਾ ਸਬਸਿਡਰੀ ਬੁੱਕਸ ਐਂਡ ਮਿਸਲੇਨੀਅਸ ਰਿਕਾਰਡਸ। ਹੋਰ ਕਿਹੜੀਆਂ ਬੁੱਕਸ ਸਾਡੇ ਦਫ਼ਤਰ ਦੇ ਵਿੱਚ ਹੁੰਦੀਆਂ ਨੇ, ਕਿਹੜਾ ਮਿਸਲੇਨੀਅਸ ਰਿਕਾਰਡ ਹੁੰਦਾ ਹੈਗਾ ਜਿਹੜਾ ਕਿ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਹੁੰਦਾ ਹੈ। ਨੋਰਮਸ ਐਂਡ ਸਬਸਿਡਰੀ ਬੁੱਕਸ ਕਿਹੜੀਆਂ, ਜਿਵੇਂ ਕਿ ਫੀਸ ਦੀ ਬੁੱਕ ਹੁੰਦੀ ਹੈ, ਰਸੀਟ ਬੁੱਕ ਹੁੰਦੀ ਹੈ A and B, ਤੇ ਆਰਡਰ ਫਾਈਲ ਹੁੰਦੀ ਹੈ। 1 ਕਾਪੀ ਲਗਾਈ ਜਾਂਦੀ ਹੈ, ਅਲੱਗ-ਅਲੱਗ ਕਾਪੀ ਨਹੀਂ ਲਗਾਈਆਂ ਜਾਂਦੀਆਂ। ਸਬ ਰਜਿਸਟਰਾਰ ਦੀ, ਜੁਆਇੰਟ ਸਬ ਰਜਿਸਟਰ ਦੀ ਇੱਕੋ ਹੀ ਕਾਪੀ ਲਗਾਈ ਜਾਂਦੀ ਹੈ, ਚਾਹੇ ਫੀ ਬੁੱਕ ਹੋਵੇ, ਚਾਹੇ ਰਸੀਟ ਬੁੱਕ ਹੋਵੇ, ਚਾਹੇ ਆਰਡਰਾਂ ਦੀ ਫਾਈਲ ਲੱਗੀ ਹੀ ਹੋਵੇ। ਹੁਣ ਫੀ ਬੁੱਕ ਦੀ ਜਿਹੜੀ ਗੱਲ ਹੈਗੀ, ਆਪਾਂ ਦੇਖਦੇ ਹਾਂ ਸਾਰੀਆਂ ਫੀਸ ਜਿਹੜੀ ਹੈਗੀਆਂ ਆਨਲਾਈਨ ਭਰਨੀਆਂ ਜਾਣ ਲੱਗੀਆਂ ਹੁੰਦੀਆਂ। ਫੀ ਬੁੱਕ ਦੀਆਂ ਕਾਪੀਆਂ ਇਸ ਵੇਲੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਜਿਹੜੀਆਂ ਖਤਮ ਹੋ ਚੁੱਕੀਆਂ ਨੇ, ਟੋਟਲ ਫੀਸ ਹੈ ਜਿਹੜੀ ਉਹ ਸਾਰੀ ਆਨਲਾਈਨ ਹੋ ਚੁੱਕੀ ਹੈ। ਆਰਡਰ ਫਾਈਲ 95 ਪੈਰਾ, ਆਰਡਰ ਫਾਈਲ ਕੀ ਹੈਗਾ, ਹਦਾਇਤਾਂ ਦੀ ਫਾਈਲ, ਜਦੋਂ ਸੰਬੰਧਿਤ ਦਫ਼ਤਰਾਂ ਜਿਹੜੇ ਉੱਚੇ ਅਧਿਕਾਰੀ ਦੇ ਜਿਹੜਾ ਆਫਿਸਿਸ ਹੁੰਦੇ ਆ, ਰਜਿਸਟਰਾਰ ਦਾ ਆਫਿਸ ਹੈ, ਆਪਣਾ DLR ਦਾ ਆਫਿਸ ਹੈਗਾ, ਇੰਸਪੈਕਟਰ ਜਨਰਲ IGR ਜਿਹਨੂੰ ਆਪਾਂ ਕਹਿੰਦੇ ਆ, ਇੰਸਪੈਕਟਰ ਜਨਰਲ ਰਜਿਸਟ੍ਰੇਸ਼ਨ IGR ਦੇ ਜਿਹੜੇ ਪਾਵਰਸ ਹੈਗੇ ਨੇ ਆਪਣੇ ਪੰਜਾਬ ਦੇ ਵਿੱਚ, ਡਾਇਰੈਕਟਰ ਮਤਲਬ ਕਿ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਦੇ ਪਾਸ ਹੁੰਦੀਆਂ ਨੇ, ਠੀਕ ਹੈ। DLR ਆਫਿਸ ਤੋਂ ਜਾਂ ਰਜਿਸਟਰਾਰ ਆਫਿਸ ਤੋਂ ਜਾਂ ਕੋਈ ਸਰਕਾਰ ਤੋਂ ਕੋਈ ਵੀ ਸਾਨੂੰ ਹਦਾਇਤਾਂ ਆਉਂਦੀਆਂ ਨੇ ਰਜਿਸਟਰੀਆਂ ਦੇ ਸੰਬੰਧ ਵਿੱਚ, ਜਾਂ FCR ਆਫਿਸ ਤੋਂ ਆਉਂਦੀਆਂ ਨੇ, ਉਹ ਸਾਰੀਆਂ ਹਦਾਇਤਾਂ ਜਿਹੜੀਆਂ ਹੈਗੀਆਂ ਉਹਦੀ ਇੱਕ ਆਰਡਰ ਫਾਈਲ ਬਣਾਈ ਜਾਂਦੀ ਹੈ, ਉਹਦੇ ਉੱਤੇ ਪੇਸਟ ਕੀਤੀਆਂ ਜਾਂਦੀਆਂ ਨੇ ਤਾਂ ਕਿ ਲੋੜ ਮੁਤਾਬਕ ਅਸੀਂ ਕੋਈ ਜਿਹੜਾ ਆਰਡਰ ਹੈ ਦੇਖ ਸਕਦੇ ਹੋਈਏ। ਪੈਰਾ 96 ਹੈਗਾ ਮਿਸਲੇਨੀਅਸ ਰਿਕਾਰਡਸ। ਮਿਸਲੇਨੀਅਸ ਰਿਕਾਰਡ ਕੁਛ ਆ ਰਹੇ ਹੁੰਦੇ ਆ ਜਿਹੜੇ ਬੁੱਕ ਨੰਬਰ 1 ਚ ਨਹੀਂ ਆਉਂਦੇ, 2 ਚ ਨਹੀਂ ਆਉਂਦੇ, 3 ਚ ਨਹੀਂ ਆਉਂਦੇ, 4 ਚ ਨਹੀਂ ਆਉਂਦੇ। ਇੱਦਾਂ ਦੇ ਕੁਛ ਡਾਕੂਮੈਂਟ ਹੋਰ ਵੀ ਹੁੰਦੇ ਆ। ਪਾਵਰ ਟੋਰਨੀਜ਼ ਕਿਹਾ ਗਿਆ ਅਥੈਂਟੀਕੇਟਡ ਅੰਡਰ ਸੈਕਸ਼ਨ 33। ਸਾਡੇ ਕੋਲੇ ਕੋਈ ਕਿਸੇ ਹੋਰ ਤਹਿਸੀਲ ਦੇ ਵਿੱਚੋਂ ਕੋਈ ਅਟਾਰਨੀ ਆਉਂਦੀ ਹੈ ਵੀ ਦੱਸੋ ਸਾਨੂੰ ਵੀ ਇਹ ਤੁਹਾਡੀ ਤਹਿਸੀਲ 'ਚ ਰਜਿਸਟਰ ਹੋਈ ਹੈ ਜਾਂ ਨਹੀਂ ਹੋਈ, ਠੀਕ ਹੈ। ਅਸੀਂ ਵੀ ਭੇਜਦੇ ਹਾਂ ਜੇ ਕੋਈ ਸਾਡੇ ਕੋਲੇ ਪਾਵਰ ਟੋਰਨੀ ਦੇ ਬੇਸਿਸ ਤੇ ਕੋਈ ਵਿਅਕਤੀ ਸਾਡੇ ਕੋਲੋਂ ਡਾਕੂਮੈਂਟ ਰਜਿਸਟਰ ਕਰਵਾਉਣਾ ਚਾਹੁੰਦਾ ਹੈ, ਸੀਲ ਕਰਨੀ ਚਾਹੁੰਦਾ ਹੈ, ਤਾਂ ਉਸ ਤੋਂ ਪਹਿਲਾਂ ਡਾਕੂਮੈਂਟ ਰਜਿਸਟਰ ਕਰਨ ਤੋਂ ਪਹਿਲਾਂ ਅਸੀਂ ਭੇਜਦੇ ਹਾਂ ਉਸਨੂੰ ਕੰਸਰਨਡ ਤਹਿਸੀਲ ਦੇ ਵਿੱਚ ਜਿੱਥੋਂ ਉਹ ਪਾਵਰ ਟੋਰਨੀ ਲੈ ਕੇ ਆਇਆ ਸੀਗਾ, ਜਿੱਥੇ ਉਹ ਪਾਵਰ ਟੋਰਨੀ ਰਜਿਸਟਰਡ ਹੋਈ ਸੀਗੀ, ਉਸ ਸਬ ਰਜਿਸਟਰਾਰ ਨੂੰ ਅਸੀਂ ਲੈਟਰ ਲਿਖ ਕੇ ਭੇਜਦੇ ਹਾਂ ਤੇ ਨਾਲ ਉਹਦੀ ਫੋਟੋ ਕਾਪੀ ਭੇਜਦੇ ਹਾਂ ਵੀ ਕੀ ਤੁਹਾਡੀ ਤਹਿਸੀਲ ਦੇ ਵਿੱਚ ਇਹ ਡਾਕੂਮੈਂਟ ਹੈ ਜਿਹੜਾ ਪਾਵਰ ਟੋਰਨੀ ਹੈ ਰਜਿਸਟਰਡ ਹੋਈ ਵੀ ਹੈ ਜਾਂ ਕੈਂਸਲ ਤਾਂ ਨਹੀਂ ਹੋਈ ਵੀ। ਇੱਦਾਂ ਦੀ ਜਿਹੜੀ ਉਹ ਹੈਗੇ ਡਾਕੂਮੈਂਟਸ ਹੁੰਦੇ ਆ, ਇਹਦੇ ਲਈ ਵੀ ਕੀ ਹੈਗਾ ਇੱਕ ਸੈਪਰੇਟ ਬੰਡਲ ਬਣ ਜਾਂਦੇ ਨੇ। ਐਨੂਅਲ ਬੰਡਲ ਕਿਹਾ ਜਾਂਦਾ ਉਹਨੂੰ, ਕੈਪਟਨ ਨੇ ਐਨੂਅਲ ਬੰਡਲ ਸਾਲ ਦਰ ਸਾਲ ਜਿਹੜੇ ਹੈਗੇ ਬੰਡਲ ਤਿਆਰ ਕਰਕੇ ਉਹ ਰੱਖੇ ਜਾਂਦੇ ਨੇ ਸੇਫ ਕਸਟਡੀ ਦੇ ਵਿੱਚ। ਕਾਪੀਜ਼ ਆਫ ਦਾ ਡਿਗਰੀ ਆਫ ਦਾ ਕੋਰਟਸ, ਕਈ ਵਾਰੀ ਕੋਰਟਾਂ ਵੱਲੋਂ ਕੋਈ ਸਾਡੇ ਕੋਲੇ ਆਰਡਰ ਆ ਜਾਂਦੇ ਨੇ, ਡਿਗਰੀਆਂ ਆ ਜਾਂਦੀਆਂ ਨੇ। ਕਈ ਵਾਰੀ ਕੋਰਟ ਕਿਸੇ ਡਾਕੂਮੈਂਟ ਨੂੰ, ਕਿਸੇ ਰਜਿਸਟਰੀ ਨੂੰ ਕੈਂਸਲ ਕਰ ਦਿੰਦੀ ਹੈ, ਠੀਕ ਹੈ। ਤਾਂ ਉਸ ਵੇਲੇ ਕੀ ਕਰਦੇ ਹਾਂ ਅਸੀਂ, ਉਸ ਕੰਸਰਨਡ ਜਿਹੜੀ ਰਜਿਸਟਰੀ ਹੁੰਦੀ ਹੈ ਜਿਹੜੀ ਕੈਂਸਲ ਕੀਤੀ ਗਈ ਹੈ ਕੋਰਟ ਵੱਲੋਂ, ਉਹਦੇ ਤੇ ਲਾਸ਼ੇ ਦੇ ਨਾਲ ਜਿਹੜਾ ਹੈਗਾ ਉਹਦਾ ਨੋਟ ਦੇ ਕੇ ਵੀ ਫਲਾਣੀ ਕੋਰਟ ਨੇ ਇਸ ਆਰਡਰ ਦੇ ਰਾਹੀਂ ਇਸ ਤਰੀਕ ਨੂੰ ਜਿਹੜਾ ਹੈਗਾ ਫਲਾਣੀ ਡਿਗਰੀ ਦੇ ਰਾਹੀਂ ਜਿਹੜੀ ਇਹ ਡਾਕੂਮੈਂਟ ਹੈ
ਇਹ ਰਜਿਸਟਰੀ ਕੈਂਸਲ ਹੋ ਚੁੱਕੀ ਹੈ, ਉੱਥੇ ਨੋਟ ਦੇਵਾਂਗੇ, ਨੋਟ ਦੇ ਕੇ ਤੇ ਨਾਲ ਹੀ ਤਹਿਸੀਲਦਾਰ ਦੇ ਜਿਹੜੇ ਸਾਈਨ ਹੁੰਦੇ ਆ ਉਹ ਹੁੰਦੇ ਆ। ਪਰ ਕਈ ਵਾਰੀ ਕੀ ਹੁੰਦਾ ਇਦਾਂ ਦੇ ਡਾਕੂਮੈਂਟ ਵੀ, ਇਦਾਂ ਦੀ ਡਿਗਰੀ ਵੀ ਹੈ, ਕਾਪੀਜ਼ ਆਫ ਦ ਡਿਗਰੀਜ਼ ਆਫ ਸਿਵਲ ਕੋਰਟਸ ਡਿਟੈਕਟਿੰਗ ਰਜਿਸਟ੍ਰੇਸ਼ਨ ਆਫ ਦ ਡਾਕੂਮੈਂਟਸ। ਕਈ ਵਾਰੀ ਕੋਰਟ ਵੱਲੋਂ ਕੋਈ ਰਜਿਸਟਰੀ ਕਰਨ ਦੀ ਖਾਤਰ ਆਰਡਰ ਵੀ ਆਏ ਨੇ ਵੀ ਇਹ ਰਜਿਸਟਰੀ ਕੀਤੀ ਜਾਵੇ, ਤਾਂ ਇਦਾਂ ਦੇ ਜਿਹੜੇ ਸਾਡੇ ਕੋਲ ਆਰਡਰਸ ਨੇ ਉਹਨਾਂ ਨੂੰ ਵੀ ਅਸੀਂ ਵੱਖਰੇ ਤੌਰ ਤੇ ਕਲੈਕਟ ਕਰਦੇ ਹਾਂ ਤੇ ਉਹਦਾ ਵੀ ਇੱਕ ਬੰਡਲ ਬਣਾ ਕੇ ਸਾਲ ਦਰ ਸਾਲ ਜਿਹੜੇ ਹੈਗੇ ਆ ਉਹ ਰੱਖੇ ਜਾਂਦੇ ਆ। ਨੈਕਸਟ ਹੈਗਾ ਕਾਪੀਜ਼ ਆਫ ਦ ਆਰਡਰਸ ਕੈਂਸਲੇਸ਼ਨ ਔਰ ਰਿਵੀਜ਼ਨ ਅੰਡਰ ਪੰਜਾਬ ਅਲਾਈਨੇਸ਼ਨ ਆਫ ਦ ਲੈਂਡ ਐਕਟ 1900। ਇਹ ਹੁਣ ਮੇਰੇ ਖਿਆਲ ਵਜੂਦ ਅਸੀਂ ਤਾਂ ਕਦੇ ਦੇਖਿਆ ਨਹੀਂ, ਇੱਦਾਂ ਦਾ ਕੋਈ ਡਾਕੂਮੈਂਟ ਕਦੇ ਆਇਆ ਨਹੀਂ, ਪਰ ਇਹਦੇ ਵਿੱਚ ਕਿਹਾ ਹੈਗਾ ਵੀ ਜੇ ਕੋਈ ਪੰਜਾਬ ਅਲਾਈਨੇਸ਼ਨ ਲੈਂਡ ਐਕਟ 1900 ਦੇ ਤਹਿਤ ਕੋਈ ਡਾਕੂਮੈਂਟ ਕੋਈ ਹੈਗਾ ਕੈਂਸਲ ਕੀਤਾ ਗਿਆ ਤਾਂ ਉਹਦਾ ਵੀ ਜਿਹੜਾ ਡਾਕੂਮੈਂਟ ਹੈ ਜਿਹੜੇ ਉਹ ਇਕੱਠੇ ਕਰਕੇ ਇੱਕ ਬੰਡਲ ਬਣਾਇਆ ਜਾਂਦਾ, ਸਾਲ ਦਰ ਸਾਲ ਰੱਖਿਆ ਜਾਂਦਾ ਹੈ। ਨੈਕਸਟ ਹੈ ਡਿਸਪੋਜੀਸ਼ਨਸ ਸਟੇਟਮੈਂਟਸ ਆਫ ਦ ਵਿਟਨੈਸਸ। ਕਈ ਵਾਰੀ ਅਸੀਂ ਕੋਈ ਡਾਕੂਮੈਂਟ ਰਜਿਸਟਰ ਕਰਦੇ ਹਾਂ, ਉਹ ਡਾਕੂਮੈਂਟ ਨੂੰ ਰਜਿਸਟਰ ਕਰਨ ਵੇਲੇ ਅਸੀਂ ਕਈ ਵਾਰ ਕੀ ਹੁੰਦਾ ਕਿਸੇ ਵਿਟਨੈਸ ਨੂੰ ਬੁਲਾ ਕੇ ਤੇ ਉਹਦੀ ਜਿਹੜੀ ਸਟੇਟਮੈਂਟਸ ਲੈਂਦੇ ਹਾਂ, ਉਹਦੇ ਬਿਆਨ ਲੈਂਦੇ ਹਾਂ। ਇੱਦਾਂ ਦੇ ਜਿਹੜੇ ਡਾਕੂਮੈਂਟ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਇੱਦਾਂ ਹੀ ਮਤਲਬ ਕਿ ਇੱਕ ਸਾਲ ਦੇ ਸਾਲ ਦਰ ਸਾਲ ਡੇਟ ਵਾਈਜ਼ ਮੰਥ ਵਾਈਜ਼ ਇਕੱਠੇ ਕਰਕੇ ਇੱਕ ਸਾਲ ਦੇ ਜਿਹੜੇ ਬੰਡਲ ਬਣਾ ਕੇ ਉਹ ਆਪਣੇ ਦਫ਼ਤਰ ਦੇ ਵਿੱਚ ਰੱਖਦੇ ਹੈਗੇ। ਫਿਰ ਕੁਝ ਮਿਸਲੇਨੀਅਸ ਪੇਪਰ ਹੋਰ ਆ ਜਾਂਦੇ ਨੇ, ਉਹ ਵੀ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਇੱਦਾਂ ਹੀ ਬੰਡਲ ਬਣਾ ਕੇ ਜਿਹੜਾ ਹੈਗਾ ਦਫ਼ਤਰ ਦੇ ਵਿੱਚ ਸਾਲ ਦਰ ਸਾਲ ਦੇ ਬੰਡਲ ਬਣਾ ਕੇ ਉਹ ਰੱਖੇ ਜਾਂਦੇ ਨੇ। ਫੀਸ ਦੀ ਕੋਈ ਸਾਡੇ ਕੋਲ ਟੇਬਲ ਫੀਸ ਆਉਂਦੀ ਹੈ, ਫੀਸ ਦਾ ਦਫ਼ਤਰਾਂ ਵੱਲੋਂ ਸਾਡੇ ਕੋਲ ਆਉਂਦਾ ਵੀ ਕਿਹੜੀ ਡਾਕੂਮੈਂਟ ਦੀ ਕਿੰਨੀ ਫੀਸ ਹੈ, ਉਹਦਾ ਜਿਹੜਾ ਹੈਗਾ ਬੋਰਡ ਦੇ ਉੱਪਰ ਕਾਪੀ ਲਗਾਈ ਜਾਂਦੀ ਹੈ ਤੇ ਨਾਲ ਹੀ ਜਿਹੜਾ ਪਬਲਿਕ ਰਿਕਾਰਡ ਰੱਖਿਆ ਜਾਂਦਾ ਹੈ। ਤੇ ਸਬ ਰਜਿਸਟਰਾਰ ਦੇ ਆਫਿਸ ਦੇ ਵਿੱਚ ਇੰਡੀਅਨ ਸਟੈਂਪ ਐਕਟ ਵੀ ਹੁੰਦਾ ਹੈ, ਰਜਿਸਟ੍ਰੇਸ਼ਨ ਮੈਨੂਅਲ ਵੀ ਹੁੰਦਾ ਹੈ। ਇਹ ਵੀ ਦੱਸਿਆ ਗਿਆ ਜਿਹੜਾ ਆਪਾਂ ਰਜਿਸਟ੍ਰੇਸ਼ਨ ਮੈਨੂਅਲ ਪੜ੍ਹ ਰਹੇ ਹਾਂ, ਠੀਕ ਹੈ, ਉਹ ਵੀ ਦਫ਼ਤਰ 'ਚ ਹੋਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਹੋਵੇ ਕੋਈ ਹਦਾਇਤ ਹੈ ਸਮੇਂ ਸਿਰ ਕੋਈ ਦੇਖਣੀ ਹੈ ਤਾਂ ਅਸੀਂ ਦੇਖ ਸਕੀਏ। ਐਚ ਪਾਰਟ 'ਚ ਕਿਹਾ ਹੈ ਡਿਸਪੈਚ ਬੁੱਕ। ਇੱਕ ਸਾਡੇ ਦਫ਼ਤਰ 'ਚ ਡਿਸਪੈਚ ਬੁੱਕ ਵੀ ਹੁੰਦੀ ਹੈ, ਜੇ ਕਿਸੇ ਨੂੰ ਕੋਈ ਨੋਟਿਸ ਭੇਜਣਾ ਹੈ, ਕੋਈ ਸਮਨ ਭੇਜਣੇ ਹੈ, ਠੀਕ ਹੈ, ਜਾਂ ਕੋਈ ਰਜਿਸਟਰੀ ਹੋ ਗਈ, ਰਜਿਸਟਰੀ ਬੰਦਾ ਲੈ ਕੇ ਨਹੀਂ ਗਿਆ, ਉਹਨੇ ਸਾਨੂੰ ਫੀਸ ਅਦਾ ਕਰ ਦਿੱਤੀ ਵੀ ਮੈਨੂੰ ਤਾਂ ਬਾਈ ਪੋਸਟ ਰਜਿਸਟਰੀ ਆਉਣੀ ਚਾਹੀਦੀ ਹੈ, ਠੀਕ ਹੈ, ਉਹ ਡਿਸਪੈਚ ਬੁੱਕ ਵੀ ਸਾਡੇ ਦਫ਼ਤਰ ਦੇ ਜਿਹੜੀ ਲੱਗਦੀ ਹੈਗੀ ਆ। ਉਹਦੇ ਕਿਹੜੇ ਉਹ ਕਾਲਮ ਹੁੰਦੇ ਆ, ਸੀਰੀਅਲ ਨੰਬਰ ਹੁੰਦਾ ਹੈ, ਡੇਟ ਆਫ ਦਾ ਡਿਸਪੈਚ, ਕਿਹੜੀ ਤਰੀਕ ਨੂੰ ਡਿਸਪੈਚ ਕੀਤਾ ਗਿਆ, ਸਬਜੈਕਟ ਕੀ ਹੈ, ਐਡਰੈਸ ਕੀ ਹੈ ਵਿਅਕਤੀ ਦਾ, ਸਿਗਨੇਚਰ ਆਫ ਦਾ ਰਿਸੀਵਰ, ਜਿਸ ਬੰਦੇ ਨੇ ਮੌਕੇ ਤੇ ਦਫ਼ਤਰ 'ਚੋਂ ਹੀ ਕੋਈ ਮਤਲਬ ਕਿ ਰਿਸੀਵ ਕਰ ਲਿਆ ਡਾਕੂਮੈਂਟ ਤਾਂ ਉਹਦਾ ਜਿਹੜਾ ਹੈਗਾ ਉਹਦੇ ਸਾਈਨ ਲਏ ਜਾਂਦੇ ਆ। ਪਰ ਜੇਕਰ ਬਾਈ ਪੋਸਟ ਭੇਜਿਆ ਤਾਂ ਡੇਟ ਪਾ ਦਿੱਤੀ ਜਾਂਦੀ ਹੈ ਵੀ ਕਿਹੜੇ ਡੇਟ ਨੂੰ ਜਿਹੜਾ ਹੈਗਾ ਇਹ ਡਾਕੂਮੈਂਟ ਹੈ ਬਾਈ ਪੋਸਟ ਭੇਜਿਆ ਗਿਆ। ਨੋਟ ਲਿਖਿਆ ਗਿਆ ਕਿ when a registered deed is returned by post in a session of number and date should be also be given in the column 3। फिर आ गया a minute book in which inspecting officer। ਮਿੰਟ ਬੁੱਕ ਕੀ ਹੁੰਦੀ ਹੈ, ਜਿੱਥੇ ਇੰਸਪੈਕਟਿੰਗ ਜਿਹੜਾ ਹੈਗਾ ਇੰਸਪੈਕਟਿੰਗ ਆਫੀਸਰ ਸਾਡੇ ਜਿਹੜੇ ਹਾਇਰ ਆਫੀਸਰਸ ਆਉਂਦੇ ਆ, ਰਜਿਸਟਰਾਰ ਆਉਂਦੇ ਆ, IGR ਆਉਂਦੇ ਆ, ਜਾਂ ਉਹਨਾਂ ਦਾ ਕੋਈ ਅਮਲਾ ਆਉਂਦਾ, ਕੋਈ ਹੋਰ ਅਧਿਕਾਰੀ ਹੁੰਦੇ ਜਿਹੜੇ ਸਾਡੇ ਦਫ਼ਤਰ ਦੀ ਇੰਸਪੈਕਸ਼ਨ ਕਰ ਸਕਦੇ ਹੁੰਦੇ ਆ, ਠੀਕ ਹੈ, ਉਹਨਾਂ ਦੇ ਲਈ ਇੱਕ ਮਿੰਟ ਬੁੱਕ ਲੱਗੀ ਹੋਈ ਹੁੰਦੀ ਹੈ ਜਿਹਨੂੰ ਅਸੀਂ ਇੰਸਪੈਕਟਿੰਗ ਬੁੱਕ ਵੀ ਕਹਿ ਸਕਦੇ ਹਾਂ। ਉਹਦੇ ਵਿੱਚ ਉਹ ਆਪਣੇ ਜਿਹੜੇ ਨੋਟ ਹੁੰਦੇ ਆ ਅੱਗੇ ਦਰਜ ਕਰਦੇ ਆ। ਦ ਰਿਮਾਰਕ ਸ਼ੁੱਡ ਬੀ ਰਿਟਨ ਇਨ ਇੰਗਲਿਸ਼। ਜ਼ਿਆਦਾਤਰ ਕਿਹਾ ਗਿਆ ਵੀ ਇੰਗਲਿਸ਼ ਦੇ ਵਿੱਚ ਰਿਮਾਰਕਸ ਦੇਣੇ ਹੁੰਦੇ ਆ, ਪਰ ਨਹੀਂ ਤਾਂ ਅਗਲਾ ਜੇ ਨਹੀਂ ਇੰਗਲਿਸ਼ ਆਉਂਦੀ ਉਹਨੂੰ ਤਾਂ ਆਪਦੀ ਲੋਕਲ ਲੈਂਗੁਏਜ ਜਿਹੜੀ ਉਹਨੂੰ ਆਉਂਦੀ ਆ ਆਫੀਸਰ ਨੂੰ, ਉਹ 'ਚ ਆਪਦੇ ਰਿਮਾਰਕਸ ਦੇ ਸਕਦਾ ਹੈ ਜਿਹੜਾ ਵੀ ਅਧਿਕਾਰੀ ਕੋਈ ਸਾਡੇ ਦਫ਼ਤਰ ਦੀ ਇੰਸਪੈਕਸ਼ਨ ਕਰਨ ਦੇ ਲਈ ਆਉਂਦਾ ਹੈ। ਇੱਥੇ ਅਗਲੇ 'ਚ ਕਿਹਾ ਗਿਆ ਪਾਰਟ 2 ਦੇ ਵਿੱਚ ਕਿਹਾ ਗਿਆ ਵੀ ਮਤਲਬ ਕਿ ਇੱਕ ਸੈੱਟ ਲੱਗੇਗਾ, ਚਾਹੇ ਅਫਸਰ 2 ਹੋਣ, ਸਬ ਰਜਿਸਟਰਾਰ ਜੁਆਇੰਟ ਸਬ ਰਜਿਸਟਰਾਰ ਹੋਵੇ, ਪਰ ਸੈੱਟ ਇੱਕ ਹੀ ਲੱਗੇਗਾ। ਫਿਰ ਆ ਗਿਆ ਪਾਰਟ 3 ਦੇ ਵਿੱਚ ਇੱਕ ਮਿਸਲਬੰਦ ਰਜਿਸਟਰ ਲੱਗਿਆ ਜਾਂਦਾ ਹੈ। ਮਿਸਲਬੰਦ ਰਜਿਸਟਰ ਕੀ ਹੁੰਦਾ ਹੈ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੋਏਗਾ। ਇਨ ਦਾ ਫੋਲੋਇੰਗ ਫਾਰਮਸ ਮਿਸਲਬੰਦ ਸਾਡੇ ਦਫ਼ਤਰ 'ਚ ਕਿੰਨੀਆਂ ਮਿਸਲਾਂ ਹੈਗੀਆਂ ਨੇ, ਕਿਹੜੀ ਮਿਸਲ, ਠੀਕ ਹੈ, ਮਤਲਬ ਕਿ ਰਜਿਸਟਰ ਸਮਾਨ ਜਿਹਨੂੰ ਆਪਾਂ ਕਹਿ ਲਈਏ, ਆਪਣੇ ਜਿਵੇਂ ਪਟੌਰੀ ਹਲਕਾ ਦੇ ਪਾਸ ਹੁੰਦਾ ਰਜਿਸਟਰ ਸਮਾਨ, ਇੱਦਾਂ ਇੱਕ ਮਿਸਲਬੰਦ ਰਜਿਸਟਰ ਹੁੰਦਾ ਹੈ। ਮਿਸਲਬੰਦ ਰਜਿਸਟਰ ਦੇ ਵਿੱਚ ਟੋਟਲ ਮਿਸਲਾਂ ਦਫ਼ਤਰ ਦੀਆਂ ਦਰਜ ਕੀਤੀਆਂ ਜਾਂਦੀਆਂ ਨੇ ਵੀ ਇਸ ਦਫ਼ਤਰ 'ਚ ਕਿਹੜੀਆਂ ਮਿਸਲਾਂ ਪਈਆਂ ਨੇ, ਉਹਦੇ ਫਾਈਲ ਨੰਬਰ ਪਾਇਆ ਜਾਂਦਾ ਹੈਗਾ ਤੇ ਡੇਟ ਆਫ ਇੰਸਟੀਟਿਊਸ਼ਨ ਕਦੋਂ ਇਹ ਦਾਇਰ ਹੋਈ ਸੀਗੀ, ਸਬਜੈਕਟ ਕੀ ਹੈਗਾ, ਨੇਮ ਆਫ ਦਾ ਪਾਰਟੀਆਂ ਦੇ ਕੀ ਨਾਮ ਹੈਗੇ ਆ। ਮਤਲਬ ਇਹ ਕਹਿ ਲਈਏ ਵੀ ਜਿਹੜਾ ਮਿਸਲਬੰਦ ਰਜਿਸਟਰ ਇੱਥੋਂ ਅਸੀਂ ਜਿਹੜਾ ਚਾਰਜ ਹੈਗਾ ਲੈਣ ਦੇਣ ਕਰਦੇ ਆ, ਕੰਸਰਨਡ ਜਿਹੜੇ ਸਾਡੇ ਕਰਮਚਾਰੀ ਹੁੰਦੇ ਆ, ਸਾਰੀਆਂ ਕਾਈਂਡ ਆਫ ਦਾ ਡੀਡਸ, particulars of the property, date of the
ਕੰਪਲੀਸ਼ਨ ਆਫ ਦਾ ਫਾਈਲ ਫਾਈਲ ਕਦੋਂ ਸ਼ੁਰੂ ਹੋਈ ਸੀ, ਕਦੋਂ ਇਹ ਫਾਈਲ ਖਤਮ ਹੋ ਗਈ, ਮਤਲਬ ਟੋਟਲ ਫਾਈਲਾਂ ਜਿਹਨੇ ਦਫ਼ਤਰ ਦੀਆਂ ਹੁੰਦੀਆਂ ਨੇ ਸਾਰੀਆਂ ਮਿਸਲ-ਬੰਦ ਰਜਿਸਟਰ ਦਰਜ ਕੀਤੀਆਂ ਜਾਂਦੀਆਂ। ਨੈਕਸਟ ਆ ਗਿਆ ਜੀ ਪੈਰਾ 97 ਫਾਈਲਸ ਆਫ ਐਪਲੀਕੇਸ਼ਨਸ ਔਰ ਕਾਪੀਜ਼। ਕੁਝ ਸਾਡੇ ਕੋਲੇ ਫਾਈਲਾਂ ਲੱਗਦੀਆਂ ਅਰਜ਼ੀਆਂ ਦੀਆਂ, ਐਪਲੀਕੇਸ਼ਨਾਂ ਦੀਆਂ, ਐਪਲੀਕੇਸ਼ਨ ਬਾਅਦ ਕਾਪੀਜ਼ ਆਫ ਰਜਿਸਟਰਡ ਡਾਕੂਮੈਂਟਸ। ਕੋਈ ਬੰਦਾ ਡਾਕੂਮੈਂਟ ਕਾਪੀਜ਼ ਆਫ ਰਜਿਸਟਰਡ ਡਾਕੂਮੈਂਟਸ, ਐਪਲੀਕੇਸ਼ਨਸ ਫਾਰ ਦਾ ਕਾਪੀਜ਼ ਆਫ ਰਜਿਸਟਰਡ ਡਾਕੂਮੈਂਟ। ਰਜਿਸਟਰਡ ਡਾਕੂਮੈਂਟਾਂ ਦੀ ਨਕਲ ਲੈਣ ਦੀ ਖਾਤਰ ਸਾਡੇ ਕੋਲ ਅਰਜ਼ੀਆਂ ਆਉਂਦੀਆਂ ਨੇ, ਠੀਕ ਹੈ। ਉਹਨਾਂ ਦੀ ਜਿਹੜੀਆਂ ਅਰਜ਼ੀਆਂ ਉਹ ਵੀ ਅਸੀਂ ਸੰਭਾਲ ਕੇ ਰੱਖਣੀਆਂ ਹੁੰਦੀਆਂ ਨੇ। ਉਹਦਾ ਵੀ ਜਿਹੜਾ ਹੈਗਾ ਐਨੂਅਲ ਬੰਡਲ ਬਣਦਾ ਹੈ, ਸਾਲ ਦਰ ਸਾਲ ਉਹਦੇ ਬੰਡਲ ਬਣ ਕੇ ਜਿਹੜੇ ਹੈਗੇ ਰਿਕਾਰਡ 'ਚ ਰੱਖੇ ਜਾਂਦੇ ਹੈਗੇ। ਐਂਡ ਇੰਡੈਕਸ ਸ਼ੈਲ ਬੀ ਅਟੈਚਡ, ਜਿਹੜੇ ਇਹ ਬੰਡਲ ਬਣਾਏ ਜਾਂਦੇ ਆ ਉਸ ਬੰਡਲਾਂ ਦੇ ਉੱਪਰ ਇੱਕ ਇੰਡੈਕਸ ਵੀ ਲਗਾਇਆ ਜਾਂਦਾ ਹੈ ਵੀ ਕਿਹੜੀ ਜਿਹੜੀ ਐਪਲੀਕੇਸ਼ਨ ਹੈ। ਐਂਡ ਇੰਡੈਕਸ ਸ਼ੈਲ ਬੀ ਅਟੈਚਡ ਟੂ ਦਿਸ ਬੰਡਲ ਗਿਵਿੰਗ ਸੀਰੀਅਲ ਨੰਬਰ, ਈਅਰ, ਡੇਟ ਆਫ ਦਾ ਐਪਲੀਕੇਸ਼ਨ, ਅਮਾਊਂਟ ਫੀਸ, ਉਦੋਂ ਕਿੰਨੀ ਫੀਸ ਲਈ ਗਈ ਸਰਕਾਰੀ, ਡੇਟ ਆਫ ਦਾ ਗ੍ਰਾਂਟ ਆਫ ਦਾ ਕਾਪੀ, ਉਹਨੂੰ ਨਕਲ ਦੇ ਦਿੱਤੀ ਗਈ, ਕਦੋਂ ਦਿੱਤੀ ਗਈ, ਠੀਕ ਹੈ। ਨੇਮ ਆਫ ਦਾ ਐਪਲੀਕੈਂਟ, ਉਹਦਾ ਕੀ ਨਾਮ ਸੀਗਾ। ਇੱਦਾਂ ਜਿਹੜੀਆਂ ਸਾਡੇ ਕੋਲ ਅਰਜ਼ੀਆਂ ਆਉਂਦੀਆਂ ਨੇ ਉਹਨਾਂ ਅਰਜ਼ੀਆਂ ਦਾ ਸਾਰਾ ਇਹਦਾ ਇੱਕ ਬੰਡਲ ਬਣਦਾ, ਬੰਡਲ ਦੇ ਉੱਪਰ ਇੱਕ ਇੰਡੈਕਸ ਬਣ ਜਾਂਦਾ। ਫਿਰ ਕੀ ਹੈ 97 ਦਾ ਸਬ ਪੈਰਾ 3 ਦੇ ਵਿੱਚ ਕੀ ਕਿਹਾ ਗਿਆ, ਔਨ ਦਾ ਰਿਸੀਟ ਆਫ ਐਨ ਐਪਲੀਕੇਸ਼ਨ ਫਾਰ ਏ ਕਾਪੀ। ਜਦੋਂ ਸਾਡੇ ਕੋਲ ਕੋਈ ਅਰਜ਼ੀ ਆਉਂਦੀ ਹੈ ਕਾਪੀ ਲੈਣ ਦੀ ਖਾਤਰ A, B ਐਂਡ E ਦੇ ਸੰਬੰਧ ਵਿੱਚ, ਉੱਪਰ ਪੜਿਆ ਆਪਾਂ ਨੇ ਸੀਰੀਅਲ ਨੰਬਰ, B 'ਚ ਹੈਗਾ ਡੇਟ ਆਫ ਦਾ ਐਪਲੀਕੇਸ਼ਨ, E 'ਚ ਹੈਗਾ name of the applicant, will be filled up and the serial number endorsed on the application after the copy। ਜਦੋਂ ਕਾਪੀ ਦਿੱਤੀ ਗਈ ਉਸ ਨੂੰ ਫਿਰ C and D ਦੇ ਜਿਹੜੇ ਕਾਲਮ ਨੇ ਉਦੋਂ ਪੂਰੇ ਕੀਤੇ ਜਾਂਦੇ ਆ। then 98 ਹੈਗਾ use of English numbers। ਜਦੋਂ ਅਸੀਂ ਇੰਡੈਕਸਸ ਬਣਾਉਂਦੇ ਆ ਅਸੀਂ ਅਲਫਾਬੈਟਿਕਲੀ ਜਿਹੜੇ ਇੰਡੈਕਸਸ ਬਣਾ ਕੇ ਉਹਦੇ ਉੱਪਰ ਅਲਫਾਬੈਟਿਕਲੀ A ਵਾਲੇ ਨੰਬਰ, A ਵਾਲੇ ਨਾਮ, B ਵਾਲੇ ਨਾਮ, C ਵਾਲੇ ਨਾਮ, ਠੀਕ ਹੈ। ਇੱਥੇ ਕਿਹਾ ਵੀ ਜਿਹੜੇ ਇੰਗਲਿਸ਼ ਦੀ ਜਿਹੜੀ ਸਾਡੇ ਇੰਡੋਰਸਮੈਂਟਸ ਹੈਗੀਆਂ ਨੇ, English numerals should be used in all the register endorsements on the deeds, receipt book A and B and all other registration record। ਮਤਲਬ ਕਿ ਇੱਥੇ ਇਹ ਕਿਹਾ ਗਿਆ ਹੈ ਵੀ ਜਿਹੜੇ ਇੰਗਲਿਸ਼ ਦੇ ਨਿਊਮਰਲਸ ਹੈਗੇ ਆ ਉਹ ਅਸੀਂ ਯੂਜ਼ ਕਰਦੇ ਆ ABC ਵਗੈਰਾ। ਕੋਈ ਇੰਡੈਕਸ ਬਣਦੇ ਆ, ਕੋਈ ਬੁੱਕਸ ਬਣ ਲੱਗਦੀਆਂ ਉੱਥੇ। ਕੈਂਸਲੇਸ਼ਨ ਐਂਡ ਰੀਕਾਪਿੰਗ ਆਫ ਰਜਿਸਟਰਡ ਡਾਕੂਮੈਂਟਸ। ਨੈਕਸਟ ਪੈਰਾ 99 ਹੈਗਾ ਕੈਂਸਲੇਸ਼ਨ ਐਂਡ ਰੀਕਾਪਿੰਗ ਆਫ ਰਜਿਸਟਰਡ ਡਾਕੂਮੈਂਟਸ। ਕਿਸੇ ਕੋਰਟ ਦਾ ਕੋਈ ਆਰਡਰ ਆ ਗਿਆ, ਕੋਰਟ ਨੇ ਆਰਡਰ ਦੇ ਰਾਹੀਂ ਕਿਸੇ ਕੋਈ ਰਜਿਸਟਰੀ ਹੈਗੀ ਹੈ ਜਿਹੜੀ ਕੈਂਸਲ ਕਰ ਦਿੱਤੀ। ਆਪਾਂ ਪਿੱਛੇ ਵੀ ਪੜ੍ਹ ਕੇ ਗਿਆ, ਕੋਈ ਕਾਪੀ ਰਜਿਸਟਰੀ, ਕੋਈ ਡਾਕੂਮੈਂਟ ਆ ਰਜਿਸਟਰਡ ਕੈਂਸਲ ਕਰ ਦਿੱਤਾ। ਕੈਂਸਲੇਸ਼ਨ ਆਫ ਰਜਿਸਟਰਡ ਡਾਕੂਮੈਂਟਸ ਬਾਈ ਆਰਡਰਸ ਆਫ ਏ ਕੋਰਟ। ਆਪਾਂ ਪਿੱਛੇ ਪੜ੍ਹਿਆ ਸੀਗਾ ਵੀ ਤਾਂ ਕਿ ਜੇ ਕੋਈ ਡਾਕੂਮੈਂਟ ਨੂੰ ਕੋਈ ਕੋਰਟ ਮਤਲਬ ਕੈਂਸਲ ਕਰ ਦਿੰਦੇ ਤਾਂ ਅਸੀਂ ਕੀ ਕਰਨਾ ਹੁੰਦਾ, ਅਸੀਂ ਕੰਸਰਨ ਰਜਿਸਟਰੀ ਪਰ ਪਹੁੰਚਾਂਗੇ ਜਿਹੜੀ ਰਜਿਸਟਰੀ ਕੈਂਸਲ ਕੀਤੀ ਗਈ ਹੈ, ਠੀਕ ਹੈ। ਉਸ ਰਜਿਸਟਰੀ ਤੇ ਨੋਟ ਦਿੱਤਾ ਜਾਏਗਾ ਉਹਦੇ ਕੈਫੀਅਤ ਦੇ ਵਿੱਚ ਕਿਹੜੀ ਕੋਰਟ ਨੇ ਕਿਹੜੀ ਤਰੀਕ ਨੂੰ ਕਿਸ ਜਿਹੜਾ ਹੈਗਾ ਆਰਡਰ ਨੰਬਰ ਕੀ ਹੈਗਾ ਤੇ ਡੇਟ ਕੀ ਹੈਗੀ ਹੈ, ਕਦੋਂ ਫੈਸਲਾ ਹੋਇਆ, ਕਿਸ ਦੇ ਰਾਹੀਂ ਜਿਹੜਾ ਹੈ ਕਿਹੜੀ ਕੋਰਟ ਹੈਗੀ ਹੈ, ਕਿਸ ਨੇ ਜਿਹੜਾ ਇਹ ਡਾਕੂਮੈਂਟ ਜਿਹੜਾ ਕੈਂਸਲ ਕੀਤਾ ਗਿਆ, ਉਹ ਸਾਰਾ ਬਰੀਫ ਜਿਹੜਾ ਵੇਰਵਾ ਹੈਗਾ ਉਹ ਉਸ ਕੰਸਰਨ ਫਾਈਲ ਦੇ ਹੈਗੀ ਹੈ ਜਿਹੜੀ ਰਜਿਸਟਰੀ ਹੈਗੀ ਹੈ ਉਹਦੇ ਕੈਫੀਅਤ ਵਿੱਚ ਨੋਟ ਦਿੱਤਾ ਜਾਵੇਗਾ। Any registered document cancelled by order of the court, copy of the decree is sent to the office in which it was registered, a note as to the cancellation signed। ਤਾਂ ਨੋਟ ਦੇ ਕੇ ਜਿਹੜਾ ਲਾਲਸ਼ੀ ਦੇ ਨਾਲ ਨੋਟ ਦਿੱਤਾ ਜਾਵੇਗਾ, ਜਿਹੜਾ ਰਜਿਸਟਰਿੰਗ ਆਫਿਸਰ ਹੈਗਾ ਮੌਕੇ ਦਾ ਉਹ ਉੱਥੇ ਜਿਹੜਾ ਹੈਗਾ ਆਪਣੇ ਸਾਈਨ ਕਰੇਗਾ। ਤੇ ਨਾਲ ਹੀ ਜਿਹੜਾ ਇਹ ਇਦਾਂ ਦੇ ਜਿਹੜੇ ਡਾਕੂਮੈਂਟ ਸਾਡੇ ਕੋਲੇ ਆਰਡਰਸ ਆਉਂਦੇ ਆ ਉਹਨਾਂ ਨੂੰ ਵੀ ਅਸੀਂ ਬੰਡਲ ਦੇ ਰੂਪ ਦੇ ਵਿੱਚ ਸਾਲ ਦਰ ਸਾਲ ਕਲੈਕਟ ਕਰਕੇ ਉਹਦੇ ਉੱਪਰ ਵੀ ਇੰਡੈਕਸ ਲਗਾ ਕੇ ਉਹਨਾਂ ਨੂੰ ਰੱਖਿਆ ਜਾਏਗਾ ਆਫਿਸ ਦੇ ਵਿੱਚ। ਨੈਕਸਟ ਹੈ ਪੈਰਾ 100 ਕੈਂਸਲੇਸ਼ਨ ਆਫ ਮੌਰਗੇਜ ਡੀਡਸ ਅੰਡਰ ਲੈਂਡ ਅਲਾਈਨੇਸ਼ਨ ਐਕਟ। ਕੁਝ ਸਮਾਂ ਸੀਗਾ ਜਦੋਂ ਮੌਰਗੇਜ ਹੁੰਦੀਆਂ ਸੀਗੀਆਂ, ਕੁਝ ਸਮਾਂ ਸੀ ਪਰ ਹੁਣ ਤਾਂ ਨਹੀਂ ਹੈਗਾ। ਮੌਰਗੇਜ ਦੇ ਵਿੱਚ ਕੀ ਨਾਲ ਸੀ, ਨਾਲ ਇੱਕ ਕੰਡੀਸ਼ਨ ਆ ਜਾਂਦੀ ਸੀ ਸੇਲ ਦੀ। ਕੁਝ ਲੋਕ ਜਿਹੜੇ ਹੁੰਦੇ ਸੀਗੇ ਉਹ ਇੰਨਾ ਪੈਸਾ ਕਿਸੇ ਨੂੰ ਦੇ ਦਿੰਦੇ ਸੀ ਉਧਾਰ, ਤੇ ਨਾਲ ਹੀ ਫਿਰ ਇਹ ਕਹਿੰਦੇ ਵੀ ਜੇ ਤੂੰ ਇੰਨੀ ਦੇਰ ਤੱਕ ਮੇਰਾ ਪੈਸਾ ਇਹ ਵਾਪਸ ਨਾ ਕੀਤਾ ਤਾਂ ਮੇਰੇ ਕੋਲੇ ਜਿਹੜੀ ਓਨਰਸ਼ਿਪ ਦੇ ਜਿਹੜੇ ਰਾਈਟਸ ਹੈਗੇ ਆ ਉਹ ਆ ਜਾਣਗੇ। ਪਰ ਹੁਣ ਇਹ ਜਿਹੜਾ ਹੈਗਾ ਰਿਮਿਟ ਹੋ ਚੁੱਕਿਆ ਹੈ। ਹੁਣ ਇਦਾਂ ਦਾ ਕੋਈ ਮੌਰਗੇਜ ਨਹੀਂ ਹੋ ਸਕਦੀ ਜਿਹਦੇ ਵਿੱਚ ਤੁਸੀਂ ਓਨਰਸ਼ਿਪ ਦੇ ਜਿਹੜੇ ਰਾਈਟਸ ਹੈ ਲੈ ਸਕਦੇ ਹੋ। ਪਰ ਜੇਕਰ ਫਿਰ ਵੀ ਕੋਈ ਵਿਅਕਤੀ ਚਲਾਕੀ ਦੇ ਨਾਲ ਕੋਈ ਇਦਾਂ ਦੇ ਆਰਡਰ ਇਦਾਂ ਦਾ ਕੋਈ ਮੌਰਗੇਜ ਕਰਵਾ ਲੈਂਦਾ ਸੀਗਾ ਤਾਂ ਫਿਰ ਡਿਪਟੀ ਕਮਿਸ਼ਨਰ ਕੋਲੇ ਕੋਈ ਜਾ ਕੇ ਕੰਪਲੇਂਟ ਕਰਦਾ ਸੀ। ਕੋਈ ਵਿਅਕਤੀ ਕੰਸਰਨ ਪਰਸਨ ਜਿਹੜਾ ਹੁੰਦਾ ਸੀਗਾ ਉਹ ਅਰਜ਼ੀ ਦਿੰਦਾ ਸੀ ਤਾਂ ਡਿਪਟੀ ਕਮਿਸ਼ਨਰ ਕੋਲੇ ਅਧਿਕਾਰ ਹੁੰਦਾ ਸੀ ਵੀ ਇਦਾਂ ਦੀ ਜਿਹੜੀ ਮੌਰਗੇਜ ਹੈਗੀ ਉਹਨੂੰ ਕੈਂਸਲ ਕੀਤੀ ਜਾ ਸਕਦੀ ਸੀਗੀ। When a mortgage deed is cancelled by the deputy commissioner under subsection 2
of section 9 of the Punjab Alienation of Land Act 1900। ਪੰਜਾਬ ਅਲਾਈਨੇਸ਼ਨ ਆਫ ਲੈਂਡ ਐਕਟ 1900 ਕੋਈ ਬਣਿਆ ਹੋਇਆ ਹੈਗਾ, ਮੈਂ ਤਾਂ ਕਦੇ ਪੜ੍ਹਿਆ ਨਹੀਂ ਕਰ ਇਹ, ਪਰ ਇਹਦੇ ਤਹਿਤ ਜਿਹੜੀ ਸੈਕਸ਼ਨ 2 ਹੈਗੀ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਅਧਿਕਾਰ ਹੈਗੇ ਆ ਵੀ ਇਦਾਂ ਦੀ ਕੋਈ ਮੌਡਗੇਜ ਕੋਈ ਚਲਾਕੀ ਨਾਲ ਕਰਵਾ ਲੈਂਦਾ ਹੈ, ਠੀਕ ਹੈ, ਜੋ ਕੋਈ ਬੰਦਾ ਕਰਜ਼ੇ 'ਚ ਦੱਬਿਆ ਹੋਇਆ ਤਾਂ ਉਸ ਨੂੰ ਉਹਦੀ ਪ੍ਰੋਪਰਟੀ ਨੂੰ ਹੜੱਪ ਕਰਨ ਵਾਲੀ ਗੱਲ ਇੱਕ ਤਰ੍ਹਾਂ ਦੀ ਹੈਗੀ ਹੈ ਵੀ ਉਹਦੇ ਜਿਹੜੇ ਰਾਈਟਸ ਨੇ ਉਹਦੇ ਓਨਰਸ਼ਿਪ ਦੇ ਰਾਈਟਸ ਬਣ ਜਾਂਦੇ ਆ, ਪਰ ਨਹੀਂ ਇਦਾਂ ਦੀ ਨਹੀਂ ਹੋ ਸਕਦਾ। ਇਦਾਂ ਦਾ ਜਿਹੜਾ ਹੈਗਾ ਇਦਾਂ ਦਾ ਡਾਕੂਮੈਂਟ ਹੈ ਡਿਪਟੀ ਕਮਿਸ਼ਨਰ ਵੱਲੋਂ ਰੱਦ ਕਰ ਦਿੱਤਾ ਜਾਂਦਾ ਸੀਗਾ। ਫਿਰ ਨੋਟ ਆਫ ਕੈਂਸਲੇਸ਼ਨ ਇਨ ਰੈਡਿੰਗ, ਜਿੱਥੇ ਵੀ ਇਹ ਡਾਕੂਮੈਂਟ ਰੈਡ ਕੀਤਾ, ਜਿੱਥੇ ਇਹ ਡਾਕੂਮੈਂਟ ਰਜਿਸਟਰ ਕੀਤਾ ਹੋਇਆ ਹੁੰਦਾ ਸੀਗਾ ਉੱਥੇ ਲਾਸ਼ ਇਹਦੇ ਨਾਲ ਜਿਹੜਾ ਨੋਟ ਦਿੱਤਾ ਜਾਂਦਾ ਸੀਗਾ ਉਸ ਮੌਕੇ ਦੇ ਸਬ ਰਜਿਸਟਰਾਰ ਵੱਲੋਂ, ਜਦੋਂ ਡਿਪਟੀ ਕਮਿਸ਼ਨਰ ਦਾ ਆਰਡਰ ਹੈ ਦਫ਼ਤਰ ਦੇ ਵਿੱਚ ਆਉਂਦਾ ਸੀਗਾ। ਰਿਮਾਰਕਸ ਆਪੋਜੀਟ ਆਫ ਦਾ ਕਾਪੀ ਆਫ ਦਾ ਡਾਕੂਮੈਂਟ ਕੰਸਰਨ, ਜਿਹੜਾ ਡਾਕੂਮੈਂਟ ਰਜਿਸਟਰ ਕੀਤਾ ਗਿਆ ਉਹਨੂੰ ਕੈਂਸਲ ਸੰਬੰਧੀ ਲਾਸ਼ੀ ਨਾਲ ਨੋਟ ਦਿੱਤਾ ਜਾਂਦਾ ਉੱਥੇ। ਦੈਨ ਹੈ ਪੈਰਾ 101 ਰਿਵੀਜ਼ਨ ਆਫ ਮੌਰਗੇਜ ਡੀਡਸ ਅੰਡਰ ਲੈਂਡ ਅਲਾਈਨੇਸ਼ਨ ਐਕਟ। ਇਹ ਵੀ ਉਹੀ ਹੈਗੀ ਹੈ, ਕੰਡੀਸ਼ਨਲ ਸੇਲ ਡੀਡ ਇਜ਼ ਸਟ੍ਰਕ ਆਊਟ, ਜਾਂ ਫਿਰ ਕੀਤਾ ਜਾਂ ਇਦਾਂ ਹੁੰਦਾ ਸੀਗਾ ਮੌਰਗੇਜ ਡੀਡ ਹੋ ਗਈ, ਉੱਪਰ ਤਾਂ ਹੈਗਾ ਵੀ ਬਿਲਕੁਲ ਹੀ ਉਹਨੂੰ ਕੈਂਸਲ ਕਰ ਦਿੱਤਾ, ਠੀਕ ਹੈ। ਇਹ ਪੈਰਾ 101 ਹੈਗਾ, ਇਹਦੇ 'ਚ ਰਿਵੀਜ਼ਨ ਵੀ ਕੀਤੀ ਜਾ ਸਕਦੀ ਹੈ ਉਸ ਡਾਕੂਮੈਂਟ ਦੇ ਵਿੱਚ। ਮੌਰਗੇਜ ਹੋ ਗਈ, ਵਿਅਕਤੀ ਨੇ ਮਤਲਬ ਕਿ ਕਿਸੇ ਚਲਾਕੀ ਦੇ ਨਾਲ ਉਸ ਮੌਰਗੇਜ ਡੀਡ ਦੇ ਵਿੱਚ ਲਿਖਾ ਲਿਆ ਵੀ ਇੰਨੇ ਸਾਲਾਂ ਤੱਕ ਜੇ ਤੂੰ ਇਹ ਪ੍ਰੋਪਰਟੀ ਮੇਰੀ ਪੇਮੈਂਟ ਅਦਾ ਕਰਕੇ ਇਹਨੂੰ ਫੱਕ ਨਹੀਂ ਕਰਾ ਲੈਂਦਾ ਤਾਂ ਮੈਂ ਉਸ ਤੋਂ ਬਾਅਦ ਜੇ ਤੂੰ ਫੱਕ ਨਹੀਂ ਕਰਾਂਦਾ ਤਾਂ ਮੈਂ ਇਹਦਾ ਮਾਲਕ ਬਣਾਂਗਾ, ਠੀਕ ਹੈ। ਪਰ ਜਦੋਂ ਕੋਈ ਡਿਪਟੀ ਕਮਿਸ਼ਨਰ ਕੋਲ ਕੇਸ ਚੱਲਦਾ ਸੀਗਾ ਤਾਂ ਉਹ ਜਿਹੜਾ ਐਕਟ ਬਣਿਆ ਉੱਪਰਲਾ ਆਪਾਂ ਪੜ੍ਹ ਕੇ ਗਏ ਹਾਂ, ਪੰਜਾਬ ਅਲਾਈਨੇਸ਼ਨ ਆਫ ਲੈਂਡ ਐਕਟ 1900, ਠੀਕ ਹੈ। ਇਸ ਐਕਟ ਦੇ ਤਹਿਤ ਡੀਸੀ ਇਸ ਜਿਹੜਾ ਮੌਰਗੇਜ ਡੀਡ ਹੈ ਉਹਦੇ ਵਿੱਚ ਰਿਵੀਜ਼ਨ ਵੀ ਕੀਤੀ ਜਾ ਸਕਦੀ ਹੈ। ਉਸ ਨੂੰ ਉਹ ਵਾਲਾ ਜਿਹੜਾ ਪੋਰਸ਼ਨ ਹੈ ਜਿੱਥੇ ਕੰਡੀਸ਼ਨਲ ਸੇਲ ਲਿਖੀ ਹੈ ਉਸ ਨੂੰ ਸਟ੍ਰਕ ਆਫ ਕਰਕੇ ਜਿਹੜੀ ਰਿਵੀਜ਼ਨ ਹੈ ਜਿਹੜੀ ਮੌਰਗੇਜ ਹੈ ਉਹਨੂੰ ਸਟੈਂਡ ਬਾਈ ਰੱਖਿਆ ਜਾ ਸਕਦਾ ਹੈ। ਇਦਾਂ ਦਾ ਜੇ ਕੋਈ ਆਰਡਰ ਡੀਸੀ ਵੱਲੋਂ ਆਉਂਦਾ ਸੀਗਾ ਤਾਂ ਉਹਦਾ ਵੀ ਜਿਹੜਾ ਨੋਟ ਹੈਗਾ ਲਾਸ਼ੀ ਦੇ ਨਾਲ ਕੰਸਰਨ ਡਾਕੂਮੈਂਟ ਦੇ ਖਾਨਾ ਕੈਬ ਵਿੱਚ ਦਿੱਤਾ ਜਾਂਦਾ ਹੈ। ਇਹ ਪੈਰਾ 101 ਦੇ ਵਿੱਚ ਕਿਹਾ ਗਿਆ। ਪੈਰਾ 102 ਕੀ ਹੈ, ਰੀਕਾਪਿੰਗ ਆਫ ਦਾ ਡੀਡਸ ਐਂਟਰਡ ਇਨ ਰੋਂਗ ਬੁੱਕਸ। ਦੇਖੋ ਕਈ ਵਾਰੀ ਕੀ ਹੁੰਦਾ ਹੈ ਕੰਮ ਕਰਦੇ ਵਰਕ ਲੋਡ ਦੇ ਨਾਲ, ਕਈ ਵਾਰੀ ਕੋਈ ਡਾਕੂਮੈਂਟ ਹੁੰਦਾ ਕਿਸੇ ਹੋਰ ਬੁੱਕ 'ਚ ਪੇਸਟ ਹੋ ਜਾਂਦਾ ਗਲਤੀ ਨਾਲ, ਬੁੱਕ ਨੰਬਰ 1 'ਚ ਪੇਸਟ ਕਰਨਾ ਸੀ ਬੁੱਕ ਨੰਬਰ 2 'ਚ ਪੇਸਟ ਹੋ ਗਿਆ, ਸੌਰੀ ਬੁੱਕ ਨੰਬਰ 3 'ਚ ਪੇਸਟ ਹੋ ਗਿਆ ਜਾਂ ਬੁੱਕ ਨੰਬਰ 4 'ਚ ਪੇਸਟ ਹੋ ਗਿਆ, ਤਾਂ ਫਿਰ ਉੱਥੇ ਪਾਰਟੀ ਕੀ ਹੈਗੀ ਆ ਉਹ ਆਪਦਾ ਰਜਿਸਟ੍ਰੇਸ਼ਨ ਨੰਬਰ ਵੀ ਉਹਨੂੰ ਲੱਗ ਗਿਆ, ਠੀਕ ਹੈ। ਤੇ ਪਾਰਟੀ ਕੰਸਰਨ ਪਾਰਟੀ ਦੀ ਉਹਦੀ ਅਸਲੀ ਡਾਕੂਮੈਂਟ ਲੈ ਕੇ ਵੀ ਚਲੀ ਗਈ। ਜੇ ਤਾਂ ਪਾਰਟੀ ਲੈ ਕੇ ਜੇ ਨਹੀਂ ਗਈ ਫਿਰ ਤਾਂ ਅਸੀਂ ਕਰੈਕਸ਼ਨ ਉਹਦੀ ਕਰ ਸਕਦੇ ਹਾਂ, ਪਰ ਜੇ ਪਾਰਟੀ ਕੋਲ ਅਸਲ ਡਾਕੂਮੈਂਟ ਲੈ ਕੇ ਵੀ ਚਲੀ ਗਈ ਤੇ ਅਸੀਂ ਗਲਤ ਜਗ੍ਹਾ ਤੇ ਇਹ ਡਾਕੂਮੈਂਟ ਨੂੰ ਪੇਸਟ ਕਰ ਗਏ ਤਾਂ ਫਿਰ ਕੀ ਹੈਗਾ, when a deed has been copied into a wrong book it should be recopied into the proper register। ਫਿਰ ਜਿਹੜੇ ਅਸਲੀ ਜਿੱਥੇ ਲੱਗਣੀ ਸੀਗੀ ਉੱਥੇ ਰੀਕਾਪੀ ਕੀਤੀ ਜਾਂਦੀ ਹੈ, ਉੱਥੇ ਵੀ ਜਿਹੜੀ ਉਹਦੀ ਹੈਗੀ ਹੈ ਕਾਪੀ ਬਣਾ ਕੇ ਪੇਸਟ ਕਰ ਦਿੱਤੀ ਜਾਂਦੀ ਹੈ। ਐਂਡ ਏ ਨੋਟ ਐਸ ਟੂ ਦਾ ਟ੍ਰਾਂਸਫਰ ਮੇਡ ਅਗੇਂਸਟ ਦਾ ਓਰੀਜਨਲ ਐਂਟਰੀ, ਜਿਹੜੀ ਓਰੀਜਨਲ ਐਂਟਰੀ ਕੀਤੀ ਗਈ ਹੈ ਉੱਥੇ ਇੱਕ ਨੋਟ ਦਿੱਤਾ ਜਾਊਗਾ, ਠੀਕ ਹੈ, ਵੀ ਇਹ ਜਿਹੜਾ ਡਾਕੂਮੈਂਟ ਹੈ ਇਹ ਇਸ ਬੁੱਕ ਦੇ ਵਿੱਚ ਗਲਤੀ ਨਾਲ ਲੱਗ ਚੁੱਕਿਆ ਸੀਗਾ ਤੇ ਇਸ ਨੂੰ ਕੰਸਰਨ ਬੁੱਕ ਦੇ ਵਿੱਚ ਫਲਾਣੀ ਦੇ ਬੁੱਕ 'ਚ ਜਿਹੜਾ ਹੈਗਾ ਪੇਸਟ ਕਰ ਦਿੱਤਾ ਗਿਆ ਤੇ ਨਾਲ ਹੀ ਨਾਲ ਜਿਹੜਾ ਇੰਡੈਕਸ ਬਣਿਆ ਸੀ ਉਹਦਾ ਉਸ ਇੰਡੈਕਸ ਤੇ ਵੀ ਨੋਟ ਦਿੱਤਾ ਜਾਊਗਾ ਵੀ ਇਹ ਜਿਹੜਾ ਡਾਕੂਮੈਂਟ ਹੈ ਗਲਤ ਬੁੱਕ 'ਚ ਲੱਗ ਚੁੱਕਿਆ ਸੀਗਾ ਤੇ ਹੁਣ ਇਸ ਨੂੰ ਫਲਾਣੀ ਬੁੱਕ 'ਚ ਜਿਹੜਾ ਹੈਗਾ ਦਰਜ ਕੀਤਾ ਗਿਆ। ਤਾਂ ਜਿਹੜਾ ਇੰਡੈਕਸ ਦੇ ਵਿੱਚ ਵੀ ਜਿਸ ਬੁੱਕ 'ਚ ਦਰਜ ਕੀਤਾ ਗਿਆ ਜਿਹੜਾ ਉਹਦਾ ਇੰਡੈਕਸ ਹੈ ਉਹਦੇ ਇੰਡੈਕਸ ਦੇ ਵਿੱਚ ਵੀ ਕੰਸਰਨ ਜਿਹੜੀ ਹੈਗੀ ਲੋੜੀਂਦੀ ਜਿਹੜੀ ਹੈ ਕਰੈਕਸ਼ਨ ਕੀਤੀ ਜਾਵੇਗੀ। Authentication of register books. Authentication. Every entry made in book number 1, 3 and 4. Book number 1 'ਚ ਸਾਰੀਆਂ ਰਜਿਸਟਰੀਆਂ, book number 3 ਦੇ ਵਿੱਚ ਬਿਲਸ ਹੁੰਦੀਆਂ ਨੇ, book number 2 ਦੇ ਵਿੱਚ ਕੀ ਹੁੰਦੇ ਆ ਜਿਹੜੇ ਡਾਕੂਮੈਂਟ ਨੂੰ ਅਸੀਂ ਰਿਫਿਊਜ਼ ਕਰ ਦਿੰਦੇ ਆ ਰਜਿਸਟਰ ਕਰਨ ਤੋਂ, book number 2 'ਚ ਉਹ ਦਰਜ ਹੁੰਦੇ ਆ, book number 4 ਦੇ ਵਿੱਚ ਮਿਸਲੇਨੀਅਸ ਜਿਹੜੇ ਡਾਕੂਮੈਂਟ ਹੁੰਦੇ ਆ ਉਹ ਦਰਜ ਹੁੰਦੇ ਆ ਰਜਿਸਟਰ ਕਰਕੇ। shall be an exact counterpart of the original, ਮਤਲਬ ਕਿਹਾ ਗਿਆ ਵੀ ਜਿਹੜੀ ਰਜਿਸਟਰੀ ਓਰੀਜਨਲ ਹੈਗੀ ਹੈ ਸੇਮ ਹੀ ਉਹਦੀ ਕਾਪੀ ਹੋਣੀ ਚਾਹੀਦੀ ਹੈ book number 1, 3 and 4 ਦੀ। ਇਹ ਨਾ ਹੋਵੇ book number 1 'ਚ ਕੁਝ ਹੋਰ ਲੱਗਿਆ ਤੇ ਅਸਲੀ ਕਾਪੀ ਜਿਹੜੀ ਬੰਦਾ ਲੈ ਕੇ ਚਲਾ ਗਿਆ ਉਹ ਕੁਝ ਹੋਰ ਹੈਗੀ ਹੈ, ਵੀ ਨਹੀਂ exact counterpart of the original and shall be carefully compared with it, ਉਹਨੂੰ ਕੰਪੇਅਰ ਕਰਨਾ ਚਾਹੀਦਾ ਹੈਗਾ ਵੀ ਤਾਂ ਕਿ ਸੇਮ ਕਾਪੀ ਜਿਹੜੀ ਹੈਗੀ ਆ ਉਹ ਹੋਵੇ, ਓਰੀਜਨਲ ਦੀ ਸੇਮ ਕਾਪੀ ਹੋਣੀ ਚਾਹੀਦੀ ਹੈ ਜਿਹੜੀ ਅਸੀਂ ਬੁੱਕ ਪੇਸਟ ਕਰਨੀ ਹੈ। ਆਲ ਦਾ ਇੰਟਰਲਾਈਨੇਸ਼ਨਸ, ਬਲੈਂਕਸ, ਇਰੇਜ਼ਰਸ
ਜੇ ਕੋਈ ਓਵਰਰਾਈਟਿੰਗ ਹੋਈ ਵੀ ਹੈ, ਬਲੈਂਕਸ ਕੋਈ ਛੱਡਿਆ ਹੋਇਆ, ਕੋਈ ਪੇਜ ਕਿਸੇ ਕੋਈ ਕਾਲਮ ਥੋੜਾ ਜਿਹਾ ਖਾਲੀ ਛੱਡਿਆ ਹੋਇਆ ਹੈ, ਜਾਂ ਰੇਜ਼ਰਸ ਕਿਤੇ ਰੇਜ਼ਰਿੰਗ ਕੀਤੀ ਗਈ ਹੈ, ਕੋਈ ਆਲਟਰੇਸ਼ਨਸ ਕੀਤੀ ਗਈ ਹੈ which appears in the original shall be shown in the copy entered in the register। ਵੀ ਜੇ ਵੀ ਕੋਈ ਮਤਲਬ ਕਿ ਓਵਰਰਾਈਟਿੰਗ ਹੋਈ ਵੀ ਹੈ ਅਸਲ ਦੇ ਵਿੱਚ, ਜਾਂ ਕੋਈ ਬਲੈਂਕ ਛੱਡੇ ਗਏ ਆ, ਜਾਂ ਕੋਈ ਆਲਟਰੇਸ਼ਨਸ ਕੀਤੀ ਗਈ ਹੈ, ਉਹੀ ਸੇਮ ਹੀ ਹੋਣੀ ਚਾਹੀਦੀਆਂ, ਉਹਨੂੰ ਚੈੱਕ ਕੀਤਾ ਜਾਣਾ ਚਾਹੀਦਾ ਹੈਗਾ। ਉਹ ਆਫਿਸ ਕਾਪੀ ਦੇ ਵਿੱਚ ਸੇਮ ਹੋਣਾ ਚਾਹੀਦਾ ਹੈ, ਅਲੱਗ-ਅਲੱਗ ਨਹੀਂ ਹੋਣਾ ਚਾਹੀਦਾ ਵੀ ਉੱਥੇ ਕੁਝ ਹੋਰ ਲਿਖਿਆ ਹੈ, ਇੱਥੇ ਕੁਝ ਹੋਰ ਲਿਖਿਆ ਹੈ। Then para 104 errors in consecutive numbering। when an error has been made, ਜੇਕਰ ਅਸੀਂ ਸਾਡੇ ਤੋਂ ਕੋਈ ਐਰਰ ਹੋ ਗਈ, ਗਲਤੀ ਹੋ ਗਈ, ਨੰਬਰਿੰਗ ਚੱਲ ਰਹੀ ਹੈ ਰੈਗੂਲਰ 1 2 3 4 5 6 7 8 9, ਕਿਤੇ ਗਲਤੀ ਕਰਦੇ ਕਰਦੇ ਨੰਬਰਿੰਗ ਗਲਤ ਹੋ ਗਈ, ਠੀਕ ਹੈ, ਰਜਿਸਟਰ ਦੇ ਵਿੱਚ as prescribed in section 53 of the act, and the error is not discovered in time। ਸਾਨੂੰ ਉਸ ਵੇਲੇ ਜਦੋਂ ਐਰਰ ਹੋਈ ਹੈ ਉਸ ਵੇਲੇ ਸਾਨੂੰ ਨਹੀਂ ਪਤਾ ਲੱਗਿਆ। Limit of its corrections before the document is given back to the presenter। ਡਾਕੂਮੈਂਟ ਪ੍ਰੈਜ਼ੈਂਟ ਨੂੰ ਦਿੱਤਾ ਵੀ ਗਿਆ, ਨੰਬਰ ਲੱਗ ਗਿਆ, ਸਭ ਕੁਝ ਹੋ ਗਿਆ, ਪਰ ਐਰਰ ਫਿਰ ਵੀ ਰਹੇਗੀ, ਸਾਡੇ ਧਿਆਨ 'ਚ ਨਹੀਂ ਆਏਗੀ। ਔਰ ਦਾ ਪਾਰਟੀ ਅਥੋਰਾਈਜ਼ਡ ਬਾਈ ਹਿਮ, ਜਿਹੜੀ ਕੰਸਰਨ ਪਾਰਟੀ ਸੀ ਉਹਨੂੰ ਡਾਕੂਮੈਂਟ ਦਿੱਤਾ ਗਿਆ। erroneous number must be allowed to stand। ਇੱਥੇ ਕਿਹਾ ਗਿਆ ਵੀ ਜਿਹੜਾ ਸਾਡੇ ਤੋਂ ਨੰਬਰ ਗਲਤ ਲੱਗ ਗਿਆ ਤਾਂ ਗਲਤ ਲੱਗ ਗਿਆ, ਕੋਈ ਗੱਲ ਨਹੀਂ, ਲੱਗ ਗਿਆ ਤਾਂ ਲੱਗ ਗਿਆ, ਉਸ ਨੂੰ ਸਟੈਂਡ ਬਾਈ ਰਹਿਣਾ ਚਾਹੀਦਾ, ਉਦੋਂ ਇਹ ਨਹੀਂ ਵੀ ਕੱਟ ਕੇ ਤੁਸੀਂ ਆਪਦਾ ਚੇਂਜ ਕਰ ਦਿਓ ਉਸਨੂੰ। ਵੀ ਜਿਹੜੀ ਰਿਸ਼ਤੀ ਹੋਈ ਹੈ ਉਹਦਾ ਨੰਬਰ ਹੈਗਾ 4 ਤੇ ਤੁਹਾਡੇ ਤੋਂ ਗਲਤੀ ਨਾਲ 5 ਨੰਬਰ ਪੈ ਗਿਆ ਜਾਂ 6 ਨੰਬਰ ਪੈ ਗਿਆ, ਤੁਸੀਂ ਕੱਟ ਕੇ ਉਸਨੂੰ ਜਿਹੜੀ ਪਾਰਟੀ ਹੈ ਕੰਸਰਨ ਨੂੰ 4 ਨੰਬਰ ਲਿਖ ਕੇ ਦਿੱਤਾ ਗਿਆ, ਠੀਕ ਹੈ ਨਾ, ਸੌਰੀ 5 ਜਾਂ 6 ਨੰਬਰ ਲਿਖ ਕੇ ਦਿੱਤਾ ਗਿਆ, ਪੈਣਾ ਸੀ 4 ਨੰਬਰ, ਤੇ ਪਾਰਟੀ ਕੋਲੇ 5 ਨੰਬਰ ਲਿਖ ਕੇ ਚਲਾ ਗਿਆ, ਤੇ ਤੁਸੀਂ ਕੱਟ ਕੇ ਉਸਨੂੰ ਕਰੈਕਸ਼ਨ ਕਰ ਦਵੋ, ਪਰ ਨਹੀਂ, ਉਹ ਕਹਿੰਦੇ ਨਹੀਂ, erroneous number must be allowed to stand by ਰਹਿਣਾ ਚਾਹੀਦਾ ਜਿਹੜਾ ਵੀ ਗਲਤ ਨੰਬਰ ਲੱਗ ਗਿਆ, and no subsequent alteration ਹੈ, alteration is permitted but a note of the error shall be made in the proper column of the register ਦੇ proper column ਦੇ ਵਿੱਚ ਨੋਟ ਦੇ ਦੇਣਾ ਚਾਹੀਦਾ ਵੀ ਇਹ ਜਿਹੜਾ ਨੰਬਰ ਹੈ ਇੰਨਾ ਲੱਗਣਾ ਚਾਹੀਦਾ ਸੀ, ਇੰਨਾ ਲੱਗ ਚੁੱਕਿਆ ਗਲਤੀ ਦੇ ਨਾਲ, ਤੇ ਉੱਥੇ ਨੋਟ ਦੇ ਕੇ ਸਾਈਨ ਕਰ ਦੇਣੀ, ਜਿਹੜਾ ਆਫੀਸਰ ਹੈਗਾ ਉਸ ਵੇਲੇ ਰਜਿਸਟਰਿੰਗ ਆਫੀਸਰ ਦੇ ਸਾਈਨ ਹੋ ਜਾਣਗੇ ਨੋਟ ਦੇ ਕੇ। Para 105 entries in registers to be made with permanent blacking। ਇੱਥੇ ਕਿਹਾ ਗਿਆ ਵੀ ਜਦੋਂ ਪਰਮਾਨੈਂਟ ਜਿਹੜੀ ਬਲੈਕਿੰਗ ਹੈ, ਪਰਮਾਨੈਂਟ ਬਲੈਕਿੰਗ ਦਾ ਮਤਲਬ ਜਿਹੜੀ ਇੰਕ ਫੇਡ ਨਾ ਹੋਵੇ। ਕੁਝ ਸਿੰਥੈਟਿਕ ਇੰਕਸ ਆਉਂਦੀਆਂ ਹੈਗੀਆਂ ਨੇ ਜਿਹੜੀਆਂ ਫੇਡ ਜਲਦੀ ਹੋ ਜਾਂਦੀਆਂ ਨੇ। ਇੱਥੇ ਗੱਲ ਕੀਤੀ ਗਈ ਆ ਵੀ ਜਦੋਂ ਵੀ ਅਸੀਂ ਕੋਈ ਐਂਟਰੀਜ਼ ਵਗੈਰਾ ਕਰਦੇ ਹਾਂ, ਚਾਹੇ ਉਹ ਬੁੱਕਸ ਕਰਦੇ ਹਾਂ, ਚਾਹੇ ਉਹ ਜਿਹੜੇ ਸਾਡੇ ਜਿਹੜੇ ਹੈਗੇ ਆਪਣੇ ਇੰਡੈਕਸਸ ਬਣਦੇ ਆ, ਸਪਲੀਮੈਂਟਰੀ ਬੁੱਕ ਹੈ, ਜੋ ਵੀ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਹੈ ਇੰਕ ਹੈ, ਜਿਹੜੀ ਪਰਮਾਨੈਂਟ ਬਲੈਕ ਇੰਕ ਹੈ ਉਹ ਯੂਜ਼ ਹੋਣੀ ਚਾਹੀਦੀ ਹੈ। ਫੈਂਸੀ ਕਲਰਡ ਜਿਹੜੀ ਇੰਕ ਹੈ, ਜਿਹੜੀ ਐਫਾਸੈਂਟ ਇੰਕਸ ਜਿਹਨੂੰ ਕਿਹਾ ਜਾਂਦਾ ਵੀ ਮਤਲਬ ਫੇਡਿੰਗ ਜਲਦੀ ਹੋ ਜਾਂਦੀਆਂ ਨੇ ਜਿਹੜੀਆਂ, ਉਹਨੂੰ ਐਬਸੋਲੂਟਲੀ ਮਤਲਬ ਕਿ ਫਾਰਮੈਟ ਕੀਤਾ ਗਿਆ ਹੈਗਾ, ਇੱਦਾਂ ਦੀਆਂ ਇੰਕਸ ਯੂਜ਼ ਨਹੀਂ ਹੋਣੀ ਚਾਹੀਦੀਆਂ। ਨੈਕਸਟ ਹੈਗਾ ਸਪਲਾਈ ਆਫ ਬਲੈਂਕ ਰਜਿਸਟਰਸ। ਬਲੈਂਕ ਰਜਿਸਟਰ ਦੀ ਸਪਲਾਈ ਕਿੱਥੋਂ ਹੁੰਦੀ ਹੈ? ਸਾਨੂੰ ਰਜਿਸਟਰਾਰ ਤੋਂ ਹੁੰਦੀ ਹੈ। ਰਜਿਸਟਰਾਰ ਨੂੰ ਕਿੱਥੋਂ ਹੁੰਦੀ ਹੈ? IGR ਤੋਂ ਹੁੰਦੀ ਹੈ, ਇੰਸਪੈਕਟਰ ਜਨਰਲ ਰਜਿਸਟ੍ਰੇਸ਼ਨ, ਯਾਨੀ ਕਿ DLR ਆਫਿਸ ਤੋਂ ਹੁੰਦੀ ਹੈ। ਉਹਦੇ ਲਈ ਅਸੀਂ ਜਦੋਂ ਕੋਈ ਸਾਨੂੰ ਕੋਈ ਬੁੱਕਸ ਚਾਹੀਦੀਆਂ ਨੇ, ਕੋਈ ਸਾਨੂੰ ਇੰਡੈਕਸ ਚਾਹੀਦੇ ਨੇ, ਕੁਝ ਵੀ ਸਾਨੂੰ ਬਲੈਂਕ ਬੁੱਕਸ ਚਾਹੀਦੀਆਂ ਨੇ ਬਲੈਂਕ, ਤਾਂ ਅਸੀਂ ਪੈਰਾ 106 ਦੇ ਤਹਿਤ ਜਿਹੜੀ ਹੈਗੀ ਐਪਲੀਕੇਸ਼ਨ ਭੇਜਦੇ ਹਾਂ, ਆਪਣੀ ਚਿੱਠੀ ਭੇਜਦੇ ਹਾਂ, ਲੈਟਰ ਭੇਜਦੇ ਹਾਂ ਰਜਿਸਟਰਾਰ ਨੂੰ। ਰਜਿਸਟਰਾਰ ਆਫਿਸ ਸਾਨੂੰ ਜਿਹੜੀ ਹੈ ਕੰਸਰਨ ਜਿਹੜੀਆਂ ਬੁੱਕਸ ਜਿਹੜੀਆਂ ਸਾਨੂੰ ਲੋੜ ਦੀਆਂ ਹੁੰਦੀਆਂ ਨੇ ਉਹ ਸਾਨੂੰ ਪ੍ਰਾਪਤ ਹੁੰਦੀਆਂ ਨੇ। ਫਾਰਮਾ ਦਿੱਤਾ ਗਿਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੀ ਡਿਮਾਂਡ ਕਰਨੀ ਅਸੀਂ, ਕੀ ਸਾਨੂੰ ਚਾਹੀਦਾ ਹੈਗਾ। ਨੈਕਸਟ ਹੈ ਚੈਪਟਰ ਨੰਬਰ 5, ਪ੍ਰੋਸੀਜਰ ਪ੍ਰਾਇਰ ਟੂ ਅਸੈਪਟੈਂਸ। ਕੋਈ ਡਾਕੂਮੈਂਟ ਸਾਡੇ ਕੋਲੇ ਅਸੈਪਟ ਹੁੰਦਾ ਹੈ, ਪ੍ਰੈਜੈਂਟੇਸ਼ਨ ਪ੍ਰੈਜ਼ੈਂਟ ਹੁੰਦਾ ਹੈ, ਰਜਿਸਟਰ ਕਰਨ ਤੋਂ ਪਹਿਲਾਂ ਸਾਡੇ ਕੋਲ ਪ੍ਰੈਜ਼ੈਂਟ ਹੁੰਦਾ, ਉਹਦੇ ਕੀ ਉਹਦਾ ਪ੍ਰੋਸੀਜਰ ਕੀ ਹੈਗਾ, ਕਿੱਥੇ ਪ੍ਰੈਜ਼ੈਂਟ ਡਾਕੂਮੈਂਟ ਕਰੇਗਾ ਕੋਈ ਪਾਰਟੀ। ਜਨਰਲੀ ਦੇਖੋ ਪੈਰਾ ਨੰਬਰ 107 ਹੈਗਾ, ਜਨਰਲੀ ਕੀ ਹੁੰਦਾ ਹੈ ਤਹਿਸੀਲਦਾਰ ਦੇ ਆਫਿਸ ਦੇ ਵਿੱਚ, ਜਾਣੀ ਕਿ ਸਬ ਰਜਿਸਟਰਾਰ ਦੇ ਜਾਂ ਜੁਆਇੰਟ ਸਬ ਰਜਿਸਟਰਾਰ ਜਿਹੜਾ ਆਫਿਸ ਹੈਗਾ ਉੱਥੇ ਡਾਕੂਮੈਂਟ ਰਜਿਸਟਰੀ ਦੇ ਵਾਸਤੇ ਡਾਕੂਮੈਂਟ ਪਾਰਟੀਆਂ ਜਿਹੜੀਆਂ ਕੰਸਰਨਡ ਪਾਰਟੀਆਂ ਹੈਗੀਆਂ ਡਾਕੂਮੈਂਟ ਪੇਸ਼ ਕਰਦੀਆਂ ਨੇ। ਪਰ ਇੱਥੇ ਜਾ ਕੇ ਥੋੜਾ ਸਪੈਸ਼ਲ ਦੱਸਿਆ ਗਿਆ ਨਾਲ ਵੀ ਜੇਕਰ ਕੋਈ ਪਾਰਟੀ ਇਦਾਂ ਦੀ ਹੋਵੇ, ਕੋਈ ਪਰਸਨ ਇਦਾਂ ਦਾ ਹੋਵੇ ਜਿਹੜਾ ਕਿਸੇ ਜੇਲ੍ਹ 'ਚ ਬੰਦ ਹੋਵੇ ਜਾਂ ਕਿਸੇ ਹਸਪਤਾਲ ਦੇ ਵਿੱਚ ਹੋਵੇ, ਜਾਂ ਉਹ ਇਨਫਰਮਿਟੀ ਜਿਹੜੀ ਫਿਜ਼ੀਕਲੀ ਤੌਰ 'ਤੇ ਜਿਹੜਾ ਫਿੱਟ ਨਾ ਹੋਵੇ, ਦਫ਼ਤਰ ਆ ਨਾ ਸਕਦਾ ਹੋਵੇ, ਬਿਮਾਰ ਹੋਵੇ, ਬੈੱਡ 'ਤੇ ਪਿਆ ਹੋਵੇ, ਤਾਂ ਜਿਹੜਾ ਹੈਗਾ ਇਹ ਡਾਕੂਮੈਂਟ ਹੈ
ਉਹਦੇ ਪ੍ਰਾਈਵੇਟ ਰੈਜ਼ੀਡੈਂਸ ਤੇ ਵੀ, ਜਾਂ ਫਿਰ ਕੁਝ ਵਿਅਕਤੀ ਜਿਹੜੇ ਹੈਗੇ ਨੇ, ਕੁਝ ਪਰਸਨਸ ਹੈਗੇ ਨੇ ਐਗਜ਼ੈਂਪਟ ਕੀਤੇ ਗਏ ਨੇ ਸੈਕਸ਼ਨ 38 ਦੇ ਤਹਿਤ, ਇੰਡੀਅਨ ਸੈਸ਼ਨ ਐਕਟ ਸੈਕਸ਼ਨ 38। ਵੀ ਹੋਈ ਆ ਬੋਡਲੀ ਇਨਫਰਮਿਟੀ, ਕੋਈ ਬੰਦਾ ਬੋਡੀ ਫਿਜ਼ੀਕਲੀ ਤੌਰ ਤੇ ਫਿੱਟ ਨਹੀਂ ਹੈਗਾ, ਜਾਂ ਕੋਈ ਜੇਲ੍ਹ ਦੇ ਵਿੱਚ ਹੈਗਾ, ਸਿਵਲ ਪ੍ਰਿਜ਼ਨ ਦੇ ਵਿੱਚ ਹੈਗਾ, ਠੀਕ ਹੈ, ਜਾਂ ਬਾਈ ਲਾਅ ਫਰੋਮ ਦਾ ਪਰਸਨਲ ਅਪੀਅਰੈਂਸ ਇਨ ਦਾ ਕੋਰਟ ਨੂੰ ਅਜੰਮ ਕੀਤਾ ਗਿਆ ਹੈ, ਤਾਂ ਫਿਰ ਕੀ ਹੈਗਾ, ਜਿਹੜਾ ਰਜਿਸਟਰਿੰਗ ਆਫੀਸਰ ਹੈਗਾ ਉਹਦੇ ਪ੍ਰਾਈਵੇਟ ਰੈਜ਼ੀਡੈਂਸ ਤੇ ਜਾਂ ਕੰਸਰਨ ਪਰ ਜਗ੍ਹਾ ਤੇ ਜਿੱਥੇ ਵੀ ਉਹ ਵਿਅਕਤੀ ਹੈਗਾ ਉੱਥੇ ਜਾ ਕੇ ਜਿਹੜਾ ਡਾਕੂਮੈਂਟ ਹੈ ਰਜਿਸਟ੍ਰੇਸ਼ਨ ਦੇ ਲਈ ਲੈ ਸਕਦਾ ਹੈ। ਇਹ ਪੈਰਾ 107 ਹੈਗਾ। ਪ੍ਰਾਈਵੇਟ ਰੈਜ਼ੀਡੈਂਸ ਤੇ ਜਾਂ ਜੇਲ੍ਹ ਦੇ ਵਿੱਚ ਜਾਂ ਹਸਪਤਾਲ ਦੇ ਵਿੱਚ ਜਾਂ ਜਿੱਥੇ ਵੀ ਕੋਈ ਵਿਅਕਤੀ ਹੈਗਾ, ਜਿੱਥੇ ਇਹ ਜਿਹੜਾ ਆਪਣਾ ਸੈਕਸ਼ਨ 37 ਹੈ, ਠੀਕ ਹੈ, ਅਲਾਉ ਕਰਦਾ ਹੈਗਾ, ਉੱਥੇ ਜਾ ਕੇ ਡਾਕੂਮੈਂਟ ਨੂੰ ਲੈ ਕੇ ਰਜਿਸਟਰ ਕਰ ਸਕਦਾ ਹੈ। ਦੈਨ ਹੈਗਾ ਪੈਰਾ 108 ਪੇਮੈਂਟ ਆਫ ਵਿਜ਼ਿਟਸ ਐਂਡ ਇਸ਼ੂ ਆਫ ਦਾ ਕਮਿਸ਼ਨਸ। ਜਦੋਂ ਅਜਿਹੇ ਕੇਸਾਂ ਦੇ ਵਿੱਚ ਇੱਥੇ ਪ੍ਰਾਈਵੇਟ ਰੈਜ਼ੀਡੈਂਸ ਤੇ ਜਾਣ ਦੀ ਲੋੜ ਪੈ ਜਾਂਦੀ ਹੈ, ਹਸਪੀਟਲ ਜਾਣ ਦੀ ਲੋੜ ਪੈ ਜਾਂਦੀ ਹੈ, ਕਿਸੇ ਪਿੰਡ 'ਚ ਜਾਣ ਦੀ ਲੋੜ ਪੈ ਜਾਂਦੀ ਹੈ, ਕਿਸੇ ਜੇਲ੍ਹ 'ਚ ਜਾਣ ਦੀ ਲੋੜ ਪੈ ਜਾਂਦੀ ਹੈ, ਤਾਂ ਉਹਦੀ ਜਿਹੜੀ ਪ੍ਰਾਈਵੇਟ ਵਿਜ਼ਿਟ ਹੈਗੀ ਹੈ, ਪੇਮੈਂਟ ਆਫ ਦਾ ਵਿਜ਼ਿਟ, ਉਸ ਵਿਜ਼ਿਟ ਦੀ ਜਿਹੜੀ ਪੇਮੈਂਟ ਹੈ ਉਹ ਅੰਡਰ ਦਾ ਰੂਲ ਜੋ ਵੀ ਬਣਦੀ ਹੈਗੀ ਹੈ, ਜੋ ਵੀ ਸਰਕਾਰ ਦੀਆਂ ਸਮੇਂ-ਸਮੇਂ ਤੇ ਹਦਾਇਤਾਂ ਹੁੰਦੀਆਂ ਨੇ, ਉਹਦੇ ਮੁਤਾਬਕ ਜਿਹੜੀ ਫੀਸ ਹੈ ਉਹ ਜਮ੍ਹਾਂ ਕਰਨੀ ਪੈਂਦੀ ਹੈ ਪਾਰਟੀਆਂ ਨੂੰ, ਕੰਸਰਨ ਨੂੰ। ਇਹਦੇ ਵਿੱਚ ਕੀ ਹੈਗਾ, ਐਂਡ ਇਸ਼ੂ ਆਫ ਕਮਿਸ਼ਨਸ। ਰਜਿਸਟਰਿੰਗ ਆਫੀਸਰ, ਪਹਿਲਾਂ ਤਾਂ ਇਹ ਹੈਗਾ ਵੀ ਰਜਿਸਟਰਿੰਗ ਆਫੀਸਰ ਖੁਦ ਜਾਏਗਾ ਉਸ ਪਲੇਸ ਤੇ ਜਿੱਥੇ ਕੋਈ ਐਪਲੀਕੇਸ਼ਨ ਸਾਨੂੰ ਪ੍ਰਾਪਤ ਹੋਈ ਹੈ, ਕਿਸੇ ਪਿੰਡ 'ਚ ਜਾਣਾ ਹੈ ਜਾਂ ਕਿਸੇ ਜੇਲ੍ਹ 'ਚ ਜਾਣਾ ਹੈ ਜਾਂ ਕਿਸੇ ਹਸਪੀਟਲ 'ਚ ਜਾਣਾ ਹੈ। ਪਰ ਜਿੱਥੇ ਕਿਤੇ ਇਦਾਂ ਦੇ ਹਾਲਾਤ ਹੋਣ ਕਿ ਜਿਹੜਾ ਰਜਿਸਟਰਿੰਗ ਆਫੀਸਰ ਹੈਗਾ ਉਹਦੇ ਕੋਲ ਸਮਾਂ ਨਾ ਹੋਵੇ, ਕੋਈ ਜ਼ਰੂਰੀ ਕੰਮ, ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੰਮ ਦੇ ਵਿੱਚ ਉਹ ਰੁੱਝਾ ਹੈ ਹੋਵੇ, ਤਾਂ ਇੱਥੇ ਇੱਕ ਪ੍ਰੋਵੀਜ਼ਨ ਹੈਗੀ ਹੈ ਇਸ਼ੂ ਆਫ ਕਮਿਸ਼ਨਸ। ਕਮਿਸ਼ਨ ਇਸ਼ੂ ਕੀਤਾ ਜਾ ਸਕਦਾ ਹੈ। ਕਮਿਸ਼ਨਰੀ ਤੋਂ ਇਸ਼ੂ ਮਤਲਬ ਜਿਵੇਂ ਜੇ ਤਹਿਸੀਲਦਾਰ ਹੈਗਾ, ਰਜਿਸਟਰ ਸਬ ਰਜਿਸਟਰ ਤਹਿਸੀਲਦਾਰ ਹੈਗਾ, ਤਹਿਸੀਲਦਾਰ ਦੇ ਕੋਲ ਐਪਲੀਕੇਸ਼ਨ ਆ ਗਈ, ਉਹ ਕਿਸੇ ਪਿੰਡ 'ਚ ਉਹਨੂੰ ਜਾਣ ਦੀ ਜ਼ਰੂਰਤ ਪੈ ਗਈ, ਕਿਸੇ ਜੇਲ੍ਹ 'ਚ ਜਾਣ ਦੀ ਜ਼ਰੂਰਤ ਪੈ ਗਈ, ਉਹ ਆਪ ਉਸ ਤੋਂ ਵੀ ਜ਼ਿਆਦਾ ਕਿਤੇ ਬਿਜੀ, ਹੋਰ ਵੀ ਉਸ ਤੋਂ ਜ਼ਿਆਦਾ ਕੋਈ ਇੰਪੋਰਟੈਂਟ ਕੰਮ ਹੈ ਉੱਥੇ ਬਿਜੀ ਹੈਗਾ, ਤਾਂ ਆਪਣੇ ਜਿਹੜਾ ਨਾਇਬ ਤਹਿਸੀਲਦਾਰ ਹੈ ਉਸ ਵੇਲੇ ਮੌਕੇ ਤੇ ਨਾਇਬ ਤਹਿਸੀਲਦਾਰ ਨੂੰ ਐਜ਼ ਏ ਕਮਿਸ਼ਨ ਨਿਯੁਕਤ ਕਰਕੇ ਕੰਸਰਨ ਪਰਸਨ ਦੇ ਜਿਹੜੇ ਬਿਆਨ ਹੈ ਸਟੇਟਮੈਂਟ ਲੈਣ ਦੀ ਖਾਤਰ ਉਹਨੂੰ ਭੇਜਿਆ ਜਾ ਸਕਦਾ ਹੈ। ਪਰ ਜਦੋਂ ਕਿਸੇ ਇੱਦਾਂ ਦਾ ਕੋਈ ਕੇਸ ਦੇ ਵਿੱਚ ਕੋਈ ਕਮਿਸ਼ਨ ਨਿਯੁਕਤ ਕੀਤਾ ਜਾਂਦਾ ਹੈ, ਤਾਂ ਉਸ ਕਮਿਸ਼ਨ ਦੀ ਨਿਯੁਕਤੀ ਦੀ ਜਿਹੜੀ ਮਤਲਬ ਕਿ ਇਨਫੋਰਮੇਸ਼ਨ ਹੈ ਉਹ ਕੰਸਰਨ ਰਜਿਸਟਰਾਰ ਨੂੰ, ਯਾਨੀ ਕਿ ਕੰਸਰਨ ਡੀਸੀ ਨੂੰ ਦਿੱਤੀ ਜਾਂਦੀ ਹੈ। ਇੱਦਾਂ ਦੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਤੇ ਫਿਰ ਜਿਹੜਾ ਕਮਿਸ਼ਨ ਹੈਗਾ whenever he issues a commission, the sub registrar should report to the registrar the name and position of the person to whom it was issued। ਕਿਹੜੇ ਵਿਅਕਤੀ ਨੂੰ ਮੈਂ ਮੌਕੇ ਤੇ ਭੇਜ ਰਿਹਾ, ਕਿਹਨੂੰ ਮੈਂ ਕਮਿਸ਼ਨ ਨਿਯੁਕਤ ਕੀਤਾ, ਜਨਰਲੀ ਇਹ ਤਹਿਸੀਲਦਾਰ ਹੈ, ਸਬ ਰਜਿਸਟਰਾਰ ਹੈ, ਤਾਂ ਨਾਇਬ ਤਹਿਸੀਲਦਾਰ ਨੂੰ ਭੇਜਿਆ ਜਾਂਦਾ ਹੈ। should be implied on this duty the issue of summons commissions to registration morer is absolutely prohibited। ਦੇਖੋ ਇੱਥੇ ਕਿਹਾ ਗਿਆ ਹੈ the issue of commissions to a registration, ਕਿਸੇ ਰਜਿਸਟ੍ਰੇਸ਼ਨ ਦੇ ਸੰਬੰਧ ਵਿੱਚ ਜਿਹੜਾ ਰਜਿਸਟਰੀ ਕਲਰਕ ਹੈਗਾ, ਠੀਕ ਹੈ, ਉਹਦੇ ਲਈ ਸਟ੍ਰਿਕਟਲੀ ਪ੍ਰੋਹਿਬਿਟ ਕੀਤਾ ਗਿਆ ਵੀ ਤੁਸੀਂ ਕਿਸੇ ਰਜਿਸਟਰੀ ਕਲਰਕ ਨੂੰ, ਮੋਰਰ ਨੂੰ ਤੁਸੀਂ ਕਮਿਸ਼ਨ ਇਦਾਂ ਦਾ ਨਿਯੁਕਤ ਨਹੀਂ ਕਰ ਸਕਦੇ। ਨੈਕਸਟ ਹੈ ਪੈਰਾ 109 ਅਲਾਉਂਸਸ ਟੂ ਦ ਕਮਿਸ਼ਨਸ। ਅਲਾਉਂਸਸ ਟੂ ਦ ਕਮਿਸ਼ਨਰਸ, ਜਿਹਨੂੰ ਕਮਿਸ਼ਨ ਨਿਯੁਕਤ ਕੀਤਾ ਗਿਆ, ਠੀਕ ਹੈ, ਉਹਨੂੰ ਅਲਾਉਂਸ ਦਿੱਤਾ ਜਾਂਦਾ ਹੈ, ਜੋ ਉਸ ਵੇਲੇ ਦਾ ਰੂਲ ਹੈਗਾ ਸਰਕਾਰ ਵੱਲੋਂ ਜੋ ਨਿਯਤ ਕੀਤਾ ਗਿਆ। ਜੇ ਉਹਨੇ ਜੇਲ੍ਹ 'ਚ ਜਾਣਾ ਹੈ ਜਾਂ ਉਹਨੇ ਕਿਸੇ ਪਿੰਡ 'ਚ ਜਾਣਾ ਹੈ, ਦੇਖੋ ਮੇਬੀ ਜਿਹੜੀ ਜੇ ਤਾਂ ਇੱਕੋ ਜਗ੍ਹਾ ਤੇ, ਜੇ ਤਾਂ ਅਲੱਗ-ਅਲੱਗ ਪਿੰਡਾਂ 'ਚ ਜਾਣਾ ਹੈ, ਉਸਨੇ ਅਲੱਗ-ਅਲੱਗ ਪਿੰਡਾਂ 'ਚ ਜਾਣਾ ਹੈ, ਤਾਂ ਜਿਹੜਾ ਹੈਗਾ ਕਮਿਸ਼ਨ ਹੈ ਵੱਖਰਾ ਹੋ ਜਾਏਗਾ, ਅਲੱਗ-ਅਲੱਗ ਪਿੰਡਾਂ ਦਾ ਹੋ ਜਾਏਗਾ। ਜੇ ਇੱਕ ਪਿੰਡ ਦੇ ਵਿੱਚ ਹੀ 2 ਜਾਂ 3, ਇੱਕ ਪਿੰਡ ਦੇ ਵਿੱਚ ਹੀ ਜਿਹੜੇ ਐਗਜ਼ੀਕਿਊਟਰ ਨੇ, ਪਰਸਨਸ ਹੈਗੇ ਨੇ ਇੱਕੋ ਪਿੰਡ ਦੇ ਵਿੱਚ ਹੈਗੇ ਨੇ, ਤਾਂ ਇੱਕੋ ਕਮਿਸ਼ਨ ਹੋਏਗਾ। ਜੇ ਇੱਕ ਜੇਲ੍ਹ ਦੇ ਵਿੱਚ ਹੀ ਪਰਸਨ ਅਲੱਗ-ਅਲੱਗ ਹੈਗੇ ਤਾਂ ਵੀ ਇੱਕ ਕਮਿਸ਼ਨ ਹੋਏਗਾ। ਜੇ 2 ਜੇਲ੍ਹਾਂ ਵੱਖਰੀਆਂ ਹੈਗੀਆਂ ਤਾਂ 2 ਕਮਿਸ਼ਨ ਹੋ ਜਾਣਗੇ। ਜੇ 3 ਜੇਲ੍ਹਾਂ ਵੱਖਰੀਆਂ ਹੈਗੀਆਂ 3 ਕਮਿਸ਼ਨ ਹੋਣਗੇ। ਜੇ 3 ਪਿੰਡਾਂ 'ਚ ਜਾਣਾ ਉਸਨੇ ਤਾਂ 3 ਕਮਿਸ਼ਨ ਹੋ ਜਾਣਗੇ। ਇਸ ਕਰਕੇ ਫੀਸ ਦੀ ਗੱਲ ਕੀਤੀ ਗਈ ਹੈ, ਅਲਾਉਂਸ ਦੀ ਗੱਲ ਕੀਤੀ ਗਈ ਹੈ ਵੀ ਕਿੰਨਾ ਉਸ ਨੂੰ ਜਿਹੜਾ ਕਮਿਸ਼ਨ ਹੈਗਾ ਉਹਨੂੰ ਕਿੰਨਾ ਅਲਾਉਂਸ ਦਿੱਤਾ ਜਾਏਗਾ। ਇੱਕੋ ਜਗ੍ਹਾ ਤੇ ਜਾਣਾ ਤਾਂ ਇੱਕੋ ਜਿਹੜਾ ਕਮਿਸ਼ਨ ਹੈਗਾ ਇੱਕੋ ਅਲਾਉਂਸ ਦਿੱਤਾ ਜਾਏਗਾ ਉਸ ਨੂੰ। ਨੈਕਸਟ 110
ਪੈਰਾ 110 ਆਵਰਸ ਅਲੋਟਡ ਟੂ ਰਜਿਸਟ੍ਰੇਸ਼ਨ ਵਰਕ ਟੂ ਬੀ ਨੋਟੀਫਾਈਡ। ਦੇਖੋ ਜਿਵੇਂ ਹੁਣ ਅੱਜ ਦੀ ਗੱਲ ਕਰਦੇ ਆਪਾਂ, ਵੱਡੇ ਸਿਟੀ ਦੇ ਵਿੱਚ ਤਾਂ ਜੇ ਕੋਈ ਸਬ ਰਜਿਸਟਰਾਰ ਦੀ ਪੋਸਟ ਵੱਖਰੀ ਬਣਾ ਦਿੱਤੀ ਹੈਗੀ ਹੈ, ਉਸ ਨੂੰ ਛੱਡ ਕੇ ਜਿੱਥੇ ਸਬ ਰਜਿਸਟਰਾਰ ਦੀ ਪੋਸਟ ਵੱਖਰੀ ਨਹੀਂ ਹੈਗੀ, ਠੀਕ ਹੈ, ਜਿਹੜੇ ਤਹਿਸੀਲਦਾਰ ਨੇ ਜਾਂ ਨਾਇਬ ਤਹਿਸੀਲਦਾਰ ਨੇ ਉਹ ਆਪਦੀ ਤਹਿਸੀਲਦਾਰ ਦੀ ਡਿਊਟੀ ਦੇ ਨਾਲ ਨਾਲ ਨਾਇਬ ਤਹਿਸੀਲਦਾਰ ਦੀ ਡਿਊਟੀ ਦੇ ਨਾਲ ਨਾਲ ਉਹ ਸਬ ਰਜਿਸਟਰਾਰ ਜਾਂ ਜੁਆਇੰਟ ਸਬ ਰਜਿਸਟਰਾਰ ਦੀ ਡਿਊਟੀ ਵੀ ਕਰਦੇ ਆ, ਠੀਕ ਹੈ। ਇੱਥੇ ਇਹ ਪੈਰਾ 110 ਚ ਕਿਹਾ ਗਿਆ ਵੀ ਆਵਰਸ ਅਲੋਟਡ ਟੂ ਰਜਿਸਟ੍ਰੇਸ਼ਨ ਵਰਕ, ਵੀ ਤੁਸੀਂ ਕਿਹੜੇ ਸਮੇਂ ਦੇ ਵਿੱਚ ਕਿਹੜੇ ਦਿਨ ਨੂੰ ਤਾਂ ਕਿਹੜੇ ਸਮੇਂ ਦੇ ਵਿੱਚ ਤੁਸੀਂ ਜਿਹੜਾ ਰਜਿਸਟ੍ਰੇਸ਼ਨ ਵਰਕ ਕਰਨਾ ਹੈ ਉਹਦੇ ਸੰਬੰਧੀ ਤੁਸੀਂ ਜਿਹੜਾ ਹੈਗਾ ਆਪਣੇ ਨੋਟਿਸ ਬੋਰਡ ਦੇ ਉੱਪਰ ਤੁਸੀਂ ਲਗਾਓਗੇ, ਤਾਂ ਕਿ ਆਮ ਜਨਤਾ ਨੂੰ, ਆਮ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਵੀ ਕਿਹੜੇ ਸਮੇਂ ਦੇ ਵਿੱਚ ਜਿਹੜਾ ਡਾਕੂਮੈਂਟ ਹੈ ਪ੍ਰੈਜ਼ੈਂਟ ਕੀਤਾ ਜਾਵੇ ਤੇ ਕਦੋਂ ਜਿਹੜਾ ਸਬ ਰਜਿਸਟਰਾਰ ਹੈ ਉਹ ਮਤਲਬ ਕਿ ਆ ਕੇ ਡਾਕੂਮੈਂਟ ਲਵੇਗਾ, ਕਦੋਂ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਉਹਨਾਂ ਦੀ। ਤੇ ਜਿਹੜਾ ਇਹ ਨੋਟਿਸ ਹੈਗਾ ਇਹ ਦਫ਼ਤਰ ਦੇ ਬਾਹਰਲੇ ਪਾਸੇ ਆਮ ਪਬਲਿਕ ਦੇ ਜਿੱਥੇ ਜਨਤਾ ਦੇਖ ਸਕਦੀ ਹੋਵੇ ਉੱਥੇ ਲਗਾਇਆ ਜਾਣਾ ਚਾਹੀਦਾ ਹੈਗਾ, ਜਾਂ ਹੋਲ ਟਾਈਮ ਚੱਲੇਗਾ ਜਾਂ ਕੁਝ ਪਾਰਟਿਕੂਲਰ ਟਾਈਮ ਨਿਯੁਕਤ ਕੀਤਾ ਗਿਆ ਹੈਗਾ ਇਹਦੇ ਸੰਬੰਧ ਵਿੱਚ, ਠੀਕ ਹੈ। ਉਹ ਜਿਹੜਾ ਨੋਟਿਸ ਹੈ ਵੀ ਤਾਂ ਕਿ ਜਨਤਾ ਨੂੰ ਦਿੱਕਤ ਨਾ ਆਵੇ, ਨੋਟਿਸ ਬੋਰਡ ਤੇ ਨੋਟਿਸ ਲਗਾਇਆ ਜਾਂਦਾ ਹੈ। ਪੈਰਾ 111 ਰਿਸੈਪਸ਼ਨ ਆਫ ਡਾਕੂਮੈਂਟਸ ਫਾਰ ਦਾ ਰਜਿਸਟ੍ਰੇਸ਼ਨ ਐਟ ਦਾ ਆਵਰਸ ਅਪਾਇੰਟਡ ਇਨ ਦਾ ਨੋਟਿਸ, ਜਿਵੇਂ ਕਿ ਉੱਪਰਲੇ ਪੈਰਾ 110 ਚ ਦੱਸਿਆ ਵੀ ਜਿਹੜਾ ਸਮਾਂ ਕੋਈ ਨਿਯੁਕਤ ਕੀਤਾ ਗਿਆ ਹੈਗਾ ਉਸ ਸਮੇਂ ਦੇ ਮੁਤਾਬਕ ਜਿਹੜਾ ਹੈਗਾ ਐਟ ਆਵਰਸ ਅਪਾਇੰਟਡ ਇਨ ਦਾ ਨੋਟਿਸ ਦਾ ਰਜਿਸਟਰਿੰਗ ਆਫੀਸਰ ਸ਼ੈਲ ਪਰਸਨਲੀ ਰਿਸੀਵ ਆਲ ਦਾ ਡਾਕੂਮੈਂਟਸ। ਜਿਹੜਾ ਰਜਿਸਟਰਿੰਗ ਆਫੀਸਰ ਹੈ, ਚਾਹੇ ਉਹ ਸਬ ਰਜਿਸਟਰਾਰ ਹੈ, ਚਾਹੇ ਉਹ ਜੁਆਇੰਟ ਸਬ ਰਜਿਸਟਰਾਰ ਹੈ, ਤਹਿਸੀਲਦਾਰ ਹੈ, ਨਾਇਬ ਤਹਿਸੀਲਦਾਰ ਹੈ, ਉਹ ਪਰਸਨਲੀ ਤੌਰ ਤੇ ਜਿਹੜੇ ਡਾਕੂਮੈਂਟ ਉਹ ਆਪ ਰਿਸੀਵ ਕਰੇਗਾ, ਆਪ ਰਿਸੀਵ ਕਰਕੇ ਵਿੱਚ ਸਾਟ ਐਂਡ ਹੈਵ them examined in his own presence, ਆਪਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਲਵੇਗਾ ਤੇ ਚੈੱਕ ਕਰੇਗਾ। ਫਿਰ ਪੈਰਾ 112 ਚ ਕਿਹਾ ਗਿਆ ਐਗਜ਼ਾਮੀਨੇਸ਼ਨ ਐਸ ਟੂ ਸੈਟ ਸਟੈਂਪ, ਸਭ ਤੋਂ ਪਹਿਲੀ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਰਜਿਸਟਰਿੰਗ ਆਫੀਸਰ ਦੀ, ਜਦੋਂ ਉਹਦੇ ਕੋਲ ਡਾਕੂਮੈਂਟ ਕੋਈ ਸਬਮਿਟ ਹੁੰਦਾ ਹੈ ਰਜਿਸਟਰੀ ਕਰਨ ਦੀ ਖਾਤਰ, when a document is presented for the registration, the first duty of the registering officer is to examine it, ਵੀ ਕੀ ਇਹਦੇ ਉੱਪਰ ਪੂਰੀ ਸਟੈਂਪ ਡਿਊਟੀ ਲੱਗੀ ਵੀ ਹੈ। This is an obligation imposed by law, ਇਹ ਸਾਡੀ ਜ਼ਿੰਮੇਵਾਰੀ ਹੈ, ਲਾਅ ਵੱਲੋਂ ਇੰਪੋਜ਼ ਕੀਤੀ ਗਈ ਹੈ, ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਕੀ ਇਹਦੇ ਉੱਪਰ ਕੋਈ ਜਿਹੜੇ ਹੈਗੇ ਨੇ ਪੂਰੀ ਸਟੈਂਪ ਡਿਊਟੀ ਲੱਗੀ ਵੀ ਹੈ। ਟਾਈਮ ਕਾਫੀ ਹੋ ਗਿਆ, ਅੱਜ ਦਾ ਜਿਹੜਾ ਲੈਕਚਰ ਹੈ ਜੀ ਆਪਾਂ ਇੱਥੇ ਖਤਮ ਕਰਾਂਗੇ ਕਿਉਂਕਿ ਸਭ ਨੇ ਆਫਿਸ ਜਾਣਾ ਹੈਗਾ। ਐਨੀ ਪ੍ਰੋਬਲਮ ਐਨੀ? ਸਰ ਸਾਡੇ ਕੋਲ ਲੈਂਡ ਰੈਵਨਿਊ ਐਕਟ ਹੈ। ਅੱਛਾ, ਰਜਿਸਟ੍ਰੇਸ਼ਨ ਐਕਟ ਹੈ ਸਰ, ਤੁਸੀਂ ਪੜ੍ਹ ਰਹੇ ਹੋ ਮੈਨੂਅਲ? ਆਪਣੇ ਸਿਲੇਬਸ ਮੈਨੂਅਲ ਹੈ ਸਰ, ਸਾਰੇ ਬੱਚਿਆਂ ਕੋਲ ਮੈਂ ਐਕਟ ਲਿੱਤਾ ਹੋਇਆ, ਕਹਿੰਦੇ ਇਹਦੇ ਵਿੱਚ ਪੇਪਰ ਇਹ ਸਭ ਤੋਂ ਪਹਿਲਾਂ ਤੁਸੀਂ ਮੰਗਵਾਉਣਗੇ ਸਰ, ਕੋਈ ਗੱਲ ਨਹੀਂ। ਤੁਸੀਂ ਏਦਾਂ ਕਰੋ, ਇਹ ਤੁਹਾਨੂੰ ਮੈਨੂਅਲ ਸ਼ਾਇਦ ਜੇ ਕਿਤੇ ਸ਼ਾਪ ਤੇ ਮਿਲਦਾ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਸੀਂ ਇਹਦੀ ਨਾ ਆਪਣਾ ਨੈਟ ਤੋਂ ਕਾਪੀ ਲੈ ਲਓ। ਜੀ ਠੀਕ ਹੈ ਸਰ, ਨੈਟ ਤੋਂ ਕਾਪੀ ਲੈ ਲਓ, ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਦੇਖੋ ਮੇਰੇ ਕੋਲ ਸਿਲੇਬਸ ਪਿਆ ਹੈਗਾ, ਇਹ ਕੀ ਲਿਖਿਆ ਹੈਗਾ ਰਜਿਸਟ੍ਰੇਸ਼ਨ ਮੈਨੂਅਲ, ਪਿੱਛੇ ਕਾਫੀ ਬਾਅਦ ਚੱਲਿਆ ਹੈਗਾ ਵੀ ਜਿਹੜਾ ਸਾਡਾ ਸਿਲੇਬਸ ਹੈ, ਜਿਹੜਾ ਪੇਪਰ ਹੈ ਸਿਲੇਬਸ ਤੋਂ ਬਾਹਰ ਆਉਂਦਾ ਹੈਗਾ। ਹੁਣ ਰਜਿਸਟ੍ਰੇਸ਼ਨ ਐਕਟ ਦੀ ਗੱਲ ਕੀਤੀ, ਤੁਹਾਡੇ ਸਿਲੇਬਸ ਨਹੀਂ ਕੀਤੀ ਗਈ, ਤੁਹਾਡੇ ਸਿਲੇਬਸ ਦੇ ਜਿਹੜਾ 50 ਨੰਬਰ ਦਾ ਪੇਪਰ ਹੈ ਉਹ ਰਜਿਸਟ੍ਰੇਸ਼ਨ ਮੈਨੂਅਲ ਦਾ ਹੈਗਾ। ਪਰ ਚਾਂਸ ਤੁਹਾਡੇ ਕੋਲੇ ਹੁਣ ਜੇ ਮੈਨੂਅਲ ਸਿਲੇਬਸ ਦੇ ਅਕੋਰਡਿੰਗ ਪਿੱਛੇ ਕਾਫੀ ਗੱਲ ਚੱਲੀ ਹੈ ਵੀ ਜਿਹੜਾ ਪੇਪਰ ਹੈ ਬਾਹਰ ਆ ਰਿਹਾ ਹੈਗਾ ਸਿਲੇਬਸ ਤੋਂ, ਜੇ ਪੇਪਰ ਸਿਲੇਬਸ ਦੇ ਅਕੋਰਡਿੰਗ ਹੈ ਤਾਂ ਤੁਹਾਡਾ ਜਿਹੜਾ ਸਿਲੇਬਸ ਹੈ ਉਹ ਰਜਿਸਟ੍ਰੇਸ਼ਨ ਮੈਨੂਅਲ ਹੈਗਾ। ਠੀਕ ਹੈ ਸਰ, ਠੀਕ ਹੈ। ਨਾਲ ਤੁਸੀਂ ਰਜਿਸਟ੍ਰੇਸ਼ਨ ਐਕਟ ਵੀ ਦੇਖ ਲਿਓ, ਪੜ੍ਹ ਲਿਓ ਥੋੜਾ ਨਾਲ ਲੈ ਜਿਓ ਪੇਪਰ ਦੇ ਵਿੱਚ। ਠੀਕ ਹੈ ਸਰ, ਠੀਕ ਹੈ, ਹਾਂ ਠੀਕ ਹੈ। ਪਰ ਪ੍ਰੋਸੀਜਰ ਹੈ ਸਾਰਾ ਰਜਿਸਟਰ ਅਸੀਂ ਕਿਵੇਂ ਕਰਨੀਆਂ ਨੇ ਇਹਦੇ ਵਿੱਚ ਸਰ ਆਪਣਾ ਰਜਿਸਟ੍ਰੇਸ਼ਨ ਮੈਨੂਅਲ ਚ ਤਾਂ ਜਿਹੜੇ ਆਨਸਰਸ ਨੇ ਇਹ ਤਾਂ ਪੈਰਾਵਾਈਜ਼ ਆਉਣਗੇ ਨਾ? ਇਹ ਪੈਰਾਵਾਈਜ਼ ਨੇ, ਪੈਰਾਵਾਈਜ਼ ਹੈ, ਇਹ ਪੈਰਾਵਾਈਜ਼ ਨਹੀਂ ਆਉਣਗੇ, ਪੈਰਾਵਾਈਜ਼ ਨੇ। ਇਹਦੇ ਵਿੱਚ ਆਪਣਾ ਪੈਰਾ ਹੀ ਹੁੰਦਾ ਹੈ ਜੀ, ਮੈਨੂਅਲ ਦਾ ਪੈਰਾ ਹੁੰਦਾ ਹੈ, ਐਕਟ ਦਾ ਸੈਕਸ਼ਨ ਹੁੰਦਾ ਹੈ। ਹਾਂ, ਇਹ ਮੈਨੂਅਲ ਦਾ ਪੈਰਾ ਹੁੰਦਾ ਹੈ, ਐਕਟ ਦਾ ਸੈਕਸ਼ਨ ਹੁੰਦਾ ਹੈ, ਤੇ ਸਾਡੇ ਇਸ ਮੈਨੂਅਲ ਦੇ ਵਿੱਚ ਸੈਕਸ਼ਨਾਂ ਦਾ ਹਵਾਲਾ ਵੀ ਕਿਤੇ ਆ ਰਿਹਾ ਹੈ ਵਿੱਚ ਜੀ। ਠੀਕ ਹੈ, ਇਸ ਕਰਕੇ ਤੁਸੀਂ ਆਪਦਾ ਐਕਟ ਵੀ ਨਾਲ ਰੱਖ ਲਿਓ, ਜੇ ਕਿਤੇ ਜ਼ਰੂਰਤ ਪੈਂਦੀ ਹੈ ਕੋਈ ਤੁਹਾਨੂੰ ਐਕਟ ਦਾ ਕੋਈ ਸੈਕਸ਼ਨ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਸਰ ਇੱਕ ਜਾਣਕਾਰੀ ਲੈਣੀ ਜੀ। ਹਾਂਜੀ, ਇੱਕ ਜਾਣਕਾਰੀ ਦਿਓ, ਜਿਹੜਾ ਪੈਰਾ 81 ਹੈ ਇਹਦੇ ਵਿੱਚ ਅਡਾਪਸ਼ਨ ਡੀਡ ਦਾ ਆ, ਦੋ ਆਪਸ਼ਨਾਂ ਤੁਸੀਂ ਦੱਸਿਆ, ਇੱਕ ਰਜਿਸਟਰ ਆਪਸ਼ਨ ਦੀ, ਚਾਰ ਇੱਕ ਰਜਿਸਟਰ ਤੁਸੀਂ ਕਹਿੰਦੇ ਆ, ਹਾਂਜੀ, ਅਡਾਪਸ਼ਨ ਰਜਿਸਟਰ ਕਹਿੰਦੇ। ਅਡਾਪਸ਼ਨ 4 ਤਰ੍ਹਾਂ ਦੀ ਹੁੰਦੀ ਹੈ, ਅਡਾਪਸ਼ਨ 4 ਤਰ੍ਹਾਂ ਦੀ ਹੁੰਦੀ ਹੈ, ਅਡਾਪਸ਼ਨ ਡੀਡ 4 ਤਰ੍ਹਾਂ ਦੀ ਹੈ। ਕਹਿੰਦੇ ਰਜਿਸਟਰ ਨਹੀਂ ਹੈਗੀ, ਅਨਰਜਿਸਟਰ ਆ, ਉਹਦੇ ਬਾਰੇ ਜਾਣਕਾਰੀ ਦਿਓ, ਆਪਾਂ ਉਹਨੂੰ ਕਿੱਦਾਂ ਮਾਨਤਾ ਦੇਵਾਂਗੇ?
ਸਾਡੇ ਕੋਲ ਆਈ ਹੀ ਨਹੀਂ ਉਹ ਤਾਂ ਇਹਦੇ ਵਿੱਚ ਜਿਹੜਾ ਆਇਆ ਸੀ ਨਾ ਉਹ ਤਾਂ ਜਿਹੜੀ ਦੋ ਸਾਡੇ ਕੋਲੇ options ਦਿੰਦੇ ਸੀ। ਜਿਹੜੀ ਸਾਡੇ ਕੋਲੇ ਆਈ ਨਹੀਂ ਉਹਨੂੰ ਤਾਂ ਅਸੀਂ ਕਿਤੇ ਲਗਾਉਣਾ ਹੀ ਨਹੀਂ। ਜਿਹੜੇ ਡਾਕੂਮੈਂਟ ਸਾਡੇ ਕੋਲੇ ਆ ਕੇ ਰਜਿਸਟਰ ਹੋਏ ਆ ਉਸ ਨੂੰ ਹੀ ਪੇਸਟ ਕਰਨਾ ਹੈ। ਜਿਹੜਾ ਡਾਕੂਮੈਂਟ ਵਾਲੇ ਨੇ ਆਪਦੇ ਆਪ ਬਣਾ ਕੇ ਬਾਹਰ ਆਪਦੇ ਘਰ ਚਲੇ ਗਏ, ਬਾਹਰ ਦੀ ਬਾਹਰ ਰਜਿਸਟਰ ਕਰਾਉਣ ਲਈ ਨਹੀਂ ਆਏ ਹੈਗੇ। ਠੀਕ ਹੈ ਜੀ ਮਰਜ਼ੀ ਸੀ ਵਾਲੇ ਨੇ ਨਹੀਂ ਰਜਿਸਟਰ ਕਰਾਇਆ ਉਹਨਾਂ ਨੇ, ਸਾਡੇ ਕੋਲੇ ਆਏ ਨਹੀਂ, ਸਾਨੂੰ ਤਾਂ ਉਹਦੀ ਇਨਫੋਰਮੇਸ਼ਨ ਹੀ ਨਾ, ਸਾਨੂੰ ਉਹਦੀ ਕੁਝ ਨਹੀਂ ਆਪਣੇ ਕੰਮਕਾਰ ਦੇ ਵਿੱਚ ਉਹਨੂੰ ਕਿੱਦਾਂ ਲੈਣਾ ਜੀ ਜਿਹੜਾ ਰਜਿਸਟਰ ਕਰਵਾਇਆ ਨਹੀਂ ਗੋਦਨਾਮਾ? ਉਹਨੂੰ ਅਸੀਂ ਇਹ ਅਪਡੇਟ ਨਹੀਂ ਕਰ ਸਕਦੇ ਰਿਕਾਰਡ ਦੇ ਵਿੱਚ। ਜੀ ਉਹਨੂੰ ਅਸੀਂ ਆਪਣੇ ਰਿਕਾਰਡ 'ਚ ਅਪਡੇਟ ਨਹੀਂ ਕਰ ਸਕਦੇ। ਆਪਣੇ ਰਿਕਾਰਡ 'ਚ ਅਸੀਂ ਅਪਡੇਟ ਉਸ ਨੂੰ ਕਰਾਂਗੇ ਜਿਹੜਾ ਸਾਡੇ ਕੋਲ ਰਜਿਸਟਰ ਹੋ ਕੇ ਆ ਗਿਆ। ਠੀਕ ਹੈ ਜੀ, ਥੈਂਕ ਯੂ। ਹਾਂਜੀ ਓਕੇ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।